ਆਵਾਜ਼ੇ ਪੰਜਾਬ ਨਾਲ ਤੁਸੀਂ ਜੁੜ ਚੁੱਕੇ ਹੋ। ਮੈਂ ਹਾਂ ਸੁਖਵਿੰਦਰ ਸਿੰਘ ਸੁਖ। ਜੀਰਾ ਰੋਡ ਫਿਰੋਜ਼ਪੁਰ ਮਰਖਾਈ ਦੇ ਲਾਗੇ ਅਸੀਂ ਖੜੇ ਹਾਂ। ਇਹ ਇਕੱਠ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕਿਸਾਨਾਂ ਦਾ ਹੈ, ਉਹ ਜ਼ਿਮੀਂਦਾਰਾਂ ਦਾ ਹੈ ਜਿਨ੍ਹਾਂ ਦੀਆਂ ਫਸਲਾਂ ਖੇਤਾਂ ਦੇ ਵਿੱਚ ਸਬਜ਼ੀਆਂ ਸੜ ਰਹੀਆਂ ਨੇ ਬਿਨਾਂ ਪਾਣੀ ਤੋਂ। ਗੁੱਸੇ 'ਚ ਨੇ ਬਹੁਤ ਜ਼ਿਆਦਾ ਕਿਸਾਨ। ਕਿਉਂਕਿ ਜਿਹੜੀ ਲਾਈਟ ਆ ਉਹ ਸਰਕਾਰ ਵਾਅਦਾ ਕਰਕੇ ਮੁੱਕਰਦੀ ਨਜ਼ਰ ਆ ਰਹੀ ਆ ਕਿ 8 ਘੰਟੇ ਲਾਈਟ ਖੇਤਾਂ ਦੀ ਦਿੱਤੀ ਜਾਊਗੀ, ਪਰ ਉਹ ਲਾਈਟ नहीं आ रही पूरी। रोड ਨੂੰ ਜਾਮ ਕੀਤਾ ਹੋਇਆ ਹੈ ਪਿਛਲੇ 3 ਘੰਟਿਆਂ ਤੋਂ। 3 ਘੰਟਿਆਂ ਤੋਂ ਰੋਡ ਬੰਦ ਆ। ਤਸਵੀਰ ਇਸ ਪਾਸੇ ਦੀ ਵੇਖੋ। ਪਹਿਲਾਂ ਪੁਲਿਸ ਪ੍ਰਸ਼ਾਸਨ ਖੜਾ ਹੈ, ਹਾਲਾਂਕਿ ਰਾਸਤੇ ਡਾਈਵਰਟ ਕਰ ਦਿੱਤੇ ਗਏ ਨੇ। ਲੰਬੀਆਂ ਲਾਈਨਾਂ ਨੇ ਕਾਫੀ ਕਿਲੋਮੀਟਰਾਂ ਤੱਕ, ਪਰ 3 ਘੰਟਿਆਂ ਬੀਤਣ ਤੋਂ ਬਾਅਦ ਵੀ ਜਿਹੜਾ ਕੋਈ ਵੀ ਗੱਲਬਾਤ ਕਰਨ ਦੇ ਲਈ ਇੱਥੇ ਨਹੀਂ ਪਹੁੰਚਿਆ। 3 ਘੰਟੇ ਗੱਲ ਕਰੀਏ ਤਾਂ ਕਿ 3 ਘੰਟੇ ਲੋਕਾਂ ਨੂੰ ਖੱਜਲ ਕਰਨਾ ਹੈ। ਜਿਹੜੇ ਲੋਕ ਸੜਕਾਂ ਦੇ ਉੱਪਰੋਂ ਜਿਨ੍ਹਾਂ ਨੇ ਲੰਘਣਾ ਹੈ, ਜੋ ਕਿ ਰਾਹੀ ਪਾਂਦੀ ਨੇ, ਜਿਨ੍ਹਾਂ ਦੇ ਰਾਸਤੇ ਡਾਈਵਰਟ ਕੀਤੇ ਗਏ ਨੇ, ਆਖਿਰਕਾਰ ਉਹਨਾਂ ਦੇ ਬਾਰੇ ਹੀ ਸੋਚ ਕੇ ਪ੍ਰਸ਼ਾਸਨ ਨੂੰ ਇੱਥੇ ਆ ਜਾਣਾ ਚਾਹੀਦਾ ਸੀ। ਹਾਲਾਂਕਿ ਬੜੀ ਵੱਡੀ ਮੁਸ਼ਕਲ ਇਹਨਾਂ ਦੀ ਮੁਸ਼ਕਲ ਸਾਂਝੀ ਕਰਦੇ ਆ ਤੁਹਾਡੇ ਨਾਲ, ਇਹਨਾਂ ਨਾਲ ਗੱਲਬਾਤ ਕਰਦੇ ਆ। ਖੜੀ ਹੋ ਜਾਓ, ਜਾਣਕਾਰੀ ਦਿਓ ਕੀ ਮਸਲਾ ਹੈਗਾ। ਹਾਲਾਂਕਿ ਅਸੀਂ ਦੱਸ ਚੁੱਕੇ ਹਾਂ ਕਿ ਜਿਹੜੀ ਖੇਤਾਂ ਦੀ ਲਾਈਟ ਵਾਲਾ, ਪਰ ਖੁੱਲ ਕੇ ਜਾਣਕਾਰੀ ਦਿਓ ਕਿੰਨਾ ਟਾਈਮ ਹੋ ਗਿਆ ਧਰਨੇ ਲਾਏ ਨੂੰ, ਤੇ ਕਿਹੜਾ ਅਧਿਕਾਰੀ ਇੱਥੇ ਪਹੁੰਚਿਆ ਤੇ ਕਿਹੜਾ ਨਹੀਂ ਪਹੁੰਚਿਆ। ਧਰਨਾ ਲਾਉਣ ਤੋਂ ਪਹਿਲਾਂ 3 ਘੰਟੇ ਹੋ ਗਏ ਜੀ, ਸਾਡੇ ਕੋਲੇ ਕੋਈ ਬੰਦਾ ਨਹੀਂ ਪਹੁੰਚਿਆ। ਧਰਨਾ ਲਾਉਣ ਤੋਂ ਪਹਿਲਾਂ ਐਕਸ਼ਨ ਐਸਸੀ ਚੀਫ ਤੇ ਜਿਹੜਾ ਗ੍ਰਿਡ ਦਾ ਸਾਡਾ ਐਕਸ਼ਨ ਹੁੰਦਾ, ਸਾਰਿਆਂ ਨੂੰ ਬੇਨਤੀ ਕੀਤੀ ਵੀ ਐਕਸ਼ਨ ਸਾਹਿਬ ਗਰਮੀ ਬਹੁਤ ਆ, ਲੋਕਾਂ ਨੂੰ ਖੱਜਲ ਖਵਾਰ ਨਾ ਕਰੀਏ। 5 ਦਿਨ ਹੋ ਗਏ ਲਾਈਟ ਨਹੀਂ ਚੱਲੀ, ਤੁਸੀਂ ਲਾਈਟ ਚਲਾ ਦਿਓ, ਚਲਾਉਣੀ ਤੁਹਾਨੂੰ ਪੈਣੀ ਆ। ਅੱਜ ਉਦੋਂ ਪਹਿਲਾਂ ਫਿਰੋਜ਼ਪੁਰ ਜਿਹੜਾ ਧਰਨਾ ਲੱਗਾ, ਇਹ ਤਾਂ ਮੈਨੂੰ ਐਂ ਲੱਗਦਾ ਜੀ ਜਿਵੇਂ ਹਾਲਾਤ ਇਹਨਾਂ ਨੇ ਇਹੋ ਜਿਹੇ ਬਣਾ ਲਏ, ਜਿਵੇਂ ਅਣਜਾਣ ਡਰਾਈਵਰ ਨੂੰ ਗੱਡੀ ਫੜਾ ਦਈਏ ਤੇ ਆਪਾਂ ਕਹਿੰਦੇ ਵੇਖੀ ਕਿਤੇ ਮਾਰ ਨਾ ਦਵੀਂ। ਐ ਪਾਲਿਸੀਆਂ ਨਹੀਂ ਬਣਦੀਆਂ। ਮੀਟਿੰਗ ਕਰਕੇ ਵੇਖਣਾ, ਬਿਜਲੀ ਮੰਤਰੀ ਵੇਖੇ ਵੀ ਕਿੰਨੀ ਮੇਰੇ ਕੋਲੇ ਬਿਜਲੀ ਆ, ਕਿੰਨੀ ਦੇਣੀ ਆ। ਯਾਰ ਦੂਜਿਆਂ ਫੀਡਰਾਂ ਨੂੰ, ਸ਼ਹਿਰੀ ਫੀਡਰਾਂ ਨੂੰ ਘੰਟਾ, ਅਸੀਂ ਪਿੰਡਾਂ ਦੇ ਵਿੱਚ ਆ, ਸਾਡੇ ਫੀਡਰ ਜਿਹੜੇ ਘਰਾਂ ਵਾਲੇ ਉਹਨਾਂ ਨੂੰ 2-2 ਘੰਟੇ ਕੱਟ ਲਾ ਦੇਣ ਜੇ ਕੋਈ ਸਮੱਸਿਆ ਆਉਂਦੀ ਆ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਪਹਿਲੀ ਵਾਰ ਇੰਨਾ ਚਿਰ ਪ੍ਰਸ਼ਾਸਨ ਨੇ ਲਾਇਆ, ਪਹਿਲੀ ਵਾਰ 3 ਘੰਟੇ ਹੋ ਗਏ। ਅਜੇ ਤੱਕ ਇੱਥੋਂ 8 ਕਿਲੋਮੀਟਰ, ਜੀਰਾ 8 ਕਿਲੋਮੀਟਰ ਆ। ਅਸੀਂ ਜਿੰਨੇ ਇੱਥੇ ਲੋਕ ਬੈਠੇ ਹੁਣ ਪਿੰਡਾਂ 'ਚ ਆਵਾਜ਼ਾਂ ਦਵਾਤੀਆਂ, 3 ਰੋਡ ਅਸੀਂ ਬੰਦ ਕਰਕੇ ਬੈਠੇ ਆ। ਉਧਰੋਂ ਅਲੀਪੁਰ ਤੋਂ ਬੰਦ ਕੀਤਾ, ਉਧਰੋਂ ਸ਼ੂਸ਼ਕ ਤੋਂ ਬੰਦ ਕੀਤਾ। 3 ਤਾਂ ਬੰਦ ਕੀਤੇ ਵੀ 10 ਪਿੰਡਾਂ ਦੇ ਲੋਕ ਆ। ਸਾਨੂੰ ਇਹ ਦੁੱਖ ਵੀ ਆ। ਇਹ ਸਰਕਾਰ ਅਸੀਂ ਬੜੀ ਜੱਦੋ ਜਹਿਦ ਨਾਲ ਕਿਸਾਨਾਂ ਨੇ ਵੋਟਾਂ ਪਾ ਕੇ ਆਪ ਬੋਲ ਕੇ, ਤੁਹਾਨੂੰ ਮੈਂ ਆਪਦੀਆਂ ਵੀਡੀਓ ਦੱਸਾਂ ਪਾਵਾਂ, ਸ਼ਾਇਦ ਤੁਹਾਡੇ ਕੋਲ ਮੇਰੇ ਬੋਲਦੇ ਦੀ ਵੀਡੀਓ ਹੋਣ। ਇੰਨਾ ਜ਼ੋਰ ਦੇ ਕੇ ਲੋਕਾਂ ਨੂੰ ਕਿਹਾ ਬਦਲਾਅ ਲਿਆਉਣਾ। ਸਾਨੂੰ ਅੱਜ ਸ਼ਰਮ ਆਉਂਦੀ ਆ, ਸਾਨੂੰ ਸ਼ਰਮ ਆਉਂਦੀ ਵੀ ਅਸੀਂ ਆਮ ਆਦਮੀ ਵੋਟਾਂ ਪਾਈਆਂ। ਇਹ ਕਹਿੰਦੇ ਆ ਲੋਕ ਜਿਹੜੇ ਸਾਡੇ ਤੋਂ ਸਵਾਲ ਜਵਾਬ ਪੁੱਛਦੇ ਆ, ਦੱਸੋ। ਮੈਂ ਸਵੇਰ ਦਾ ਲੱਗਾ ਸੀ, ਮੇਰਾ ਟੈਲੀਫੋਨ ਲੈ ਲਓ, ਚੇਅਰਮੈਨ ਤੱਕ ਮੈਂ ਟੈਲੀਫੋਨ ਕੀਤਾ ਸਵੇਰੇ, ਸਾਰਿਆਂ ਨੂੰ ਕਿਹਾ ਵੀ ਅੱਜ ਸ਼ਾਮ ਤੱਕ 5 ਦਿਨ ਹੋ ਗਏ ਲਾਈਟ ਨਹੀਂ ਚੱਲੀ। ਮੈਨੂੰ ਦੱਸੋ 2 ਦਿਨ ਵੇਖੂ, ਕੋਈ 4 ਦਿਨ ਵੇਖੂ। ਮਰਖਾਈ ਨਵਾਂ 5 ਦਿਨ ਰਿਕਾਰਡ ਚੈੱਕ ਕਰਨ। ਇਹ ਖੋਸਾ ਫੀਡਰ ਚੱਲਦਾ, ਖੋਸਿਆਂ ਤੋਂ ਗ੍ਰਿਡ ਚੱਲਦਾ, ਰਿਕਾਰਡ ਚੈੱਕ ਕਰਨ। ਮੈਂ ਜੇ ਵਾਧੂ ਗੱਲ ਕਰਦਾ ਮੈਂ ਮੇਰੇ ਤੇ ਕੇਸ ਦਰਜ ਕਰਨ। ਮੈਂ ਆਪਦੇ ਐਮਐਲਏ ਨੂੰ ਬੇਨਤੀ ਕੀਤੀ, ਉਹ ਆਂਦਾ ਮੈਂ ਬਿਜਲੀ ਮੰਤਰੀ ਨਾਲ ਗੱਲ ਕਰਦਾ। ਮੈਂ ਬਿਜਲੀ ਮੰਤਰੀ ਨੂੰ 3 ਟੈਲੀਫੋਨ ਲਾਏ, ਕਿਸੇ ਨੇ ਟੈਲੀਫੋਨ ਨਹੀਂ ਚੱਕਿਆ। ਮੈਨੂੰ ਦੁੱਖ ਆ। ਅਸੀਂ ਕਹਿੰਦੇ ਹੁੰਦੇ ਸੀ ਇਹ ਜਿਹੜੀ ਸਰਕਾਰ ਆ ਇਹ ਆਮ ਸਰਕਾਰ ਬਣੂਗੀ, ਭਰਾਓ ਵੋਟਾਂ ਪਾ ਦਿਓ। ਪਰ ਅੱਜ ਮੈਂ ਦੁੱਖ ਨਾਲ ਕਹਿੰਦਾ ਭਰਾਓ ਕੋਈ ਆਮ ਨਹੀਂ, ਦਿਮਾਗ ਵਿਗੜ ਗਿਆ। ਸਿੰਧਮਾ ਸਾਹਿਬ ਨਾਲ ਮੀਟਿੰਗ ਜਥੇਬੰਦੀ ਤੌਰ ਤੇ ਕੀਤੀ, ਉਹਨੂੰ ਕਹਿ ਕੇ ਆਂਦੀ ਬਿਜਲੀ ਦਾ ਮਸਲਾ ਹੱਲ ਕਰੋ, ਜਿਵੇਂ ਮਰਜ਼ੀ ਇਹਨੂੰ ਮੁੱਲ ਲਓ, ਕੁਛ ਕਰੋ। ਅੱਜ ਅਸੀਂ 2-3 ਘੰਟੇ ਮੰਗਦੇ ਆ, ਸਾਨੂੰ ਤੁਸੀਂ ਕੱਲ ਨੂੰ 8 ਘੰਟੇ ਕਿਵੇਂ ਦਿਓਗੇ। ਅਸੀਂ ਜਿੰਨੀਆਂ ਗੱਲਾਂ ਉਹਨਾਂ ਨੂੰ ਲਿਖ ਕੇ ਦੇ ਕੇ ਆਏ, 8 ਦਿਨ ਹੋ ਗਏ ਅਸੀਂ ਮੀਟਿੰਗ ਕਰਕੇ ਆਏ ਆ, ਉਹਨੂੰ ਦੱਸ ਕੇ ਆਏ ਆ। ਦੁੱਖ ਆਉਂਦਾ ਆ ਕਿੰਨੇ ਸਾਡੇ ਮੁੰਡੇ ਜੂਸ ਦੇ ਖੜੇ ਆ, ਸਾਨੂੰ ਸ਼ਰਮ ਆਉਂਦੀ ਵੀ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ। ਹੈਰਾਨਗੀ ਵਾਲੀ ਗੱਲ ਆ ਇਹ। ਉਹ ਵੀ ਹੈਰਾਨ ਆ, ਐਮਐਲਏ ਵੀ ਸਾਡੇ ਹੈਰਾਨ ਆ, ਉਹਨਾਂ ਦੇ ਆਖੇ ਵੀ ਕੋਈ ਮੁਲਾਜ਼ਮ ਨਹੀਂ ਲੱਗ ਰਿਹਾ। ਇੱਥੋਂ ਤੱਕ ਆ ਇੱਕ ਵੀ ਬੰਦਾ ਉਦਣ ਦਾ ਮੈਨੂੰ ਕੰਮ ਦੱਸ ਦੇਣ ਵੀ ਸਾਡੇ ਕਹੇ ਤੇ ਇੱਕ ਕੰਮ ਹੋਇਆ। ਬਿਲਕੁਲ ਪੁਲਿਸ ਉਵੇਂ ਪੈਸੇ ਲੈ ਰਹੀ ਆ। ਪਹਿਲੇ 21 ਦਿਨ ਕਚਹਿਰੀਆਂ ਦੇ ਵਿੱਚ ਪੈਸਾ ਕਿਸੇ ਨੇ ਨਹੀਂ ਲਿਆ। ਹੁਣ ਉਹ ਆਨੇ ਬਹਾਨੇ ਨਾਲ, ਮੈਂ ਪਰਸੋਂ ਇੱਕ ਰਜਿਸਟਰੀ ਨਵੇਂ ਜੀਰੇ ਦੀ ਸੀ, ਮੈਂ ਉਹ ਰਜਿਸਟਰੀ ਅੰਦਰੋਂ ਸਰਪੰਚ ਸਾਬਕਾ ਸੀ ਲੈ ਕੇ ਆਇਆ। ਉਹ ਆਂਦਾ ਮੇਰੇ 2 ਬੇਟੇ ਤੇ ਇੱਕ ਭਤੀਜਾ, ਇੱਕ ਮੁੰਡਾ ਵਿੱਚੋਂ ਬਾਹਰ ਆ ਪ੍ਰਧਾਨ ਜੀ। ਮੈਂ ਕਿਹਾ ਭਲਾ ਸਾਰੇ ਬਾਹਰ ਹੋਣ, ਤੇਰੀ ਹਾਜ਼ਰੀ ਲਾ ਕੇ ਰਜਿਸਟਰੀ ਹੋ ਜੂ, ਤੈਨੂੰ ਮੋੜਦਾ ਕੌਣ ਆ। ਉਹ ਆਂਦਾ ਮੈਨੂੰ ਰੀਡਰ ਨੇ ਮੋੜਿਆ,
ਜਿਹੜਾ ਅਸੀਂ ਆਪ ਵਾਲਿਆਂ ਨੇ ਰੀਡਰ ਜੀਰੇ ਲਵਾਇਆ ਛੋਟੇ ਤਹਿਸੀਲਦਾਰ ਦਾ। ਮੈਂ ਜਾ ਕੇ ਉਹਨੂੰ ਕਿਹਾ ਕਾਕਾ ਇਹ ਰਿਸ਼ਵਤ ਨੂੰ ਸੱਦਾ ਦਿੰਨੇ ਆ, ਅੰਕਲ ਜੀ ਤੁਸੀਂ ਆ ਕੇ ਕਰ ਦਿੰਨੇ ਆ। 21 ਦਿਨ ਪਹਿਲਾਂ ਬਿਲਕੁਲ ਬੰਦ ਰਿਹਾ, ਅਸੀਂ ਖਬਰਾਂ 'ਚ ਵੀ ਦਿੰਦੇ ਰਹੇ ਆ, ਅਸੀਂ ਛਾਣ ਨਾਲ ਸਿਰ ਉੱਚਾ ਕਰਦੇ ਸੀ, ਪਰ ਉਹ ਵੀ ਕੰਮ ਚੱਲ ਪਿਆ। ਰੇਤਾ ਦਾ ਕੰਮ ਚੱਲ ਪਿਆ। ਨਸ਼ੇ ਤੇ ਚੀਕ ਚੀਕ ਕੇ ਅਸੀਂ ਰੌਲਾ ਪਾਇਆ, ਕੋਈ ਬੰਦ ਨਹੀਂ। ਨਸ਼ੇ ਵਾਲੇ ਬੰਦੇ ਨੂੰ ਫੜਦੇ ਆ, ਪਰਚਾ ਦਿੰਦੇ ਆ, ਪਰ ਉਹਦੇ ਮਗਰਲੇ ਬੰਦਾ ਕੋਈ ਨਹੀਂ ਬੰਦਾ ਫੜਦਾ। ਮੈਨੂੰ ਇੱਥੋਂ ਤੱਕ ਖਸਤਾ ਜਿਵੇਂ ਹਿੱਸੇਦਾਰੀਆਂ ਦੂਜੀਆਂ ਪਾਰਟੀਆਂ ਨੇ ਰੱਖੀਆਂ ਸੀ, ਹੋ ਸਕਦਾ ਇਹ ਜਿਹੜਾ ਇੰਨਾ ਕੰਮ ਕਿਸੇ ਦਾ ਹੋ ਨਹੀਂ ਰਿਹਾ, ਇਹ ਸ਼ੰਕਾ ਇੰਨਾ ਕੰਮ ਬੰਦ ਯਾਰ, ਜਿਹੜਾ ਕੋਈ ਜਾਇਜ਼ ਕੰਮ ਆ, ਜਾਇਜ਼ ਕੰਮ ਨਹੀਂ ਹੋ ਰਿਹਾ, ਆ ਸਾਡਾ ਜਾਇਜ਼ ਕੰਮ ਆ ਯਾਰੋ। ਅਸੀਂ ਤੱਤੀ ਸੜਕ ਤੇ ਬੈਠੇ ਆ, ਭਲਾ ਹੱਥਨ ਹੋ ਗਿਆ, ਥੱਲਿਓਂ ਸੇਕ ਪੈ ਰਿਹਾ, ਸਾਡਾ ਕੋਈ ਮੰਗ ਪੱਤਰ ਲੈਣ ਨਹੀਂ ਆਇਆ। ਅੱਛਾ, ਤੁਸੀਂ ਵੋਟਾਂ ਲੋਕਲ ਵਿਧਾਇਕ ਜਿਹੜੇ ਇੱਥੋਂ ਦੇ ਨੇ ਨਰੇਸ਼ ਕਟਾਰੀਆ, ਕਿ 3 ਘੰਟੇ ਰੋਡ ਬੰਦ ਹੋਈ ਨੂੰ ਹੋ ਗਿਆ, ਕਿ ਉਹਨਾਂ ਦਾ ਕੋਈ ਫੋਨ ਸਾਰ ਜਾਂ ਆਪ ਇੱਥੇ ਪਹੁੰਚੇ ਕਿ ਨਹੀਂ ਪਹੁੰਚੇ? ਬਿਲਕੁਲ ਨਹੀਂ ਜੀ। CID ਨੇ ਟੈਲੀਫੋਨ ਅਸੀਂ ਕੀਤਾ CID ਨੂੰ, ਉਹਨਾਂ ਪਿਓ ਦੇ ਪੁੱਤਾਂ ਨੇ ਇਹ ਕਿਹਾ ਵੀ ਇੱਥੋਂ ਹੀ ਫੋਟੋ ਪਾ ਦਿਓ, ਮੌਕੇ ਤੇ ਉਹ ਵੀ ਨਹੀਂ ਆਏ। ਅਸੀਂ ਇੱਥੋਂ ਫੋਟੋ ਪਾਤੀ ਉਹਨਾਂ ਨੂੰ, ਅਸੀਂ ਗਲਤੀ ਕੀਤੀ, ਉਹਨਾਂ ਨੂੰ ਫੋਟੋ ਪਾ ਕੇ ਸ਼ਾਇਦ ਇੱਥੇ ਆਉਂਦੇ, ਉਹ ਇਹਨਾਂ ਨੂੰ ਦੱਸਦੇ। ਉਹਨਾਂ ਨੇ ਸਾਨੂੰ ਜ਼ਰੂਰ ਕਿਹਾ ਵੀ ਅਸੀਂ ਉਹਨਾਂ ਦੇ ਬੇਟੇ ਨਾਲ ਵੀ ਗੱਲ ਕਰ ਲਈ ਆ, ਸ਼ੰਕਰ ਕਟਾਰੀਏ ਨਾਲ ਵੀ, ਤੇ ਕਟਾਰੀਆ ਵੀ ਫਿਰੋਜ਼ਪੁਰ ਗਿਆ, ਉਧਰੋਂ ਆ ਰਿਹਾ। 3 ਘੰਟੇ ਬੀਤਦੇ ਜਾਣ ਨਾਲ ਇੱਥੇ ਅਜੇ ਤੱਕ ਕੋਈ ਬੰਦਾ ਨਹੀਂ ਆਇਆ। ਕੋਈ ਪ੍ਰਸ਼ਾਸਨ ਦਾ ਅਧਿਕਾਰੀ ਵੀ ਨਹੀਂ ਆਇਆ, ਕੋਈ ਬਿਜਲੀ ਵਿਭਾਗ ਵੱਲੋਂ ਜਾਂ ਕੋਈ ਤਹਿਸੀਲਦਾਰ ਜਾਂ ਕੋਈ SDM, ਕੋਈ ਵੀ ਨਹੀਂ? ਬਿਲਕੁਲ ਨਹੀਂ, ਬਿਲਕੁਲ ਨਹੀਂ ਜੀ। ਗ੍ਰਿਡ ਵਾਲੇ ਐਕਸ਼ਨ ਨਾਲ ਗੱਲ ਹੋਈ ਆ, ਇੱਥੇ ਅਜੀਤ ਦਾ ਮੁੰਡਾ ਪੱਤਰਕਾਰ ਆ, ਉਹਦੀ ਗੱਲ ਹੋਈ, ਉਹਨੇ ਮੇਰੀ ਵੀ ਕਰਾਈ ਆ। ਉਹਨੇ ਸਾਨੂੰ ਇਹ ਜਵਾਬ ਦਿੱਤਾ ਵੀ ਸਾਡੇ ਕੋਲ ਬਿਜਲੀ ਹੈ ਹੀ ਨਹੀਂ। ਵੇਖੋ ਜਦੋਂ ਸਰਕਾਰਾਂ ਇਹ ਗੱਲ ਕਹਿ ਦੇਣ ਫਿਰ ਤਾਂ ਦਿਵਾਲੀਆ ਹੀ ਨਿਕਲ ਗਿਆ ਜੀ। ਜੇ ਉਹਨੇ ਗੱਲ ਕਹਿਤੀ ਬਿਜਲੀ ਹੈ ਨਹੀਂ ਤਾਂ ਗੱਲ ਕਿਤੇ ਕਿੱਡੀ ਕਾ, ਇੱਕ ਫੀਡਰ ਨੂੰ ਕਹਿਣ ਵੀ ਚਲੋ ਵੀ ਹੁਣੇ ਹੀ ਦਿੰਦੇ ਆ ਤਾਂ ਧਰਨਾ ਚੁੱਕੋ। ਫਿਰ ਜਿਹੜੀ ਫ੍ਰੀ ਵਾਲੀ ਗੱਲ ਕੀਤੀ ਆ ਕਿ ਫ੍ਰੀ ਵੰਡ ਦਿਆਂਗੇ ਬਿਜਲੀ, ਫਿਰ ਇਹਦਾ ਮਤਲਬ ਉਹ ਤਾਂ ਫੇਲ ਹੋ ਜੂ ਸਕੀਮ। ਮੈਂ ਕਹਿੰਦਾ ਜੀ ਤੁਹਾਡੇ ਸਾਹਮਣੇ ਆ ਝੋਨੇ ਦਾ ਸੀਜ਼ਨ ਆ ਲੈਣ ਦਿਓ, ਪ੍ਰੈਕਟੀਕਲ ਹੋ ਗਿਆ। ਕਿਉਂ ਸਾਡੀਆਂ ਮੀਟਿੰਗਾਂ ਵੀ ਇਹਨਾਂ ਨਾਲ ਉੱਚ ਅਧਿਕਾਰੀਆਂ ਨਾਲ ਹੁੰਦੀਆਂ, ਉਹਨਾਂ ਨੂੰ ਪਤਾ ਲੈ ਵੀ ਇਹ ਸਾਫ਼ ਸੁਥਰੇ ਬੰਦੇ ਆ। ਅਸੀਂ ਮੀਟਿੰਗਾਂ ਸਾਨੂੰ ਜਥੇਬੰਦੀ ਤੌਰ ਤੇ ਕਰਨੀਆਂ ਪੈਂਦੀਆਂ। ਉਹਨਾਂ ਦਾ ਮੈਂ ਨਾਂ ਨਹੀਂ ਲੈ ਰਿਹਾ, ਉਹਨਾਂ ਨੇ ਇਹ ਗੱਲ ਕਹਿਤੀ ਵੀ ਇੰਨੀ ਕੁ ਪਾਲਿਸੀ ਮਾੜੀ, ਮਤਲਬ ਤੁਹਾਡੀ ਝੋਨੇ ਦੇ ਵਿੱਚ ਇੰਨਾ ਕੁ ਮਤਲਬ ਮਾੜਾ ਹਾਲ ਹੋ ਜੂ ਨਾ। ਤੁਸੀਂ ਆਪ ਵੇਖਿਆ ਜੇ, ਅਸੀਂ ਤਾਂ ਇਹ ਵੀ ਕਿਸਾਨਾਂ ਨੂੰ ਕਹਿੰਦੇ ਭਰਾਓ 26 ਝੋਨੇ ਦਾ ਬੀ ਲੈ ਕੇ ਰੱਖੋ, ਗੇਤੀ ਪਚੇਤੀ ਜਿਹੜੀ ਆ ਪਨੀਰੀ ਬੀਜਿਆ ਜੇ, ਤੇ ਇੱਕ ਬਾਸਪਤੀ। ਸਾਨੂੰ ਤਾਂ ਇਹ ਵੀ ਸ਼ੰਕਾ ਸਾਡੀ ਫਸਲ ਮਰ ਸਕਦੀ ਹੈ। ਜੇ ਅੱਜ 2 ਘੰਟੇ ਸਾਨੂੰ ਬਿਜਲੀ ਨਹੀਂ ਬਾਈ ਜੀ ਮਿਲਦੀ, ਸਾਨੂੰ 6 ਘੰਟੇ ਬਿਜਲੀ 8 ਘੰਟੇ ਕਿੰਨੇ ਦੇਣੀ ਹੈ? 8 ਦੀ ਬਜਾਏ ਚਲੋ 6 ਆਉਂਦੀ ਆ। ਸਾਡੇ ਐਕਸ਼ਨ ਸਾਹਿਬ ਵੀ ਆ ਗਏ, ਬਹੁਤ ਮਿਹਨਤੀ ਆ, ਪਰ ਉਹਨਾਂ ਦੇ ਵੀ ਕਹਿਣ ਦੇ ਬਾਵਜੂਦ ਕਿਸੇ ਨੇ ਸਵੇਰ ਦਾ ਸਾਡੀ 10 ਵਾਰੀ ਗੱਲ ਹੋਈ ਆ। ਮਥਾੜੂ ਸਾਹਿਬ ਆ ਗਏ ਆਵੇ, ਸਾਡੇ 10 ਵਾਰੀ ਗੱਲ ਹੋਈ ਆ ਸਾਡੀ, ਉਹਨਾਂ ਨੇ ਵੀ ਹੱਥ ਖੜੇ ਕੀਤੇ ਵੀ ਸਾਡੇ ਵੱਸ ਦੀ ਗੱਲ ਨਹੀਂ। ਇਹ ਸਾਡਾ ਅਖੀਰਲੀ ਹਥਿਆਰ ਜਿਹੜਾ ਅਸੀਂ ਵਰਤਿਆ, ਸਾਡੇ ਕੋਲ ਇਹ ਤੋਂ ਵੱਧ ਹੋਰ ਹਥਿਆਰ ਨਹੀਂ। ਸਾਨੂੰ ਪ੍ਰਸ਼ਾਸਨ ਮਾਰ ਦੇਵੇ, ਸਾਨੂੰ ਅੰਦਰ ਕਰ ਦੇਵੇ, ਐਦੋਂ ਸਾਨੂੰ ਅੰਦਰ ਕਰਨਗੇ। ਸਾਨੂੰ ਕੋਈ ਇਹ ਤਾਂ ਨਾ ਕੋਈ ਪ੍ਰਧਾਨ ਜੀ ਆਓ ਸਾਡੀ ਸਮੱਸਿਆ ਸੁਣੋ। ਕੋਈ ਹਾਲਾਤ ਐਡੇ ਮਾੜੇ ਬਾਈ ਜੀ, ਮੈਂ ਤਾਂ ਸਮਝਦਾ ਜਾਂ ਤਾਂ ਇਹ ਸਰਕਾਰ ਦੇ ਵਿੱਚ ਨਹੀਂ ਸੀ ਲੋਕ, ਜਾਂ ਇਹਨਾਂ ਦਾ ਤਜਰਬਾ ਫੇਲ ਆ। ਅੱਛਾ ਬਿਜਲੀ ਮੰਤਰੀ ਆ, ਕੰਮ ਸੋ ਕੰਮ ਤੈਨੂੰ ਨਹੀਂ ਪਤਾ ਲੈ ਵੀ ਲੋਕ ਰੌਲਾ ਪਾਈ ਜਾਂਦੇ ਆ। ਤੂੰ ਕੋਈ 2 ਘੰਟੇ ਲਵਾ ਦੇ, ਸ਼ਹਿਰੀ ਫੀਡਰ ਨੂੰ ਕੱਟ ਲਵਾ ਦੇ। 2 ਘੰਟੇ ਦੇ ਅਸੀਂ ਬਿਜਲੀ ਮੰਗਦੇ, 3 ਮੰਗਦੇ, ਤੁਸੀਂ 2 ਦੇ ਦਿਓ। ਕੁੱਲ ਮਿਲਾ ਕੇ ਮੰਨੀਏ ਕਿਸਾਨ ਵਾਕਿਆ ਹੀ ਫੁੱਲ ਬਟਾ ਫੁੱਲ, ਉਹਨਾਂ ਨੂੰ ਜ਼ਮੀਨਾਂ 'ਚ ਬਹਿਣਾ ਚਾਹੀਦਾ ਸੀ, ਪਰ ਉਹ ਸੜਕਾਂ ਤੇ ਬਹਿਣ ਲਈ ਮਜਬੂਰ ਹੋਏ ਪਏ ਆ। ਮੈਂ ਕਹਿੰਦਾ ਜੀ ਮੈਸੇਜ ਆ ਜਾਂਦਾ ਵੀ 12 ਵਜੇ ਬਿਜਲੀ ਆਊ, 12 ਵਜੇ ਜਦੋਂ ਕਿਸਾਨ ਚਲਾਉਣ ਜਾਂਦਾ ਨਾਲ ਮੈਸੇਜ ਆ ਜਾਂਦਾ ਅਗਲੇ ਹੁਕਮਾਂ ਤੱਕ ਪਟਿਆਲਿਓਂ ਬੰਦ। ਫਿਰ 9 ਦਾ ਆਉਂਦਾ, ਰਾਤ ਦਾ 10 ਦਾ, 10 ਵਜੇ ਫਿਰ ਕਿਸਾਨ ਜਾਂਦਾ, ਫਿਰ ਅਕਮੇ ਹੁਕਮ, 5 ਦਿਨ ਅਗਲੇ ਹੁਕਮ ਨਹੀਂ ਇਹਨਾਂ ਦੇ ਸੂਤ ਆਏ। ਮੈਂ ਤੁਹਾਡੇ ਕੋਲ ਦੁਬਾਰਾ ਆਉਣਾ, ਐਕਸੀਅਨ ਇੱਥੇ ਪਹੁੰਚੇ ਨੇ। ਸਰ ਕੀ ਲੱਗਦਾ 3 ਘੰਟੇ ਹੋ ਗਏ ਆ, ਰੋਡ ਬੰਦ ਕੀਤੀ ਆ, ਕੋਈ ਮਸਲਾ ਹੱਲ ਹੋਏਗਾ ਜਾਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਰੋਡਾਂ ਦੇ ਉੱਪਰ ਹੀ ਬੈਠਣਾ ਪਏਗਾ? ਦੇਖੋ ਜੀ ਜਿਹੜੀ ਮੰਗ ਹੈਗੀ, ਅਸੀਂ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਲੋਕਲ ਤਾਂ ਅਸੀਂ ਉਸੇ ਵੇਲੇ ਹੱਲ ਕਰ ਦਿੰਨੇ ਆ। ਤੇ ਬਾਈ ਦਰਸ਼ਨ ਸਿੰਘ ਹੁਣਾਂ ਨੂੰ ਪਤਾ ਹੀ ਹੈ ਵੀ ਜਦੋਂ ਵੀ ਲੋਕਲ ਕੋਈ ਇਹਨਾਂ ਦੀ ਪ੍ਰੋਬਲਮ ਆਉਂਦੀ ਹੈ, ਲੋਕਲ ਸਥਾਨਕ ਜਿਹੜੀ ਸਾਡੇ ਅਧਿਕਾਰ ਖੇਤਰ 'ਚ ਆਉਂਦੀ ਹੈ, ਉਹ ਅਸੀਂ ਉਸੇ ਵੇਲੇ ਹੱਲ ਕਰਦੇ ਹਾਂ। ਬਾਕੀ ਜਿਹੜੀ ਇਹ ਥਰਮਲ ਪਲਾਂਟ ਦੇ ਵਿੱਚ ਪ੍ਰੋਬਲਮ ਆਈ ਹੈ, ਤਲਵੰਡੀ ਸਾਬੋ ਦੀ ਜਿਹੜੀ ਕਪੈਸਿਟੀ ਹੈਗੀ ਆ ਉਹ ਨਾ 1980 ਮੈਗਾਵਾਟ ਹੈ, ਜਿਹਦੇ 'ਚੋਂ ਨਾ ਮਤਲਬ 3 ਯੂਨਿਟਾਂ 'ਚੋਂ ਸਿਰਫ ਮਤਲਬ 2 ਯੂਨਿਟ ਜਿਹੜੇ ਹੈਗੇ ਉਹ ਬੰਦ ਹੈਗੇ, ਇੱਕ ਹੀ ਚੱਲ ਰਿਹਾ। ਠੀਕ ਹੈ ਨਾ ਜੀ, ਜਿਹਦੇ ਕਰਕੇ ਪ੍ਰੋਬਲਮ ਹੈ। ਇੱਕ ਗੋਬਿੰਦਵਾਲ ਸਾਹਿਬ ਆ, ਉਹਦੀ 540 ਹੈ, ਉਹਦੇ 'ਚੋਂ ਇੱਕ ਹੀ ਚੱਲ ਰਿਹਾ, ਉਹਦੇ ਕਰਕੇ ਮਤਲਬ ਕੱਟ ਲੱਗ ਰਹੇ ਆ। ਤੇ ਇਹ ਫਿਰ ਜਿਹੜੀ ਕੱਟ ਹੈਗੀ ਹੈ, ਇਹਦੇ ਬਾਰੇ ਮੰਗਾਂ ਜਿਹੜੀਆਂ ਅਸੀਂ ਇਹਨਾਂ ਦੀਆਂ ਮੈਂ ਫੋਨ ਤੇ ਤਾਂ ਉੱਤੇ ਪਹੁੰਚਾਈਆਂ,
ਮਤਲਬ ਸਿਵਲ ਪ੍ਰਸ਼ਾਸਨ ਨੂੰ ਵੀ ਪਤਾ, ਪ੍ਰੈਸ 'ਚ ਵੀ ਆਪਾਂ ਪੜ੍ਹ ਰਹੇ ਹਾਂ, ਤੇ ਬਾਕੀ ਮੈਂ ਆਪਣੇ ਸੀਨੀਅਰ ਅਫੀਸਰਜ਼ ਨੂੰ ਵੀ ਦੱਸਿਆ ਵੀ ਕੋਈ ਆਪਾਂ ਹੱਲ ਕੱਢੀਏ ਇਹਨਾਂ ਦਾ, ਵੀ ਉੱਪਰ ਪਹੁੰਚਾਈਏ, ਕਿਉਂਕਿ ਲੋਕਲ ਲੈਵਲ ਤੇ ਤਾਂ ਸਾਡੇ ਕੋਲੇ ਕੋਈ ਏਡੀ ਪਾਵਰ ਨਹੀਂ ਹੁੰਦੀ ਜਿਹਦੇ 'ਚ ਅਸੀਂ ਇਹਨੂੰ ਲੋਕਲ ਹੱਲ ਕਰ ਸਕੀਏ। ਬਾਕੀ ਇਹ ਇਹਨਾਂ ਦਾ ਉੱਪਰਲੇ ਅਫਸਰਾਂ ਨਾਲ ਗੱਲ ਹੋਈ ਹੈ ਕਿ ਵੀ ਸ਼ਾਇਦ ਨਾ ਉਹ ਸ਼ਹਿਰਾਂ ਨੂੰ ਕੱਟ ਲਾ ਕੇ, ਕੱਲ ਸਾਨੂੰ ਮੈਸੇਜ ਲੱਗਾ ਸੀਗਾ ਵੀ ਇਹ 1-2 ਦਿਨਾਂ ਦੇ ਵਿੱਚ ਮਸਲਾ ਹੱਲ ਹੋਊਗਾ, ਕੱਲ ਮੈਸੇਜ ਲੱਗਾ ਹੀ WhatsApp ਦੇ ਉੱਤੇ। ਹੁਣ ਮੈਂ ਐਸੀ ਸਾਹਿਬ ਨਾਲ ਹੁਣੇ ਗੱਲ ਕਰਕੇ ਹਟਿਆ, ਉਹ ਕਹਿੰਦੇ ਆ ਵੀ ਸ਼ਹਿਰਾਂ ਨੂੰ ਕੁਝ ਕੱਟ ਲਾ ਕੇ ਨਾ ਵੀ ਇਹਨਾਂ ਨੂੰ ਰਿਲੀਫ ਦਿੱਤੀ ਜਾਊਗੀ। ਅੱਛਾ, ਮੈਂ ਇੱਕ ਸਵਾਲ ਇਹਦੇ 'ਚ ਹੋਰ ਬੰਦਾ ਵੀ ਇਹ ਚੀਜ਼ ਤੁਹਾਡੀ ਠੀਕ ਆ ਵੀ ਪ੍ਰੋਬਲਮ ਇਹ ਆ, ਪਰ ਇਹਨਾਂ ਲੋਕਾਂ ਨੂੰ ਕਿਵੇਂ ਸਮਝਾਓਗੇ ਤੁਸੀਂ ਇਸ ਪ੍ਰੋਬਲਮ ਬਾਰੇ ਵੀ ਤੁਸੀਂ ਇਹ ਧਰਨਾ ਚੱਕੋ, ਕਿਉਂਕਿ ਇਹਨਾਂ ਦੇ ਚੱਕਰ 'ਚ ਦੂਸਰੇ ਲੋਕ ਵੀ ਪਰੇਸ਼ਾਨ ਹੋ ਰਹੇ ਆ। ਇਹਨਾਂ ਦੇ ਵੀ ਤਾਂ ਦਿਮਾਗ 'ਚ ਇਹ ਚੀਜ਼ ਫਿੱਟ ਕਰਨੀ ਪਊ ਨਾ ਵੀ ਇੱਥੋਂ ਉੱਠਣ, ਪਰ ਉਹ ਕਹਿੰਦੇ ਵੀ ਅਸੀਂ ਉੱਠੀਏ ਕਿਉਂ, ਕਿਉਂਕਿ ਸਾਡੇ ਤਾਂ ਖੇਤਾਂ 'ਚ ਪਾਣੀ ਨਹੀਂ ਆਉਂਦਾ। ਫਿਰ ਇਹ ਮੁਸ਼ਕਲ ਕੌਣ ਸੁਣੇਗਾ, ਕੌਣ ਰੋਡ ਤੋਂ ਧਰਨੇ ਨੂੰ ਚੁੱਕੇਗਾ? ਮੁਸ਼ਕਲ ਨੂੰ ਸੁਣਨ ਵਾਸਤੇ ਮੈਂ ਹਾਜ਼ਰ ਹਾਂ, 24 ਘੰਟੇ ਹਾਜ਼ਰ ਹਾਂ। ਪੁੱਛੋ ਇਹਨਾਂ ਨੂੰ ਵੀ ਜਦੋਂ ਵੀ ਮੈਨੂੰ ਇਹ ਫੋਨ ਕਰਦੇ ਆ, ਬਾਈ ਜੀ ਸਾਹਮਣੇ ਬੈਠੇ ਆ, ਵੀ ਕੀ ਮੈਂ ਬਾਈ ਜੀ ਸੁਣਦਾ ਫੋਨ ਜਾਂ ਨਹੀਂ ਸੁਣਦਾ। ਚਲੋ ਮੈਂ ਤੁਹਾਡੀ ਗੱਲ ਉੱਤੇ ਪਹੁੰਚਾਈ ਹੈ ਔਰ ਮੈਨੂੰ ਰਿਸਪੌਂਸ ਵੀ ਮਿਲਿਆ ਥੋੜਾ ਬਹੁਤ, ਪਰ ਉਹਨਾਂ ਨੇ ਇਹ ਵਿਸ਼ਵਾਸ ਕਹਿੰਦੇ ਆ ਵੀ ਇਹ ਕੱਲ ਤੱਕ ਰਿਲੀਫ ਮਿਲਣ ਦੀ ਸੰਭਾਵਨਾ ਪੂਰੀ ਹੈਗੀ ਆਪਾਂ ਨੂੰ। ਦੇਖੋ ਗੱਲ ਇਹ ਤਾਂ ਹੈ ਕਿ ਵੀ ਹਾਂਜੀ ਮਰਖਾਈ ਪੁਰਾਣਾ 5 ਦਿਨ ਹੋ ਗਏ ਐਕਸ਼ਨ ਸਾਹਿਬ ਨਹੀਂ ਚੱਲਿਆ, ਉਹਨੂੰ ਚਲਾਓ। ਹਾਂ, ਇੱਕ ਭਾਗੋ ਕੇ ਦੋਲੀਪੁਰ ਨੂੰ ਹੋ ਗਏ 5 ਦਿਨ ਨਹੀਂ ਚੱਲਿਆ, ਦੋਵੇਂ ਫੀਡਰ ਚਲਾ ਦਿਓ, ਅਸੀਂ ਉੱਠ ਪੈਨੇ ਆ। ਸਾਡਾ ਦਿਮਾਗ ਖਰਾਬ ਹੈ ਜੀ ਇੱਥੇ ਬਹਿਣ ਦਾ। ਅਸੀਂ ਤਾਂ ਵੇਖੋ, ਤੁਹਾਨੂੰ ਪਤਾ ਹੈ ਨਾ ਆਪਾਂ ਕਿਵੇਂ ਤਾਲਮੇਲ ਕਰਦੇ ਆ ਜੀ। ਸਾਡੇ ਐਕਸ਼ਨ ਸਾਹਿਬ ਏਡੇ ਵਧੀਆ ਨਾ ਜੀ, ਮੂੰਹ ਤੇ ਸਿਫਤ ਮਾੜੀ ਹੁੰਦੀ, ਪਰ ਹੁਣ ਬਿਜਲੀ ਮੁੱਲ ਇਹਨਾਂ ਨੇ ਤਾਂ ਨਹੀਂ ਲੈਣੀ ਗੀ, ਸਾਨੂੰ ਪਤਾ ਇਹ ਬਿਜਲੀ ਦਾ ਮੁੱਲ ਸਰਕਾਰ ਨੇ ਲੈਣੀ ਆ। ਸਾਡੀ ਤਾਂ ਸਮੱਸਿਆ ਇਹ ਆ ਵੀ ਜਿਹੜੇ 5 ਦਿਨ ਹੋ ਗਏ ਆ, ਜਿਹੜੇ ਇੱਥੇ ਗਰੀਬ ਪਰਿਵਾਰ ਆ ਜਿਹਨਾਂ 30-30 ਹਜ਼ਾਰ ਤੇ ਠੇਕੇ ਤੇ ਪੈਲੀਆਂ ਲੈਂਦਾ, ਆ ਨੰਬਰਦਾਰ ਬੈਠਾ। ਫਿਰ ਮੈਨੂੰ ਚੀਫ ਸਾਹਿਬ ਨੇ ਕਿਹਾ ਫੋਟੋ ਪਾ ਸਕਦੇ ਤੁਸੀਂ, ਉਹਨਾਂ ਦੇ ਮਥਾੜੂ ਸਾਹਿਬ ਫੋਟੋ ਪਾਈ ਸਬਜ਼ੀਆਂ ਦੀ, ਵੇਖ ਕੇ ਕਹਿੰਦਾ ਯਾਰ ਬੜੀ ਦੁੱਖ ਦੀ ਗੱਲ ਆ। ਮੈਂ ਕਿਹਾ ਤਾਂ ਪਾਓ ਤੁਸੀਂ। ਮੈਂ 2 ਵਜੇ ਅੱਜ ਉਹਨਾਂ ਨੂੰ ਫੋਟੋ ਪਾਈ ਹੈ ਜੀ ਸਬਜ਼ੀਆਂ ਦੀ। ਅਸੀਂ ਤਾਂ 3 ਘੰਟੇ ਅਸੀਂ ਕਹਾ ਸਾਨੂੰ ਚਲਾ ਦਿਓ। ਹੁਣ ਜਿਹੜੀ ਮੇਨ ਗੱਲ ਆ, ਇੱਕ ਮਿੰਟ ਹੁਣ ਇਹ ਤੁਹਾਡੇ ਕੋਲੇ ਆਏ ਨੇ, ਹਾਲਾਂਕਿ ਉਹਨਾਂ ਨੇ ਕਿਹਾ ਮੈਂ ਫੋਨ ਤੇ ਜਾਣਕਾਰੀ ਉੱਤੇ ਪਹੁੰਚਾਤੀ ਆ। ਹੁਣ ਸਰ ਤੁਸੀਂ ਇੱਥੇ ਧਰਨੇ ਨੂੰ ਚੁਕਵਾਉਣ ਦੇ ਲਈ ਆਏ ਹੋ ਜਾਂ ਇਹਨਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਫਿੱਟ ਕਰਨ ਦੇ ਲਈ ਆਏ ਹੋ ਕਿ ਤੁਸੀਂ ਉੱਠਣਾ ਹੀ ਪੈਣਾ ਕੱਲ ਤੱਕ? ਮੈਨੂੰ ਜਿਹੜਾ ਨਾ ਸਾਡੇ ਅਫੀਸਰ ਨਾਲ ਮੈਂ ਗੱਲ ਕੀਤੀ, ਉਹਨਾਂ ਵੱਲੋਂ ਭੇਜਿਆ ਗਿਆ ਔਰ ਸਿਵਲ ਪ੍ਰਸ਼ਾਸਨ ਨੇ ਵੀ ਮੈਨੂੰ ਕਿਹਾ ਵੀ ਗੱਲ ਕਿਸਾਨਾਂ ਦੀ ਸੁਣੋ। ਹੁਣ ਜੋ ਵੀ ਆਪਦਾ ਕੋਈ ਮੰਗ ਪੱਤਰ ਦੇਣਗੇ ਮੈਂ ਤੁਰੰਤ ਇੱਥੋਂ ਭੇਜ ਦਿੰਦਾ, ਇਹਨਾਂ ਦੀ ਸਿਫਾਰਿਸ਼ ਜ਼ੋਰਦਾਰ ਤਰੀਕੇ ਨਾਲ ਕਰ ਦਿੰਦਾ, ਠੀਕ ਹੈ ਨਾ ਜੀ। ਬਾਕੀ ਮੈਂ ਤੁਹਾਡੇ ਸਾਹਮਣੇ ਗੱਲ ਵੀ ਕਰ ਲੈਣਾ ਫੋਨ ਤੇ ਉਹਨਾਂ ਨਾਲ, ਠੀਕ ਹੈ ਨਾ ਜੀ। ਬਾਕੀ ਉਹ ਜਿਵੇਂ ਮਰਜ਼ੀ ਕਰਨ, ਰਿਲੀਫ ਤਾਂ ਦੇਣੀ ਪੈਣੀ ਆ, ਦੇਣੀ ਪਊਗੀ ਨਾ, ਕਿਉਂਕਿ ਮੰਗ ਜੈਨੂਅਨ ਆ, ਮੰਗ ਵੀ ਇਹਨਾਂ ਦੀ ਕਿਸਾਨਾਂ ਦੀ ਜੈਨੂਅਨ ਆ। ਅਸੀਂ ਉਹ ਜ਼ੋਰਦਾਰ ਤਰੀਕੇ ਨਾਲ ਪਹੁੰਚਾ ਰਹੇ ਆ, ਮੇਰੇ ਹਿਸਾਬ ਨਾਲ ਸੋਲੂਸ਼ਨ ਹੋਏਗਾ, ਠੀਕ ਹੈ ਨਾ। ਮੈਂ ਗੱਲ ਵੀ ਕਰ ਲੈਣਾ। ਹੁਣ ਗੱਲ ਰਹਿ ਗਈ ਧਰਨਾ ਚੱਕਣ ਦੀ। ਧਰਨਾ ਕਿਸ ਤਰੀਕੇ ਨਾਲ ਚੱਕਿਆ ਜਾਏਗਾ? ਜੇ ਹੁਣੇ ਲਾਈਟ ਛੱਡੇ ਜਾਣਗੇ ਦੋਵੇਂ ਫੀਡਰ ਜਿਹੜੇ ਕਿਸਾਨਾਂ ਨੇ ਦੱਸੇ ਆ, ਜਿਹੜੇ 5 ਦਿਨ ਹੋ ਗਏ ਜਿਹੜੇ ਚੱਲੇ ਹੀ ਨਹੀਂ। ਚਲੋ ਦੂਜਿਆਂ ਦਾ ਸਾਨੂੰ ਸਬਜ਼ੀਆਂ ਵਾਲਿਆਂ ਦਾ ਡੂਢ ਘੰਟਾ ਮਿਲ ਗਈ, ਅੱਜ 1.5 ਘੰਟੇ ਨਾਲ ਬਣਦਾ ਤਾਂ ਚੱਲ ਨਹੀਂ ਕੁਛ, ਪਰ ਅਸੀਂ ਫਿਰ ਵੀ ਉਹ 'ਚ ਤਸੱਲੀਆਂ ਕੋਈ ਨਹੀਂ, ਜੇ ਅੱਜ ਨਹੀਂ ਆਇਆ ਕੱਲ ਨੂੰ ਆਜੂ, ਕੋਈ ਨੁਕਸਾਨ ਹੋ ਜੂ ਸਾਡਾ। ਜਿਹੜੇ 5 ਦਿਨ ਹੋ ਗਏ ਚੱਲੇ ਹੀ ਨਹੀਂ, ਜੇ ਉਹ 2 ਫੀਡਰ ਨਹੀਂ ਚੱਲਦੇ ਇਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਜੀ। ਹੁਣੇ ਹੀ ਉਤੋਂ ਆਰਡਰ ਆਏ ਨਾ ਉਸੇ ਵੇਲੇ ਹੀ, ਤੇ ਉਹ 3-3 ਘੰਟੇ ਉਹਨਾਂ ਨੂੰ 4-4 ਬਿਜਲੀ ਦੇ ਦੇਣ, ਅਸੀਂ ਚੁੱਕ ਲੈਨੇ ਆ ਜੀ, ਮਿਸਟਰੀ ਨੂੰ ਕੱਟ ਲਾ ਦੇਣ ਜੀ। ਹਾਂ, ਅਸੀਂ ਉਹਨਾਂ ਚਿਰ ਨਹੀਂ ਚੁੱਕਾਂਗੇ ਜੀ। ਇੱਥੇ ਤਹਿਸੀਲਦਾਰ ਵੀ ਪਹੁੰਚੇ ਆ, ਹਾਲਾਂਕਿ ਧਰਨਾ 3 ਘੰਟੇ ਤੋਂ ਲਗਾਤਾਰ ਚੱਲਿਆ ਹੈ, ਪਰ 3 ਘੰਟੇ ਬਾਅਦ ਜਦੋਂ ਇੱਥੇ ਅਸੀਂ ਵੀ ਪਹੁੰਚੇ ਆ ਤਾਂ ਉਸ ਸਮੇਂ ਜਿਹੜਾ ਪ੍ਰਸ਼ਾਸਨ ਇੱਥੇ ਪਹੁੰਚਿਆ, ਤਹਿਸੀਲਦਾਰ ਵੀ ਪਹੁੰਚੇ ਨੇ, ਗੱਲ ਉਹਨਾਂ ਨਾਲ ਵੀ ਕਰਾਂਗੇ ਕਿ ਆਖਿਰਕਾਰ 3 ਘੰਟੇ ਜਨਾਬ 3 ਘੰਟੇ ਹੋ ਗਿਆ ਰੋਡ ਬੰਦ ਕੀਤੀ ਨੂੰ, 3 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨ ਹੁਣ ਪਹੁੰਚ ਰਿਹਾ ਧਰਨੇ ਬਾਰੇ ਗੱਲਬਾਤ ਕਰਨ ਦੇ ਲਈ ਜਾਂ ਚੁਕਵਾਉਣ ਦੇ ਲਈ। ਇਹਦਾ ਕੀ ਕਾਰਨ ਹੈਗਾ ਜੀ? ਨਹੀਂ, ਮੈਨੂੰ ਜਦੋਂ ਜਿਵੇਂ ਹੀ ਪਤਾ ਲੱਗਿਆ ਮੈਂ ਨਾਲ ਦੀ ਨਾਲ ਹੀ ਇੱਥੇ ਪਹੁੰਚ ਗਿਆ ਹੈਗਾ। ਮੈਂ ਪ੍ਰੋਪਰ ਦਫ਼ਤਰ ਬੈਠਾ ਸੀਗਾ ਤੇ ਜਦੋਂ ਹੀ ਨੌਲੇਜ 'ਚ ਆਇਆ ਮੈਂ ਤੁਰੰਤ ਆ ਗਿਆ ਇੱਥੇ। ਬਿਜਲੀ ਬੋਰਡ ਦੇ ਮੁਲਾਜ਼ਮਾਂ ਨਾਲ ਵੀ ਸਾਡੀ ਗੱਲ ਹੋਈ ਹੈਗੀ ਹੈ, ਇਹ ਵੀ ਨਾ ਧਰਨੇ ਨੂੰ ਚੁਕਵਾਉਣ ਦੇ ਲਈ ਕੁਝ ਕਰ ਰਹੇ ਹੋ? ਧਰਨਾ ਚੁਕਵਾਇਆ ਜਾਏਗਾ? ਆਮ ਲੋਕ ਬਹੁਤ ਖੱਜਲ ਹੋ ਰਿਹਾ, ਲੋਕਾਂ ਦੇ ਰੂਟ ਡਾਈਵਰਟ ਕਰਕੇ ਉਹਨਾਂ ਨੂੰ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ। ਹਾਂਜੀ, ਧਰਨਾ ਚੱਕਣ ਸੰਬੰਧੀ ਐਕਸ਼ਨ ਸਾਹਿਬ ਕਰ ਰਹੇ ਨੇ ਆਪਦੇ ਮਹਿਕਮੇ ਨਾਲ ਗੱਲਬਾਤ, ਜਿਵੇਂ ਵੀ ਲਾਈਟ ਦਾ ਇਹ ਦੱਸਣਗੇ ਤੇ ਉਹਦੇ ਮੁਤਾਬਕ ਕਿਸਾਨਾਂ ਨੂੰ ਦੱਸ
ਕਰੋ ਜੀ ਗੱਲ ਧਰਨੇ ਨੂੰ ਚੱਕਣ ਦੇ ਲਈ। ਲਾਈਵ ਹੀ ਅਸੀਂ ਜੁੜੇ ਹੋਏ ਆ ਸਾਡੇ ਨਾਲ ਲੋਕ। ਲਾਈਵ ਦੇ ਵਿੱਚ ਹੀ ਅਸੀਂ ਚਾਹੁੰਦੇ ਆ ਕਿ ਧਰਨਾ ਜਿਹੜਾ ਚੱਕਿਆ ਜੇ, ਜਿਹੜੇ ਆਮ ਲੋਕ ਖਰਾਬ ਹੋ ਰਹੇ ਉਹ ਖਰਾਬ ਨਾ ਹੋਣ, ਉਹਦੇ ਬਾਰੇ ਜ਼ਰੂਰ ਕਰੋ। ਤੁਸੀਂ ਵੀ ਇਸ ਚੀਜ਼ ਬਾਰੇ ਕਰੋ, ਇਹਨਾਂ ਨਾਲ ਗੱਲਬਾਤ ਕਰਕੇ ਤੇ ਜਿਹੜੇ ਲੋਕ ਖਰਾਬ ਹੋਏ ਨਾ ਉਹਨਾਂ ਤੋਂ ਤਾਂ ਅਸੀਂ ਮੰਗਦੇ ਮਾਫੀ, ਪਰ ਸਾਨੂੰ ਦੁੱਖ ਆ ਅਸੀਂ ਧਰਨਾ ਲਾਉਣ ਤੋਂ ਪਹਿਲਾਂ ਕੱਲੇ ਬਿਜਲੀ ਬੋਰਡ ਦੇ ਅਫੀਸਰ ਨਾਲ ਗੱਲ ਕੀਤੀ, ਚੀਫ ਤਾਈਂ ਵੀ ਮਜਬੂਰ ਨਾ ਲਾਉਣ ਤੋਂ ਪਹਿਲਾਂ ਜਦੋਂ ਅਸੀਂ ਬੰਦ ਕਰਨ ਲੱਗੇ ਉਦੋਂ ਵੀ ਸਾਡੀ ਕਿਸੇ ਅੱਜ ਯਾਰ ਨਿੱਕੀ ਜੀ ਗੱਲ, ਇਹ ਕੋਈ ਗੱਲ ਆ? 3 ਘੰਟੇ ਬਿਜਲੀ ਅਸੀਂ ਆਪਦਾ ਹੱਕ ਲੈਣਾ। ਬਿਜਲੀ ਜਾਂਦਾ ਪਿੱਛੇ ਹੋਵੇ ਨਾ, ਗ੍ਰਿਡਾਂ ਦੋਵੇਂ 'ਚ ਬਿਜਲੀ ਹੈਗੀ ਆ। ਹੁਣੇ ਯਾਰ ਜੇ ਇਹਨਾਂ ਦਾ ਰੱਦਾ ਬਣ ਜੇ, ਦੋਵੇਂ ਫੀਡਰ ਛਡਾ ਦੇਣ, ਗੱਲ ਕਿਤੇ ਕਿੱਡੀ ਕਾ। ਅੱਛਾ 5 ਦਿਨ ਫਿਰ ਉਹ ਹੋ ਗਏ ਚੱਲੇ ਨਹੀਂ, ਜਾਂ ਉਹਨਾਂ 'ਚ ਫਾਲਟ ਹੋਵੇ ਅਸੀਂ ਤਾਂ ਵੀ ਮੰਨ ਜੀਏ। ਕੋਈ ਫਾਲਟ ਨਹੀਂ ਲੈਣਾ, ਸਾਰੀਆਂ ਕਲੀਅਰ ਅਸੀਂ ਹੁਣ 3 ਘੰਟੇ ਬਾਅਦ ਪ੍ਰਸ਼ਾਸਨ ਆਇਆ ਹੈ, ਉਹਨਾਂ ਨੂੰ ਸਵਾਲ ਬਣਦਾ ਤੁਹਾਡੇ ਵੱਲੋਂ ਕਿ ਪ੍ਰਸ਼ਾਸਨ ਕਹਿੰਦਾ ਸਾਨੂੰ ਹੁਣੇ ਜਾਣਕਾਰੀ ਮਿਲੀ, ਅਸੀਂ ਹੁਣੇ ਪਹੁੰਚ ਗਏ। ਬਿਲਕੁਲ ਜੀ, ਮੈਂ ਤਾਂ ਇਹ ਕਹੂੰਗਾ, ਤਹਿਸੀਲਦਾਰ ਸਾਹਿਬ ਸਾਹਮਣੇ ਖੜੇ ਨੇ। ਜ਼ਿੰਦਗੀ 'ਚ ਤਹਿਸੀਲਦਾਰ ਸਾਹਿਬ ਪਹਿਲੀ ਵਾਰ ਇਹ ਹੋਇਆ। ਤੁਹਾਨੂੰ ਪਤਾ ਸੀ ਕਿਸਾਨਾਂ ਦੇ ਲੀਡਰ ਆ, 15 ਮਿੰਟੀ 20 ਮਿੰਟੀ ਜਦੋਂ ਵੀ ਧਰਨਾ ਕਿਸੇ ਸਮੱਸਿਆ ਤੇ ਲੱਗਦਾ ਸੀ ਤੇ ਪ੍ਰਸ਼ਾਸਨ ਆਉਂਦਾ ਸੀ। ਮੈਨੂੰ ਐਂ ਲੱਗਦਾ ਜੀ ਸਾਡਾ ਇੱਥੇ ਸਰਕਾਰ 'ਚ ਵਾਲੀ ਵਾਰਸ ਨਹੀਂ ਕੋਈ ਰਹਿ ਗਿਆ। ਜਾਂ ਤਾਂ ਭਗਵੰਤ ਮਾਨ ਨੂੰ ਅਫਸਰ ਖਰਾਬ ਕਰ ਰਹੇ ਆ, ਜਾਂ ਤਾਂ ਰਲ ਮਿਲ ਕੇ, ਜਾਂ ਫਿਰ ਉਹ ਅਨਟ੍ਰੇਨਡ ਆ। ਦੋ ਹੀ ਗੱਲਾਂ ਜੀ, ਤੀਜੀ ਗੱਲ ਨਹੀਂ। ਤਾਲਮੇਲ ਦੀ ਘਾਟ ਆ ਜੀ। ਬੰਦੇ ਜਾਂਦੇ ਆ ਜੀ, ਸਾਡੇ ਵੀ ਐਮਐਲਏ ਕੋਲੇ, ਉਹ ਵੀ ਕਹੀ ਜਾਂਦਾ ਜੀ ਮੇਰੀ ਕੋਈ ਸੁਣਵਾਈ ਨਹੀਂ। ਜਿਹੜਾ ਕੋਈ ਜਾਇਜ਼ ਕੰਮ ਉਹਦੀ ਵੀ ਕੋਈ ਸੁਣਵਾਈ ਨਹੀਂ ਜੀ। ਜਿਵੇਂ ਅਸੀਂ ਹੈਰਾਨ ਆ ਇੱਥੇ, ਸਾਨੂੰ ਇਹਦੇ ਵਿੱਚ ਹੁਣ ਸਾਰੇ ਅਕਾਲੀ ਦਲ ਦੇ ਬੰਦੇ ਵੀ ਬੈਠੇ, ਕਾਂਗਰਸ ਦੇ ਬੈਠੇ, ਅਸੀਂ ਝਾੜੂ ਵਾਲੇ ਆ। ਸਾਡੇ ਤਾਂ ਭਿਉਂ ਕੇ ਛਿੱਤਰ ਮਾਰੇ ਯਾਰ ਨਾਲ ਲੋਕਾਂ ਨੇ ਵੀ ਆਹ ਵੇਖ ਲਓ, ਆਉਣਾ ਹੀ ਨਹੀਂ ਕਿਸੇ ਨੇ ਸਾਨੂੰ, ਤੇ ਅਸੀਂ ਵੀ ਆਉਣਾ ਹੀ ਨਹੀਂ ਕਿਸੇ ਨੇ। 3 ਘੰਟੇ ਤਪਦੀ ਗਰਮੀ ਦੇ ਵਿੱਚ ਥੱਲੇ ਹਾਂ ਬੈਠੇ ਆ, ਥੱਲੇ ਬੈਠੇ ਜੀ, 47-48 ਡਿਗਰੀ ਟੈਂਪਰੇਚਰ ਆ। ਅਸੀਂ ਲੋਕਾਂ ਨਾਲ ਵਾਅਦੇ ਕੀਤੇ, ਵੱਡੇ ਵਾਅਦੇ ਕੀਤੇ, ਸਟੇਜਾਂ ਤੇ ਚੜ ਕੇ। ਸਾਡੇ ਐਮਐਲਏ ਦਾ ਫਰਜ਼ ਬਣਦਾ ਸੀ ਇੱਥੇ ਆਉਣ ਦਾ, ਸਾਡੇ ਐਮਐਲਏ ਦਾ ਫਰਜ਼ ਬਣਦਾ ਕਿਸਾਨਾਂ ਦੇ ਵਿੱਚ ਆਉਣ ਦਾ, ਇੱਥੇ ਬਹਿ ਕੇ ਬਿਜਲੀ ਮੰਤਰੀ ਨਾਲ ਗੱਲ ਕਰਦਾ ਉਹ। ਐਮਐਲਏ ਛੱਡੋ, ਪ੍ਰਸ਼ਾਸਨ 3 ਘੰਟੇ ਬਾਅਦ ਆਇਆ। ਤਹਿਸੀਲਦਾਰ ਸਾਹਿਬ ਇੱਥੇ 3 ਘੰਟੇ ਬਾਅਦ ਦੱਸਦਾ ਜੀ, ਬਹੁਤ ਮਾੜੀ ਗੱਲ ਕੀਤੀ ਜੀ। ਉਹ ਕਹਿੰਦੇ ਸਾਨੂੰ ਹੁਣੇ ਪਤਾ ਲੱਗਿਆ। ਹਾਂ ਇੰਨੇ ਕਮਜ਼ੋਰ ਆ ਜਿਹਨਾਂ ਨੂੰ 3 ਘੰਟੇ ਪਤਾ ਨਹੀਂ ਲੱਗਾ। ਪਹਿਲਾਂ ਸੀਆਈਡੀ ਨੂੰ ਫੋਨ ਕੀਤਾ, ਸਾਨੂੰ ਉਹਨਾਂ ਨੇ ਨਾਲ ਹੀ ਕਹਿਤਾ ਫੋਟੋ ਪਾ ਦਿਓ। ਹਾਂ ਅਸੀਂ ਕੀਤਾ ਸੀਆਈਡੀ ਨੂੰ ਜੀ ਫੋਨ, ਅਸੀਂ ਲਾਉਣ ਤੋਂ ਪਹਿਲਾਂ ਕਰਤਾ। ਪ੍ਰਸ਼ਾਸਨ ਦੇ ਵੀ ਮਿਲੇ ਭੁਗਤਾ। ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਜਿਹੜਾ ਸਿਸਟਮ ਸਹੀ ਢੰਗ ਨਾਲ ਚੱਲੇ। ਜੋ ਭਗਵੰਤ ਮਾਨ ਨੇ ਵਾਅਦੇ ਕੀਤੇ ਸੀਗੇ ਉਸ ਹਿਸਾਬ ਨਾਲ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਵੀ ਸਿਸਟਮ ਸਹੀ ਹੋ ਜਾਵੇ। ਪ੍ਰਸ਼ਾਸਨ ਆਪਦੇ ਮੁਤਾਬਕ ਚਲਾਉਣਾ ਚਾਹੁੰਦਾ ਸਰਕਾਰ ਨੂੰ। ਸਰਕਾਰ ਚਲਾਉਣੀ ਚਾਹੀਦੀ ਇਹਨਾਂ ਨੂੰ ਆਪਦੀ ਮਰਜ਼ੀ ਨਾਲ, ਪਰ ਪ੍ਰਸ਼ਾਸਨ ਇਹ ਕਹਿੰਦਾ ਕਿ ਜਿਹੜਾ ਸਰਕਾਰ ਸਾਡੇ ਮਰਜ਼ੀ ਨਾਲ ਚੱਲੇ। ਮਸਲਾ ਇੱਥੇ ਅੜਿਆ ਖੜਾ ਤੇ ਜਿਹੜੀ ਪਬਲਿਕ ਖਰਾਬ ਹੋ ਰਹੀ ਹੈ। ਤੁਸੀਂ ਦੇਖੋ ਕੁੰਡੀ ਕਿੱਥੇ ਫਸ ਗਈ ਆ, ਜੀਰਾ ਰੋਡ ਫਿਰੋਜ਼ਪੁਰ ਮਰਖਾਈ ਦੀ, ਕਿ ਕਿਸਾਨ ਕਹਿੰਦੇ ਆ ਸਾਨੂੰ ਹੁਣੇ ਲਾਈਟ ਛੱਡ ਕੇ ਦਿਓ, ਤੇ ਤਹਿਸੀਲਦਾਰ ਇੱਥੇ ਪਹੁੰਚੇ ਨੇ, ਉਹ 3 ਘੰਟੇ ਬਾਅਦ ਉਹ ਕਹਿੰਦੇ ਆ ਕਿ ਸਾਨੂੰ ਹੁਣੇ ਜਾਣਕਾਰੀ ਮਿਲੀ ਆ, ਤੇ ਐਕਸ਼ਨ ਸਾਹਿਬ ਇੱਥੇ ਪਹੁੰਚੇ ਨੇ, ਉਹ ਕਹਿੰਦੇ ਆ ਕਿ ਪਿਛਲੀ ਪ੍ਰੋਬਲਮ ਆ। ਹਾਲਾਂਕਿ ਜਿਹੜੀ ਇਹ ਕੁੰਡੀ ਆ, ਜਿਹੜਾ ਰੌਲਾ ਹੈ, ਉਹ ਤੁਹਾਡੇ ਸਾਹਮਣੇ ਆ, ਲਾਈਵ ਦੇ ਵਿੱਚ ਤੁਸੀਂ ਦੇਖ ਸਕਦੇ ਜੇ, ਪਰ ਹੱਲ ਕਿਤੇ ਨਾ ਕਿਤੇ ਨਿਕਲਦਾ ਹਜੇ ਤਾਂ ਦਿਖਾਈ ਨਹੀਂ ਦੇ ਰਿਹਾ। ਪਰ ਜਿਹੜੇ ਤਰੀਕੇ ਨਾਲ ਗੱਲਬਾਤ ਹੋ ਰਹੀ, ਹੋ ਸਕਦਾ ਕਿ ਹੱਲ ਨਿਕਲੇ। ਵੀ ਸਾਡਾ ਐਸਡੀਐਮ ਜਿਹੜਾ ਤਹਿਸੀਲ ਦਾ ਮਾਂ-ਬਾਪ ਹੁੰਦਾ ਯਾਰ, ਉਹਦਾ ਕੋਈ ਫਰਜ਼ ਨਹੀਂ ਬਣਦਾ। ਕਿਹੜੇ ਨੇ ਐਸਡੀਐਮ? ਐਸਡੀਐਮ ਇੱਥੇ ਸਾਡੇ ਆਪਣੇ ਜੀ ਸੂਬਾ ਸਿੰਘ, ਸਾਡਾ ਤਹਿਸੀਲਦਾਰ ਇੱਕ ਆ ਤੇ 3 ਸ਼ਹਿਰ ਇਹਦੇ ਕੋਲੇ। ਤਹਿਸੀਲਦਾਰ ਇੱਕ ਆ, 3 ਸ਼ਹਿਰ ਆ। ਪਹਿਲਾਂ ਮਖੂ ਜਾਣਾ, ਇੱਧਰ ਵੀ 2 ਥਾਵਾਂ ਸੀਟਾਂ ਦੇ ਸੰਭਾਲਣਾ, ਤੇ ਸਾਡੇ ਐਸਡੀਐਮ ਨੂੰ ਕੀ ਕੰਮ ਆ ਜੀ? ਉੱਥੇ ਜਦੋਂ ਜਾਈਏ ਵੱਡੀਆਂ ਗੱਲਾਂ ਕਰਦੇ, ਉਹਦਾ ਕੋਈ ਫਰਜ਼ ਨਹੀਂ ਬਣਦਾ ਵੀ ਪਬਲਿਕ ਰੋਈ ਜਾਂਦੀ ਆ। ਅਸੀਂ ਕਹਿੰਦੇ ਜੀ ਐਸਡੀਐਮ ਨੂੰ ਇੱਥੇ ਆਉਣਾ ਚਾਹੀਦਾ ਸੀ। ਹਾਂ ਚਲੋ ਛੁੱਟੀ ਤੇ ਆ ਜੀ, ਫਿਰ ਵੀ ਚਲੋ ਛੁੱਟੀ ਤੇ ਆ, ਤੇ ਇਹਨਾਂ ਦਾ ਵਾਲੀਵਾਰ ਦਾ ਕੌਣ ਆ? ਦੇਣ ਦੀ ਅਸੀਂ ਕੀ ਕਿਸੇ ਤੋਂ ਕਰਾਉਣਾ? ਨਾ ਤਾਂ ਅਸੀਂ ਐਸਡੀਐਮ ਤੋਂ ਕੁਝ ਲੈਣਾ, ਨਾ ਤਹਿਸੀਲਦਾਰ ਤੋਂ ਕੁਝ ਲੈਣਾ, ਨਾ ਐਕਸ਼ਨ ਤੋਂ ਕੁਝ ਲੈਣਾ। ਸਾਡੀ ਤਾਂ ਫਸਲ ਸੜ ਕੇ ਸੁਆਹ ਸੀ। ਸਾਨੂੰ ਤੁਸੀਂ ਦੇਖੋ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਬੈਠੇ ਆ। ਬਿਜਲੀ ਬੋਰਡ ਮੁਰਦਾਬਾਦ, ਬਿਜਲੀ ਬੋਰਡ ਮੁਰਦਾਬਾਦ, ਚੇਅਰਮੈਨ ਬਿਜਲੀ ਬੋਰਡ ਮੁਰਦਾਬਾਦ, ਚੇਅਰਮੈਨ ਬਿਜਲੀ ਬੋਰਡ ਮੁਰਦਾਬਾਦ। ਇੱਕ ਪਾਸੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਤੇ ਦੂਜੇ ਪਾਸੇ ਪ੍ਰਸ਼ਾਸਨ ਖੜਾ ਹੈ, ਤਹਿਸੀਲਦਾਰ ਖੜੇ ਨੇ, ਐਕਸ਼ਨ ਖੜੇ ਨੇ, ਪਰ ਹੱਲ ਕਿਸੇ ਪਾਸੇ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਹਾਲਾਂਕਿ ਉਹਨਾਂ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਸਾਨਾਂ ਨੂੰ ਕਿ ਆਹ ਮੁਸੀਬਤ ਆ,
ਪਲਾਂਟਾਂ ਦੇ ਵਿੱਚ ਆਹ ਪ੍ਰੋਬਲਮ ਆ ਰਹੀ ਆ, ਪਰ ਕਿਤੇ ਨਾ ਕਿਤੇ ਕਿਸਾਨ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਇਸ ਲਈ ਪਾਈਆਂ ਸੀ ਕਿ ਸਾਡਾ ਕੋਈ ਸੁਧਾਰ ਹੋਏਗਾ, ਪਰ ਅੱਜ ਸਾਨੂੰ ਵੀ ਰੋਡ ਦੇ ਉੱਪਰ ਬੈਠਣਾ ਪਿਆ ਹੈ ਤੇ ਪਿਛਲੇ 3 ਘੰਟਿਆਂ ਤੋਂ ਲਗਾਤਾਰ ਜਿਹੜੇ ਕਿਸਾਨ ਤੱਤੀ ਸੜੀ ਸੜਕ ਦੇ ਉੱਪਰ ਬੈਠੇ ਆ। ਬਸ ਇੱਕੋ ਮੰਗ ਕਿ ਅਸੀਂ ਜਿਹੜੀਆਂ ਸਬਜ਼ੀਆਂ ਤੇ ਮਿਹਨਤ ਕੀਤੀ ਆ ਲਗਾਤਾਰ ਲੰਮੇ ਸਮੇਂ ਤੋਂ, ਉਹਨਾਂ ਨੂੰ ਸਿਰਫ ਔਰ ਸਿਰਫ ਜਿਹੜੀ ਚੀਜ਼ ਫ੍ਰੀ ਦੇ ਵਿੱਚ ਆ, ਯਾਨੀ ਕਿ ਪਾਣੀ, ਜੋ ਕਿ ਪੰਜਾਬ ਦੇ ਵਿੱਚ ਜੋ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈਗਾ, ਉਹ ਪਾਣੀ ਉਹ ਆਪਦੀਆਂ ਸਬਜ਼ੀਆਂ ਨੂੰ ਨਹੀਂ ਲਾ ਸਕਦੇ, ਜਿਸ ਦੇ ਪਿੱਛੇ ਲਾਈਟ ਚਾਹੀਦੀ ਆ, ਬਿਜਲੀ ਚਾਹੀਦੀ ਆ। ਬਿਜਲੀ ਦੀ ਗਾਰੰਟੀ ਪਹਿਲੀ ਆਮ ਆਦਮੀ ਪਾਰਟੀ ਦੀ, ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਫੇਲ ਹੁੰਦੀ ਦਿਖਾਈ ਦੇ ਰਹੀ ਆ। ਕਿਉਂ? ਕਿਉਂਕਿ ਕਿਸਾਨ ਹਜੇ ਝੋਨਾ ਸ਼ੁਰੂ ਨਹੀਂ ਹੋਇਆ ਤੇ ਕਿਸਾਨ ਜਿਹੜੇ ਆ ਉਹ ਸੜਕਾਂ ਦੇ ਉੱਪਰ ਬੈਠੇ ਆ। ਪਹਿਲਾ ਧਰਨੇ ਦੀ ਤਸਵੀਰ ਸਵੇਰੇ ਦਿਖਾਈ ਸੀ ਸਾਂਦੇ ਹਾਸ਼ਮ ਫਿਰੋਜ਼ਪੁਰ, ਉੱਥੇ ਵੀ ਇਹੀ ਰੌਲਾ ਸੀ ਕਿ ਬਿਜਲੀ ਨਹੀਂ, ਪਰ ਵਾਜ਼ੇ ਪੰਜਾਬ ਚੈਨਲ ਉੱਥੇ ਗਿਆ, ਉੱਥੇ ਵੀ ਗੱਲ ਕੀਤੀ, ਮੌਕੇ ਤੇ ਹੱਲ ਹੋਇਆ, ਉਹਨਾਂ ਦੀ ਲਾਈਟ ਛੱਡੀ ਗਈ। ਪਰ ਹੁਣ ਜਿਹੜਾ ਫਸਮਾ ਮੁਕਾਬਲਾ ਹੀ ਅਸੀਂ ਕਹਿ ਸਕਦੇ ਹਾਂ, ਫਸਮੀ ਹੈਗਾ ਕਿ ਇੱਕ ਪਾਸੇ ਪ੍ਰਸ਼ਾਸਨ ਖੜਾ ਹੈ ਧਰਨਾ ਚੁਕਾਉਣ ਦੇ ਲਈ ਆਇਆ ਹੈ ਤੇ ਦੂਜੇ ਪਾਸੇ ਕਿਸਾਨ, ਹਾਲਾਂਕਿ ਖੜੇ ਹੋ ਕੇ ਉਹਨਾਂ ਨਾਲ ਗੱਲਬਾਤ ਕੀਤੀ ਆ ਪਰ ਫਿਰ ਪਲਾਥੀ ਮਾਰ ਕੇ ਬੈਠ ਗਏ ਆ ਕਿ ਉਹ ਕਹਿੰਦੇ ਆ ਕਿ ਅਸੀਂ ਨਹੀਂ ਉੱਠਦੇ। ਦੁਬਾਰਾ ਫਿਰ ਮਾਹੌਲ ਗਰਮ ਕਰਤਾ, ਮੁਰਦਾਬਾਦ ਮੁਰਦਾਬਾਦ ਦੇ ਨਾਅਰੇਬਾਜ਼ੀ ਜਿਹੜੀ ਆ ਲਗਾਤਾਰ ਹੋਣੀ ਸਟਾਰਟ ਹੋ ਗਈ। ਹੋਰ ਕਿਸਾਨਾਂ ਨਾਲ ਗੱਲਬਾਤ ਕਰਾਂਗੇ, ਕਿੰਨੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਦਾ, ਕਿੰਨਾ ਨੁਕਸਾਨ ਹੋ ਚੁੱਕਿਆ ਹੈ, ਉਹ ਵੀ ਗੱਲ ਕਰਾਂਗੇ। ਪਰ ਦੂਜੇ ਪਾਸੇ ਜਿਹੜੇ ਅਧਿਕਾਰੀ ਆ ਉਹ ਆਪਣੇ ਉਤਲੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਨ ਦੇ ਲਈ ਜੁਟੇ ਹੋਏ ਨੇ, ਉਹ ਇੱਥੇ ਮੌਜੂਦ ਨੇ। ਹਾਂਜੀ, ਅਸੀਂ ਬਿੱਲ ਵੀ ਭਰਨ ਨੂੰ ਤਿਆਰ ਆ। ਲੋਕਾਂ ਨੂੰ ਤਾਂ ਆਖੀ ਜਾਂਦਾ ਯਾਰ ਬਿਜਲੀ 3 ਮਹੀਨੇ ਪਹਿਲਾਂ ਭਗਵੰਤ ਮਾਨ ਨੇ ਐਲਾਨ ਕਰਤਾ ਵੀ 300 ਯੂਨਿਟ ਜਿਹੜੀ ਬਿਜਲੀ ਅਸੀਂ ਫ੍ਰੀ ਦਿਆਂ ਗਰੀਬਾਂ ਨੂੰ। ਯਾਰ ਮਹੀਨਾ ਅਜੇ 2 ਮਹੀਨੇ ਪਹਿਲਾਂ ਤੂੰ ਐਲਾਨ ਕਰਦਾ, ਬਿਜਲੀ ਤੇਰੇ ਕੋਲੇ ਨਹੀਂ ਯਾਰ। ਜ਼ਿਮੀਂਦਾਰ ਜਿਹੜੇ ਸਾਡੀ ਪੁੱਤਾਂ ਨੂੰ ਪਾਲੀ ਫਸਲ ਸਾਰੀ ਸੜ ਗਈ ਆ, ਫਲ ਡਿੱਗ ਪਿਆ, ਜਿੰਨੀਆਂ ਸਬਜ਼ੀਆਂ ਨਾਲ ਸਾਰਾ ਗਰਮੀ ਨਾਲ ਫਲ ਡਿੱਗ ਪਿਆ। ਇਹ ਐਵੇਂ ਯਾਰ ਕਰੀ ਜਾਂਦੇ, ਪਹਿਲੀ ਗਰੰਟੀ ਪੂਰੀ, ਦੂਜੀ ਗਰੰਟੀ ਪੂਰੀ। ਯਾਰ ਕਿਤੇ ਕੋਈ ਬਿਜਲੀ ਦਾ ਪ੍ਰਬੰਧ ਕਰਨ, ਜਦੋਂ ਤੇਰੇ ਡਰਾਮੇ 'ਚ ਦਾਣੇ ਹੀ ਨਹੀਂ ਗਏ, ਤੂੰ ਐਵੇਂ ਵੱਢੀ ਜਾਂਦਾ। 2 ਮਹੀਨੇ ਪਹਿਲੇ ਕਣਕ ਤੇਰੀ ਦੀ ਆਈ ਨਹੀਂਗੀ, ਗੱਲਾਂ ਐਵੇਂ ਹਵਾ 'ਚ ਮਾਰੀ ਜਾਂਦੇ। ਕਮੇਡੀਅਨ ਬੰਦੇ ਅੱਗੇ ਭਾਦੇ ਅੰਟਰੇਂਡ ਯਾਰ, ਨਾ ਇਹਨਾਂ ਨੂੰ ਪ੍ਰਸ਼ਾਸਨ ਨਾਲ ਤਾਲਮੇਲ ਕਰਨਾ ਆਉਂਦਾ, ਨਾ ਇਹਨਾਂ ਨੂੰ ਕਿਸੇ ਗੱਲ ਦਾ ਪਤਾ। ਐਵੇਂ ਬੈਠੇ ਅਖਬਾਰਾਂ 'ਚ ਗੱਲਾਂ ਦਿੰਦੇ ਆ, ਰੋਜ਼ ਟੀਵੀਆਂ ਤੇ ਬੋਲੀਆਂ। ਤੂੰ ਦਿੱਲੀ ਚਲੇ ਗਿਆ, ਦੱਸ ਦਿੱਲੀ ਦਾ ਤੇ ਪੰਜਾਬ ਦਾ ਜ਼ਮੀਨ ਸਮਾਨ ਦਾ ਫਰਕ ਆ। ਇਹ ਜਿਹੜਾ ਸਾਡਾ ਪੰਜਾਬ ਆ, ਇਹ ਖੇਤੀਬਾੜੀ ਸੂਬਾ, ਇਹਨੇ ਖੇਤੀਬਾੜੀ ਦਾ ਚੱਲਣਾ। ਉਹ ਇੰਡਸਟਰੀ ਏਰੀਆ, ਉੱਥੇ ਵਾਧੂ ਪੈਸੇ, ਉਹ ਉੱਥੇ ਬੈਠਾ ਮਾਰੀ ਜਾਂਦਾ ਗੱਲਾਂ। ਕੇਜਰੀਵਾਲ ਹਿਮਾਚਲ 'ਚ ਗਿਆ, ਪੰਜਾਬ 'ਚ ਕਰਪਸ਼ਨ ਖਤਮ, ਉੱਥੇ ਬਿਜਲੀ ਵਾਧੂ, ਇੱਥੇ ਆ ਵਾਧੂ। ਇਹਨਾਂ ਯਾਰ ਵੋਟਾਂ ਲੈਣ ਦਾ ਬਹਾਨਾ ਬਣਾਇਆ, ਮੈਂ ਰੋਂਦਾ ਇੱਥੇ ਬਾਹਰ। ਬੁਰਾ ਹਾਲ ਯਾਰ, ਥੱਲੇ 48 ਡਿਗਰੀ ਟੈਂਪਰੇਚਰ ਆ, ਅਫਸਰ ਬੈਠੇ ਏਸੀਆਂ 'ਚ, ਕੋਈ ਏਸੀ ਗੱਡੀ 'ਚ ਬੈਠਾ, ਕੋਈ ਏਸੀ ਦਫ਼ਤਰ 'ਚ ਬੈਠਾ। ਅਸੀਂ ਯਾਰ ਸਾਡਾ ਜੀ ਕਰਦਾ ਬਹਿਣ ਨੂੰ, ਸਾਡੇ ਜਵਾਕ ਰੋਣਦਾ ਮਗਰ ਯਾਰ ਬੁਰਾ ਹਾਲ ਕਰਤਾ। ਆ ਨਿੱਕੇ ਜਵਾਕ ਗਰੀਬਾਂ ਦੇ ਬੈਠੇ ਆ, ਬੁੜੀਆਂ ਬਾਹਰ ਬੈਠੀਆਂ, ਬੁਰੇ ਹਾਲ ਯਾਰ। ਸਵੇਰ ਦੇ ਅਸੀਂ ਫੋਨ ਕਰਕੇ ਮਰ ਗਏ ਆ ਤੇ 3 ਘੰਟੇ ਸਾਨੂੰ ਇੱਥੇ ਬੈਠੇ ਨੂੰ ਹੋਏ ਆ। ਇਹ ਪਹਿਲੀ ਵਾਰ ਹੋਇਆ ਸਰਕਾਰ ਦੇ ਵਿੱਚ, ਨਹੀਂ ਤਾਂ 15 ਮਿੰਟਾਂ 'ਚ ਕੋਈ ਐਸਡੀਐਮ ਆਉਂਦਾ, ਕੋਈ ਤਹਿਸੀਲਦਾਰ, ਕੋਈ ਅਫਸਰ ਨਹੀਂ ਆਇਆ ਯਾਰ। ਆ ਹੁਣ ਆਇਆ 3 ਘੰਟੇ ਇੱਥੇ ਬੈਠੇ ਰਹੇ ਯਾਰ। ਇੱਕ ਮਹੀਨਾ ਇਲੈਕਸ਼ਨ ਦੇ ਵਿੱਚ ਗੱਡੀਆਂ ਆਪਦੀਆਂ ਲਾਈਆਂ ਇਹਨਾਂ ਦੇ ਨਾਲ, ਜੋ ਤਿਲ ਫੁੱਲ ਅਸੀਂ ਦੇ ਸਕਦੇ ਸੀ ਪਾਰਟੀ ਨੂੰ ਦਿੱਤਾ। ਯਾਰ ਬਹੁਤ ਦੁੱਖ ਆਇਆ ਸਮਝਾਉਣ ਦੇ ਬਾਵਜੂਦ ਵੀ। ਕਿਤੇ ਅਸੀਂ ਲਾਲਜੀਤ ਨੂੰ ਟੈਲੀਫੋਨ ਕਰਦੇ ਆ, ਸਾਡਾ ਉਹ ਨਹੀਂ ਫੋਨ ਚੱਕਦਾ। ਸਾਡਾ ਮਤਲਬ ਸੀ ਮੰਤਰੀਆਂ ਦੇ ਨਾਲ, ਫਿਰ ਕਲਤਾਰ ਨਾਲ ਮੀਟਿੰਗ ਚੱਲ ਹੋ ਗਈ, ਉਹਨੂੰ ਦੱਸਤਾ, ਬਿਜਲੀ ਮੰਤਰੀ ਫੋਨ ਨਹੀਂ ਚੱਕਦਾ। ਦੱਸੋ ਇਹ ਆਮ ਘਰਾਂ ਦੇ ਕਾਕੇ ਆ। ਉਦੋਂ 4 ਜੇਈ ਸਸਪੈਂਡ ਕੀਤੇ ਇਹਨਾਂ ਨੇ, ਕੋਈ ਗਲਤੀ ਨਹੀਂ ਸੀ ਉਹਨਾਂ ਦੀ। ਉਹ ਕਲਤਾਰ ਨੂੰ ਕਹਿ ਕੇ ਆਂਦਾ ਖੀਰੀ, ਉਹਨਾਂ ਨੇ ਕੰਮ ਬੰਦ ਕਰਤਾ। ਉਹ ਧੌਣ 'ਚ ਗੋਡਾ ਦੇ ਕੇ ਚੇਅਰਮੈਨ ਦੇ ਉਹਨਾਂ ਨੂੰ, ਫਿਰ ਇਹਨਾਂ ਨੇ ਉਹਨਾਂ ਨੂੰ ਮਤਲਬ ਫਿਰ ਡਿਊਟੀ ਤੇ ਲਿਆ, ਰੈਗੂਲਰ ਫਿਰ ਉਹਨਾਂ ਨੂੰ ਲਿਆ। ਆਹ ਹਾਲਾਤ ਆ ਯਾਰ। ਸਾਨੂੰ ਤਾਂ ਕੁੜੀ ਵਾ, ਮੈਂ ਤਾਂ ਇਹ ਕਹਿੰਦਾ, ਮੈਂ ਤਾਂ ਐਲਾਨ ਹੀ ਕਰਦਾ, ਸਾਨੂੰ ਤਾਂ ਭਰਾਓ ਯੂਨੀਅਨ ਚੰਗੀ ਆ ਤੁਹਾਡੀ ਇਹ ਆਮ ਆਦਮੀ ਪਾਰਟੀ ਨਾਲੋਂ ਨਾ। ਅਸੀਂ ਤਾਂ ਜਿਹੜਾ ਕੰਮ ਆਪਦਾ ਅੱਜ ਵੇਖੋ ਤੁਹਾਡੇ ਸਾਹਮਣੇ ਬਿਜਲੀ ਚਲਾ ਕੇ ਜਾਵਾਂਗੇ, ਸਾਡਾ ਤਜਰਬਾ। ਹਾਲਾਂਕਿ ਜੇ ਫੈਸਲਾ ਨਾ ਹੋਇਆ, ਬਿਜਲੀ ਚੱਲੂ ਸਾਡੀ, ਸਾਨੂੰ ਪਤਾ ਆ ਵੀ ਜਾਣੀ ਆ। ਸਾਡੀ ਮੰਗ ਜਾਇਜ਼ ਆ ਯਾਰ। ਅਸੀਂ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਦੱਸਦੇ ਆ ਕਿਹੜੀ ਚਿੱਟੇ ਦੀਆਂ ਗੱਲਾਂ ਕਰਦੇ। ਇਹ ਕਿੱਥੇ, ਇਹ ਅੱਜ ਆਉਣ ਕਿੱਥੇ? ਰੇਤਾ ਬੰਦ ਹੋਈ ਆ, ਰਾਤ ਨੂੰ ਰੇਤਾ ਚੱਲਦੀ ਆ 24 ਘੰਟੇ। ਮੇਰੇ ਰੋਡ ਤੇ 18 ਫੁੱਟੇ ਦੇ ਘਰ ਆ, 10 ਟਰਾਲੀਆਂ, 9 ਟਰਾਲੀਆਂ। ਯਾਰ ਇਹਨਾਂ ਦੇ ਕਹਿ ਤੇ ਕਿੱਥੇ ਠਾਣਦਾਰ ਸੀ, ਅਸੀਂ ਕਿਹਾ ਰੇਤਾ ਦਾ ਕੰਮ ਕਰਾਉਂਦਾ। ਜਿੱਦਣ ਸਰਕਾਰ ਬਣੀ ਉਦਣ ਜਾ ਕੇ ਕਹਤਾ ਯਾਰ ਉਹ ਨਹੀਂ ਬਦਲਿਆ ਗਿਆ ਇਹਨਾਂ ਤੋਂ, ਇੱਥੇ ਚੌਂਕੀ ਆ ਸਾਡੇ। ਅਸੀਂ ਕਿਹਾ ਉਹ ਵਿਕਾਉਂਦਾ, ਦਿਨ ਰਾਤ ਬਦਨਾਮੀ ਹੁੰਦੀ ਆ ਤੁਹਾਡੀ, ਰੋਕੋ। ਯਾਰ ਮੈਨੂੰ ਤਾਂ ਲੱਗਦਾ ਆਪ ਕਰਨ ਲੱਗ ਪਏ ਯਾਰ।
ਯਾਰ ਉਹ ਚਿੱਟੇ ਦੀ ਗੱਲ ਲੋਕਾਂ ਨੇ ਸਰਕਾਰ ਹੀ ਬਾਈ 2 ਗੱਲਾਂ ਤੇ ਬਣਾਈ ਸੀ। ਚਿੱਟੇ ਤੇ ਸਰਕਾਰ ਬਣਾਈ, ਭ੍ਰਿਸ਼ਟਾਚਾਰ ਤੇ ਬਣਾਈ, ਰੇਤਾ ਤੇ ਬਣਾਈ ਵੀ ਰੇਤਾ ਇੰਨੀ ਮਹਿੰਗੀ ਅੱਜ 25,000 ਨੂੰ ਟਰਾਲੀ ਵਿਕਦੀ ਆ। ਇਹ ਵੀ ਕਲਤਾਰ ਨੂੰ ਕਹਿ ਕੇ ਆਂਦਾ, ਕਲਤਾਰ ਸਿਆ ਪਾਲਿਸੀ ਬਣਾਓ, ਖਜ਼ਾਨੇ 'ਚ ਪੈਸੇ ਜਾਣ। ਅਸੀਂ ਹੋਰ ਕੀ ਕਰ ਲਈਏ ਜੀ, ਅਸੀਂ ਤਾਂ ਦੁੱਖ ਨਾਲ ਬੈਠੇ ਆ। ਪਰ ਇੱਕ ਆ ਜੀ ਅੱਗੇ ਤੁਸੀਂ ਨਰੇਸ਼ ਕਟਾਰੀਆ ਨੂੰ ਫੋਨ ਲਾਓ, ਤੁਸੀਂ ਕਿਹਾ ਉਹਨਾਂ ਦੇ ਮਗਰ ਗੱਡੀਆਂ ਭੰਨੀਆਂ, ਉਹਨਾਂ ਨੂੰ ਫੋਨ ਲਾਓ ਤੇ ਉਹਨਾਂ ਨੂੰ ਸੱਦੋ ਕਿ ਇੱਥੇ ਆਮ ਲੋਕਾਂ ਸਾਡੇ ਨਾਲ ਧਰਨੇ 'ਚ ਬੈਠਣ। ਜੇ ਉਹਨਾਂ ਦੇ ਬੱਸ ਦਾ ਰੋਗ ਨਹੀਂ ਨਾ ਹੈਗਾ, ਜੇ ਉਹ ਕਹਿੰਦੇ ਆ ਵੀ ਸਾਡੇ ਬੱਸ ਦਾ ਰੋਗ ਨਹੀਂ, ਉੱਪਰੋਂ ਹੀ ਆ ਸਿਸਟਮ, ਤਾਂ ਉਹਨਾਂ ਨੂੰ ਵੀ ਚਾਹੀਦਾ ਨਾ, ਤੁਸੀਂ ਉਹਨਾਂ ਦੇ ਨਾਲ ਖੜਦੇ ਰਹੇ ਹੋ, ਅੱਜ ਤੁਹਾਨੂੰ ਵੀ ਤੁਹਾਡੇ ਨਾਲ ਉਹਨਾਂ ਨੂੰ ਖੜਨਾ ਚਾਹੀਦਾ ਨਾ ਤੁਹਾਡੇ ਨਾਲ। ਪ੍ਰੈਸ ਨੇ ਦੱਸਿਆ ਉਹਨਾਂ ਨੂੰ 3 ਘੰਟੇ ਪਹਿਲਾਂ ਪ੍ਰੈਸ ਨੇ ਦੱਸਿਆ ਜੀ ਉਹਨਾਂ ਨੂੰ, ਤੇ 1 ਘੰਟਾ ਪਹਿਲਾਂ ਮੈਂ ਇਹਦੇ ਮੁੰਡੇ ਨੂੰ ਦੱਸਿਆ, ਮੈਂ ਕਿਹਾ ਪੁੱਤ ਮਰਖਾਈ ਦੇ ਲੋਕ ਮੈਨੂੰ ਸੱਦੀਆਂ ਦੇ ਧਰਨੇ ਤੇ ਮੈਨੂੰ ਬਹਿਣਾ ਪੈਣਾ ਵੀ ਉਹਨਾਂ ਦੀ ਸਬਜ਼ੀ ਸੜ ਗਈ ਆ। ਉਹਨਾਂ ਨੂੰ ਪਤਾ ਜੀ, ਇਸ ਗੱਲ ਦਾ ਪਤਾ। ਮੈਂ ਤੁਹਾਡੇ ਸਾਹਮਣੇ ਫੋਨ ਲਾ ਦਿੰਦਾ। ਉਹਨਾਂ ਨਾਲ ਫੋਨ ਲਾਓ। ਹਾਂਜੀ, ਕੀ ਦੱਸੋ ਜੀ ਕੀ? ਦੇਖੋ ਜੀ ਨਾਨਿਆਂ ਦਾ ਅਸੀਂ 30,000 ਰੁਪਇਆ ਠੇਕੇ ਤੇ ਜ਼ਮੀਨ ਲੈ ਕੇ ਸੈਂਚਰੀ ਦੀ ਖੇਤੀ ਕੀਤੀ ਹੈ, ਜਿਹਨੂੰ ਤੜਬੂਜ ਕਿਹਾ ਜਾਂਦਾ ਜੀ। ਉਹਦੇ ਜੇ ਟਿੰਡਾ ਵੀ ਲਾਇਆ। ਬਿਜਲੀ ਮੰਤਰੀ ਨੂੰ 3 ਕਾਲਾਂ, ਆ ਵੇਖੋ ਤੁਸੀਂ, 3 ਕਾਲਾਂ ਬਿਜਲੀ ਮੰਤਰੀ ਨੂੰ ਮੈਂ ਲਾਈਆਂ। ਮੀਤ ਪ੍ਰਧਾਨ ਪੰਜਾਬ ਦਾ ਹਾਂ ਮੈਂ, ਦਰਸ਼ਨ ਸਿੰਘ, 3 ਕਾਲਾਂ ਲਾਈਆਂ, 3 ਨਹੀਂ ਚੱਕੀਆਂ। ਤੁਹਾਨੂੰ ਮੈਂ ਸਾਰਿਆਂ ਦੀਆਂ ਕੱਢ ਕੇ ਵਿਖਾ ਦਿੰਦਾ ਜੀ। ਮੈਂ ਤੁਹਾਨੂੰ ਇਹ ਤੁਸੀਂ ਆ ਵੇਖੋ, ਚੀਫ ਨਾਲ ਗੱਲ ਹੋਈ। ਅਸੀਂ ਐਵੇਂ ਨਹੀਂ ਧਰਨਾ ਵਾਲਾ, ਸਾਨੂੰ ਪਤਾ। ਅਸੀਂ ਵਾਰ-ਵਾਰ ਜਿਹੜੇ ਰਾਹਗੀਰਾਂ ਤੋਂ ਮਾਫੀ ਤਾਂ ਮੰਗਦੇ ਆ ਵੀ ਅਸੀਂ ਉਹਨਾਂ ਨੂੰ ਖਰਾਬ ਕੀਤਾ, ਪਰ ਸਾਡੇ ਪਿੱਛੇ ਵੇਖੋ ਖਰਾਬ ਸਾਨੂੰ ਕਰਨ ਵਾਲਾ ਕੌਣ ਆ? ਮੈਂ ਸਾਡੇ ਜੀ ਨਾਨਿਆਂ ਦਾ ਇੱਥੇ 50 ਪਰਿਵਾਰ ਆ ਜਿਹੜੇ ਕਿ ਬੌਰੀਆ ਸਮਾਜ ਦੇ ਸਬਜ਼ੀ ਦਾ ਖੇਤੀ ਕਰਦੇ ਜੀ। ਤਕਰੀਬਨ 350 ਕਿੱਲਾ ਸਬਜ਼ੀ ਸੜ ਕੇ ਤਬਾਹ ਹੋ ਚੁੱਕੀ ਹੈ ਜੀ। 1 ਕਿੱਲੇ ਦਾ ਰੇਟ ਜਿਹੜਾ 30,000 ਰੁਪਇਆ 32,000 ਭਰਿਆ ਜੀ। ਉਹਦੇ 10,000 ਰੁਪਇਆ ਸੈਂਚਰੀ ਦਾ ਬੀਜ ਪੈਂਦਾ ਜੀ। ਡਾਈ ਯੂਰੀਆ ਪਾ ਕੇ ਮਿਹਨਤ ਪਾ ਕੇ 50,000 ਕਿੱਲਾ ਪ੍ਰਤੀ ਏਕੜ ਦੇ ਹਿਸਾਬ ਨਾਲ ਗਰੀਬ ਬੰਦੇ ਨੇ ਖਰਚਾ ਕਰ ਚੁੱਕਾ। ਜੋ ਅੱਜ ਬਿਜਲੀ ਦੇ ਕਾਰਨ ਜਿਹੜੀ ਲਾਈਟ 5 ਦਿਨ ਮਰਖਾਈ ਨਵਾਂ ਪੁਰਾਣਾ ਫੀਡਰ ਜਿਹੜੇ ਨਹੀਂ ਆਈ, ਉਹਦੇ ਨਾਲ ਸਾਡੀ ਸਾਰੀ ਖੇਤੀ ਸੜ ਕੇ ਸਵਾਹ ਹੋ ਚੁੱਕੀ ਹੈ ਜੀ। ਜੋ ਨਿੱਕੀ ਖੱਖੜੀ ਜਾਂ ਖਰਬੂਜਾ, ਟਿੰਡਾ, ਮਤੀਰਾ, ਤਰਬੂਜ, ਜੋ ਵੀ ਕੁਛ ਪੱਠੇ ਮੱਕੀ ਤੱਕ ਵੀ ਜੋ ਵੀ ਕਾਸ਼ਤ ਕੀਤੀ ਸੀ ਸਾਰੀ ਸੜ ਕੇ ਸਵਾਹ ਹੋ ਚੁੱਕੀ ਹੈ। ਜੋ ਨਿੱਕਾ ਮੋਟਾ ਇੱਥੋਂ ਤੱਕ ਵੀ ਸਾਡਾ, ਅਸੀਂ ਸਵੇਰ ਦੇ ਕਲੱਬ ਦੇ ਪ੍ਰਧਾਨ ਨੂੰ ਮਿਲੇ ਜੀ। ਉਹ ਵੀ ਸਾਡੇ ਮਰਖਾਈ ਦੇ ਕਲੱਬ ਦੇ ਮੁੰਡੇ ਹੀ, ਉਹਨਾਂ ਨੂੰ ਨਾਲ ਲੈ ਕੇ ਬਿਜਲੀ ਘਰ ਗਏ। ਸਰਦਾਰ ਦਰਸ਼ਨ ਸਿੰਘ, ਮੀਆਂ ਸਿੰਘ ਵਾਲਾ ਪ੍ਰਧਾਨ, ਉਹਨਾਂ ਨੂੰ ਵੀ ਅਸੀਂ ਸਾਰੀ ਦੱਸੀ। ਉਹ ਸਾਡੇ ਵਿੱਚ ਆ ਕੇ ਉਹਨਾਂ ਨੇ ਸਾਡੀ ਗੱਲ ਸੁਣੀ। ਉਹਨਾਂ ਨੇ ਆਖਿਆ ਵੀ ਐ ਨਹੀਂ ਇਹਨਾਂ ਨੇ ਬਿਜਲੀ ਛੱਡਣੀ, ਕੁਛ ਤੁਹਾਨੂੰ ਕਰਨਾ ਪੈਣਾ, ਰੋਡ ਤੇ ਤੁਹਾਨੂੰ ਆਉਣਾ ਪੈਣਾ, ਬਿਜਲੀ ਤੁਹਾਨੂੰ ਫੇਰ ਮਿਲਣੀ ਆ। ਅਸੀਂ 3 ਘੰਟੇ ਹੋ ਗਏ ਆ ਜੀ, ਤੱਤੀ ਸੜਕ ਤੇ ਬੈਠੇ ਆ। ਘੱਟੋ ਘੱਟ ਇੱਥੇ 1000 ਬੰਦਾ ਮਰਖਾਈ ਦਾ ਸੜਕ ਤੇ ਬੈਠਾ 3 ਘੰਟੇ, ਕਿਸੇ ਨੇ ਸਾਡੀ ਸਾਰ ਨਹੀਂ ਲਈ। ਕੋਈ ਇੱਥੇ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ। ਹੁਣ ਐਕਸ਼ਨ ਸਾਹਿਬ ਹੁਣ ਪਹੁੰਚੇ ਆ ਕੇ ਉਹਨਾਂ ਨੇ ਸਮੱਸਿਆ ਸੁਣੀ ਆ ਬਿਜਲੀ ਘਰ। ਹੁਣ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਸਾਨੂੰ ਤੁਰੰਤ ਬਿਜਲੀ ਜਿਹੜੀ ਆ ਕਿ ਨਹੀਂ, ਤੁਰੰਤ ਬਿਜਲੀ ਛੱਡੀ ਜਾਵੇ, ਜੋ ਕਿ ਅਸੀਂ ਆਪਦੀਆਂ ਸਬਜ਼ੀਆਂ ਨੂੰ ਪਾਣੀ ਦੇ ਸਕੀਏ। ਮਿਹਰਬਾਨੀ ਕਰਕੇ। ਯਾਰ ਐਸਐਸਪੀ ਕਿਹੜਾ ਇਸ ਵੇਲੇ ਰਾਤ ਨੂੰ ਬਹਿੰਦਾ ਯਾਰ, ਮੈਨੂੰ ਦੱਸੋ। ਚਲੋ ਕੋਈ ਗੱਲ ਨਹੀਂ, ਅਸੀਂ ਤਾਂ ਤੁਹਾਨੂੰ ਦੱਸਣਾ ਸੀ, ਚੈਨਲ ਵਾਲੇ ਆ ਕਰ ਲੋ ਗੱਲ। ਚਲੋ ਕੋਈ ਨਹੀਂ, ਤੁਹਾਡੀ ਰਾਤ ਵੀ 11 ਵਜੇ ਤੱਕ ਮੀਟਿੰਗ ਚੱਲ ਗਈ। ਮੈਨੂੰ ਤਾਂ ਤੁਹਾਡੀਆਂ ਮੀਟਿੰਗਾਂ ਦੀ ਸਮਝ ਨਹੀਂ ਆਉਂਦੀ। ਨਹੀਂ ਜੀ, ਉਹਦੇ ਮੀਟਿੰਗ ਚੱਲਦੀ ਹੈ। ਪਤਾ ਨਹੀਂ ਕਿਹੜਾ ਐਸਐਸਪੀ ਜਿਹੜਾ ਰਾਤ ਨੂੰ 10 ਵਜੇ ਕਰੀ ਜਾਂਦਾ ਮੀਟਿੰਗਾਂ ਯਾਰ। ਇਹਨਾਂ ਨਾਲ ਗੱਲ ਹੋਈ ਮੇਰੀ ਨਰੇਸ਼ ਕਟਾਰੀਆ ਨਾਲ ਗੱਲ ਹੋਈ ਫੋਨ ਤੇ, ਜਿਹੜਾ ਮੁੰਡਾ ਪੀਏ ਉਹਨੇ ਚੱਕਿਆ ਜੀ। ਆਹ ਹੀ ਗੱਲ ਹੈ ਜੀ, ਅੱਗੋਂ ਜਦੋਂ ਫੋਨ ਕਰੀਏ ਕੋਈ ਕਰ ਲਵੇ ਜੀ, ਸਾਡੇ ਵਰਗੇ ਬੰਦੇ ਜ਼ਿੰਮੇਵਾਰ ਆ। ਉਹਨਾਂ ਨੇ ਨਹੀਂ ਗੱਲ ਨੂੰ, ਰਾਤ ਵੀ 10 ਵਜੇ ਤੱਕ ਇਹ ਗੱਲਾਂ ਹੋ ਗਈਆਂ। ਬਸ ਮੈਂ ਆਉਣਾ ਜੀ, ਉੱਥੋਂ ਮੁੜ ਕੇ ਆ ਗਿਆ। ਮੈਂ ਆ ਕੇ ਗੱਲ ਕਰਦਾ, ਪੜਾਣੇ ਬੰਦੇ ਬੈਠੇ ਰਹੇ। ਸਵੇਰੇ ਅੱਜ ਸੂਰਜ ਚੜ੍ਹਦੇ ਤੋਂ ਪਹਿਲਾਂ 8 ਵਜੇ ਮੈਂ ਕਿਹਾ ਬਿਜਲੀ ਮੰਤਰੀ ਨਾਲ ਗੱਲ ਕਰ ਲਾ, ਜਲੂਸ ਨਿਕਲ ਜੂ ਆਪਣਾ। ਆਲਾ ਮੈਂ ਕਰਦਾ, ਕਰਕੇ ਦੱਸਦਾ, ਨਹੀਂ ਕਿਸੇ ਨੇ ਗੱਲ ਦੱਸੀ ਜੀ। ਹੁਣ ਜਿੰਨੀ ਦੇਰ ਤੱਕ ਲਾਈਟ ਨਹੀਂ ਛੱਡਦੇ ਉਨੀ ਦੇਰ ਤੱਕ ਸੜਕ ਤੁਸੀਂ ਨਹੀਂ ਛੱਡੋਗੇ? ਨਹੀਂ ਛੱਡਾਂਗੇ, ਬਿਲਕੁਲ ਨਹੀਂ ਛੱਡਾਂਗੇ ਜੀ। ਸਾਡਾ ਇਹ ਵਾਅਦਾ, ਅਸੀਂ ਸੰਘਰਸ਼ ਦੇ ਵਿੱਚ ਹੀ ਜੰਮੇ ਆ ਜੀ, ਤੇ ਸੰਘਰਸ਼ 'ਚ ਹੀ ਹੁਣ ਸਿਰੇ ਤੇ ਹੋਣ ਵਾਲੇ ਆ। ਸਾਡੇ ਤੇ ਜੋ ਮਰਜ਼ੀ ਆ ਟੈਂਕ ਚੜਾ ਦੇਣ, ਕੁੱਟਣ ਮਾਰਨ, ਸਾਡੀ ਜਿਹੜੀ ਮੰਗ ਜਾਇਜ਼ ਆ। ਅਸੀਂ ਕਿਸਾਨਾਂ ਗਰੀਬਾਂ ਦੇ ਨਾਲ ਬੈਠੇ ਆ। ਇਹਨਾਂ ਨੇ ਸਵੇਰੇ ਮੈਨੂੰ ਕਹਿਤਾ ਸੀ, ਮੈਂ ਕਿਹਾ ਜੇ ਤੁਹਾਥੋਂ ਵੋਟ ਪਵਾਈ ਹੈ ਨਾ, ਤੁਹਾਡੇ ਨਾਲ ਬਵਾਂਗੇ। ਬੈਠੇ ਆ ਜੀ।
ਬਿਲਕੁਲ ਮਸਲਾ ਹੱਲ ਇੱਕੋ ਗੱਲ ਨਾਲ ਹੋ ਸਕਦਾ ਹੈ, ਅਗਰ ਲਾਈਟ ਛੱਡੀ ਜਾਵੇ। ਲੋਕ ਖੱਜਲ ਹੋ ਰਹੇ ਨੇ, ਉਹਨਾਂ ਨੂੰ ਖੱਜਲ ਖਵਾਰੀ ਤੋਂ ਰੋਕਣ ਲਈ ਇੱਕੋ ਇੱਕ ਮਸਲਾ ਹੈ ਕਿ ਲਾਈਟ ਨੂੰ ਛੱਡ ਦਿੱਤਾ ਜਾਵੇ। ਪ੍ਰਸ਼ਾਸਨ ਇਸ ਪਾਸੇ ਖੜਾ ਹੈ, ਆਪਣਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ, ਪਰ ਕਿਸਾਨਾਂ ਦਾ ਵੀ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੈ। ਆਪਣੇ ਐਮਐਲਏ ਨਾਲ ਗੱਲ ਕੀਤੀ ਆ, ਉਹਨਾਂ ਵੱਲੋਂ ਵੀ ਕੋਈ ਵਧੀਆ ਰਿਸਪੌਂਸ ਨਹੀਂ ਦਿੱਤਾ ਗਿਆ ਜੋ ਦਰਸ਼ਨ ਸਿੰਘ ਕਹਿ ਰਹੇ ਨੇ, ਪਰ ਦੂਜੇ ਪਾਸੇ ਪ੍ਰਸ਼ਾਸਨ ਖੜਾ ਹੈ। ਫਿਰ ਗੱਲ ਕਰ ਲੈਂਦੇ ਆ, ਕੀ ਲੱਗਦਾ ਧਰਨੇ ਨੂੰ ਚੁਕਾਉਣ ਲਈ ਕੁਝ ਉਪਰਾਲਾ ਕੀਤਾ ਜਾ ਰਿਹਾ ਇੰਨੇ ਟਾਈਮ ਦੇ ਵਿੱਚ, ਜਿੰਨਾ ਟਾਈਮ ਆ ਕੇ ਤੁਸੀਂ ਇੱਥੇ ਖੜੇ ਹੋ ਗੱਲਬਾਤ ਕੀਤੀ? ਹਾਂਜੀ, ਧਰਨਾ ਚੱਕਣ ਲਈ ਜਿਹੜਾ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਐਕਸ਼ਨ ਸਾਹਿਬ ਗੱਲ ਕਰ ਰਹੇ ਹਨ, ਤੇ ਜਿਵੇਂ ਵੀ ਉਹਨਾਂ ਵੱਲੋਂ ਪ੍ਰਵਾਨਗੀ ਆਉਂਦੀ ਹੈ ਤਾਂ ਫਿਰ ਲਾਈਟ ਚਾਲੂ ਕਰਨਗੇ, ਤੇ ਉਹਨਾਂ ਦੀ ਪਰਮਿਸ਼ਨ ਦੀ ਵੇਟ ਕੀਤੀ ਜਾ ਰਹੀ ਹੈਗੀ। ਇਹ ਗੱਲ ਹੋਈ ਸਰ ਕਿਸੇ ਨਾਲ ਉੱਪਰ ਕੋਈ ਲਾਈਟ ਨੂੰ ਛੱਡਣ ਬਾਰੇ? ਹਾਂ, ਐਸਸੀ ਸਾਹਿਬ ਨੂੰ ਮੈਸੇਜ ਭੇਜ ਦਿੱਤਾ ਗਿਆ, ਜਦੋਂ ਹੀ ਸਾਨੂੰ ਆਉਂਦਾ ਉਸੇ ਵੇਲੇ ਕਾਰਵਾਈ। ਮਤਲਬ ਚਾਂਸ ਹੈਗੇ ਆ ਜੀ ਇਹਦੇ ਲਾਈਟ ਛੱਡ? ਹਾਂਜੀ ਹਾਂਜੀ, ਇਹ ਪੋਜ਼ਿਟਿਵ ਉਹਨਾਂ ਦਾ ਰਿਸਪੌਂਸ ਹੈਗਾ। ਬਿਲਕੁਲ ਪ੍ਰਸ਼ਾਸਨ ਇਸ ਪਾਸੇ ਖੜਾ ਹੈ, ਤਸਵੀਰਾਂ ਦੂਜੇ ਪਾਸੇ ਦੀਆਂ ਉਨੀ ਦੇਰ ਦਿਖਾਉਣੇ ਆ ਕਿ ਪ੍ਰਸ਼ਾਸਨ ਕਹਿੰਦਾ ਹੈ ਕਿ ਬਸ ਕੁਝ ਸਮੇਂ ਦੇ ਵਿੱਚ ਜਿਹੜੀ ਲਾਈਟ ਆ ਉਹ ਛੱਡੀ ਜਾਏਗੀ। ਹਾਲਾਂਕਿ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਆ, ਪਰ ਲਾਈਟ ਕਦੋਂ ਤੱਕ ਆਉਂਦੀ ਆ? ਜਦੋਂ ਤੱਕ ਲਾਈਟ ਨਹੀਂ ਆਏਗੀ ਉਨੀ ਦੇਰ ਤੱਕ ਇਹ ਲਾਈਵ ਇਸੇ ਤਰ੍ਹਾਂ ਚੱਲਦਾ ਰਹੇਗਾ, ਇਸੇ ਤਰ੍ਹਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਪਰ ਗੱਲ ਕਰੀਏ ਕਿ ਜਿਹੜੇ ਲੋਕ ਇੱਥੇ, ਜਿਹੜੀ ਆਮ ਪਬਲਿਕ ਆ, ਆਮ ਲੋਕ ਨੇ ਜਿਹੜੇ, ਤੁਸੀਂ ਦੇਖੋ ਕਿਸ ਤਰੀਕੇ ਨਾਲ ਲੋਕ ਇੱਥੋਂ ਤੱਕ ਪਹੁੰਚਦੇ ਨੇ, ਪਰ ਅੱਗੇ ਧਰਨਾ ਦੇਖ ਕੇ ਪਰ ਗੱਲ ਕਰੀਏ ਦੂਜੇ ਪਾਸੇ ਜਿਹੜੇ ਆਮ ਲੋਕ ਇੱਥੋਂ ਆਪਣੇ ਵਹੀਕਲ ਮੋੜਦੇ ਦਿਖਾਈ ਦੇ ਰਹੇ ਆ। ਹਾਲਾਂਕਿ ਅੱਗੇ ਜਿਹੜਾ ਕਿਸਾਨਾਂ ਵੱਲੋਂ 3 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਰੋਡ ਨੂੰ ਜਾਮ ਕੀਤੇ ਹੋਏ, ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਖੱਜਲ ਹੋ ਰਿਹਾ ਉਹ ਵੀ ਆਪਣੀ ਜਗ੍ਹਾ ਤੇ ਸਹੀ ਆ, ਪਰ ਕਿਸਾਨਾਂ ਵੱਲੋਂ ਮਾਫੀ ਵੀ ਮੰਗੀ ਗਈ ਆ ਕਿ ਸਾਡੀ ਵੀ ਮਜਬੂਰੀ ਆ। ਪਰ ਦੂਜੇ ਪਾਸੇ ਗੱਲ ਕਰੀਏ ਤਾਂ ਇਉਂ ਦੀ ਤਿਉਂ ਸਥਿਤੀ ਜਿਹੜੀ ਆ ਉਵੇਂ ਬਣੀ ਹੋਈ ਆ। ਇੱਥੇ ਪੂਰਾ ਮੀਡੀਆ ਵੀ ਪਹੁੰਚਿਆ ਹੋਇਆ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਆ। ਗੱਲਬਾਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਆ, ਪਰ ਤਣਪੱਤਨ ਹਜੇ ਤੱਕ ਗੱਲ ਲੱਗਦੀ ਨਹੀਂ ਦਿਖਾਈ ਦਿੱਤੀ। ਪਰ ਛੋਟਾ ਜਿਹਾ ਵਿਸ਼ਵਾਸ ਇੱਕ ਸਾਹਮਣੇ ਆਇਆ ਹੈ ਕਿ ਲਾਈਟ ਕੁਝ ਸਮੇਂ ਤੱਕ ਚੱਲੇਗੀ। ਅਗਰ ਲਾਈਟ ਚੱਲਦੀ ਆ ਤਾਂ ਇਹ ਕਿਸਾਨ ਇਸ ਰੋਡ ਨੂੰ ਖਾਲੀ ਕਰਨਗੇ, ਇਹ ਕਿਸਾਨਾਂ ਦਾ ਕਹਿਣਾ ਹੈ। ਅਗਰ ਲਾਈਟ ਨਹੀਂ ਚੱਲਦੀ ਤਾਂ ਇਹ ਕਿਸਾਨ ਇਸੇ ਤਰੀਕੇ ਨਾਲ ਇਸੇ ਰੋਡ ਦੇ ਉੱਪਰ ਹੀ ਬੈਠੇ ਰਹਿਣਗੇ। ਪਹਿਲਾਂ ਦਾਣੇ ਦਾ ਪਾਓ, ਫਿਰ ਵੰਡਾਂਗੇ ਲੋਕਾਂ ਨੂੰ। ਪ੍ਰੋਬਲਮ ਆਉਣੀ ਹੈ ਸ਼ਾਮ ਤੱਕ, ਤੇ ਮੈਂ ਪਹਿਲਾਂ ਹੀ ਉੱਥੇ ਮੀਟਿੰਗ ਸੀਗੀ ਸਾਡੀ ਖਤਮ ਹੋ ਗਈ ਤੇ ਮੈਂ ਆ ਕੇ ਜੀਰੇ ਬਹਿ ਗਿਆ। ਯਾਰ ਸਾਨੂੰ ਸੌਂ ਪਵਾ ਦੇ ਕਿ ਕਣਕ ਝੋਨਾ ਹੀ ਬੀਜੋ, ਆ ਸਬਜ਼ੀਆਂ ਸੂਜੀਆਂ ਵਾਲਾ ਪੰਗਾ ਨਾ ਲਾਓ। ਕੱਲੀ ਕਣਕ ਬਜਾ ਦਿਆ ਕਰੋ। ਫਿਰ ਸੌਖੇ ਸਾਹ ਲੜੀ ਜਾ 200 ਐਵੇਂ ਕਿਉਂ ਮਾਰ ਭੱਜੇ ਫੜੇ ਸਵੇਰੇ ਛੱਡ ਦੇ ਕਿਹੜੇ ਤਮਕੇ ਮਾਰੀ ਜਾਂਦੇ ਅੰਗਰੇਜ਼ ਕੰਮ ਕਰਨ ਆਇਆ ਕਰਨਗੇ ਬਾਹਰ ਹੋ ਇੱਥੋਂ ਦੱਸੋ। 17 ਨੂੰ ਬੰਦ ਹੋ ਗਿਆ ਨਾ, 17 ਤੇ ਮੈਗਾਵਾਟ ਪਹਿਲੇ ਸਗੋਂਡੇ ਫਿਰਦੇ ਸੀ, ਉਹ ਕਦੋਂ ਉਧਾਰ ਫੜ ਲਈ ਕਿਸੇ ਤੋਂ ਲੈਣੇ, ਕੋਈ ਵੇਚਦਾ ਕਰਦਾ ਕੰਮ ਚਲਾਈ ਜਾਂਦੇ। ਇਹਨਾਂ ਦਾ ਸਾਰਾ ਕੁਝ ਹੀ ਭਾਰਤ ਦਾ ਖਰਾਬ ਹੀ ਕਰਤਾ ਜੀ। ਲਾਜਾ ਦਿੱਲੀ ਨੂੰ ਵੀ ਆਪਣੀ ਲਾਈਟ ਦਿੱਲੀ ਨੂੰ ਵੀ ਦੇਣ ਲੱਗ ਪਏ ਇਹ। ਯਾਰ ਹੱਡੇ ਫਿਰਦੇ ਕੰਮ ਤੇ ਚਲਾਈ ਜਾਂਦੇ ਬੇੜਾ ਕਰ। ਕੋਈ ਨਹੀਂ ਚੰਗੇ ਹੁੰਦੇ ਤਾਂ ਫਿਰ ਬੇੜਾ ਨਹੀਂ ਕਰ ਦਿੰਦਾ, ਚੰਗਾ ਕੋਈ ਨਹੀਂ ਕੁੜੀਆਂ ਵਰਗਾ ਸਾਡਾ ਐਸਪੀ ਉਹ ਵੀ ਭੱਜ ਕੇ ਲੈ ਗਏ ਸਾਰੇ ਕੰਮ ਕਰੀ ਜਾਂਦਾ। ਉਹ ਲਾਣੇ ਨਹੀਂ ਜਾਂਦੇ, ਠੀਕ ਗੱਲ ਹੈ। ਕਿੱਥੇ ਆਂਟੀ ਕਿਹੜਾ ਵਾ ਹੈ ਮੰਗ ਕਰਦਾ
ਫਾਲਟ ਕਿਤੇ ਵੀ ਨਹੀਂ ਨਹੀਂ ਫਾਲਟ ਤਾਂ ਹੈ ਨਹੀਂ ਪਹਿਲਾਂ ਸਰਕਾਰ ਦਾ ਫਾਲਟ ਕੇ ਕਿਹਦੇ ਚਾਹੇ ਦਿੱਲੀ ਵਾਲਿਆਂ ਦੇ ਕਿਹਦੇ ਅੱਛਾ, ਇਹ ਕੀ ਕਹਿ ਰਹੇ ਸੀ ਵੀ ਡੀਸੀ ਜਿਹੜੇ ਨੇ ਉਹ ਇੱਥੋਂ ਆਏ ਨੇ, ਪਹੁੰਚੇ ਨੇ ਜਾਂ ਨਹੀਂ? ਹਾਂ ਆਏ, ਉਹ ਪਿੱਛੋਂ ਆਏ ਆ, ਉਹਨਾਂ ਨੇ ਆ ਕੇ ਰਸਤਾ ਆਪਣਾ ਬਣਾ ਕੇ ਖੇਤਾਂ ਵਿੱਚ ਦੀ ਗੱਡੀ ਆਪਦੀ ਕੱਢਣ ਦੀ ਕੋਸ਼ਿਸ਼ ਕੀਤੀ ਆ। ਅਸੀਂ ਅੱਗੇ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਮਈਆਂ ਸਿੰਘਾਂ ਰੋਡ ਉੱਪਰ ਦੀ ਜਦੋਂ ਅਸੀਂ ਅੱਗੇ ਗਏ ਆ, ਉਹਨੇ ਗੱਡੀ ਆਪਣੀ ਬੈਕ ਕਰ ਲਈ ਆ। ਅਸੀਂ ਫਿਰ ਪਿੱਛੇ ਆ ਗਏ ਆ, ਉਹਨੇ ਨਵੇਂ ਰਸਤੇ ਦੇ ਵਿੱਚ ਖੇਤਾਂ ਵਿੱਚ ਭਜਾ ਕੇ ਚਲੇ ਗਏ। ਅੱਛਾ, ਮਤਲਬ ਫਿਰੋਜ਼ਪੁਰ ਦੇ ਡੀਸੀ ਗੱਡੀ ਜਿਹੜੀ ਖੇਤਾਂ ਵਿੱਚ ਦੀ ਕੱਢ ਕੇ ਲੈ ਗਏ? ਮੈਡਮ ਇੱਥੇ ਖੁਦ ਵੇਖੇ ਵਿੱਚ ਮੈਡਮ। ਹਾਂ, ਨਹੀਂ ਤੇ ਧਰਨੇ ਕੋਲੇ ਆ ਕੇ ਲੋਕਾਂ ਨੂੰ ਪੁੱਛਣਾ ਨਹੀਂ ਚਾਹੀਦਾ ਸੀ? ਨਾ ਕਿਸੇ ਨੇ ਕੋਈ ਨੂੰ ਪੁੱਛਿਆ ਨਹੀਂ, ਨਾ ਬੈਗ ਲੈ ਗਏ, ਬੈਗ ਚਲੇ ਗਏ। ਅਲੀਪੁਰ ਵਿੱਚ ਦੀ ਮੀਆਂ ਸਿੰਘ ਵਾਲਾ ਲਿੰਕ ਰੋਡ ਦੇ ਉੱਤੋਂ ਦੀ ਕਰਕੇ ਅਲੀਪੁਰ ਵਾਲਾ ਰਸਤਾ ਉਹਦਾ ਡਿਵਰਟ ਕਰਕੇ ਨਿਕਲ ਗਏ। ਕਿਸਾਨਾਂ ਨੂੰ ਕੋਈ ਨਹੀਂ ਉਹਨਾਂ ਨੇ ਆ ਕੇ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਬੈਠੇ ਆ, ਕੀ ਤੁਹਾਡੀ ਪ੍ਰੋਬਲਮ ਹੈਗੀ ਆ। ਉਹ ਆਪਦਾ ਇੱਥੋਂ ਕੰਨੀ ਕਰਤਰਾ ਕੇ ਨਿਕਲ ਗਏ। ਲੱਗਦਾ ਨਹੀਂ ਸੀ ਉਹਨਾਂ ਨੂੰ ਰੁਕਣਾ ਚਾਹੀਦਾ ਸੀ? ਫਿਰ ਵੀ ਮਾਲਕ ਨੇ ਜ਼ਿਲ੍ਹੇ ਜ਼ਿਲ੍ਹੇ ਦੇ ਮਾਲਕ ਸੀ ਸਾਰੇ, ਜਿਹੜੇ ਹੈਗੇ ਉੱਥੋਂ ਦੇ ਪ੍ਰਸ਼ਾਸਨ ਆ ਸਾਰਾ ਉਹਨਾਂ ਦੇ ਅੰਡਰ ਹੀ ਆ, ਡੀਸੀ ਸਾਹਿਬ ਦੇ ਅੰਡਰ ਹੀ ਆ। ਉਹ ਕਿਸਾਨਾਂ ਨੂੰ ਆ ਕੇ ਪੁੱਛਦੇ ਵੀ ਕੀ ਪ੍ਰੋਬਲਮ ਆ ਤੁਹਾਡੀ, ਕਾਹਦੇ ਵਾਸਤੇ ਰਸਤਾ ਰੋਕਿਆ। ਪਰ ਆਮ ਲੋਕਾਂ ਨੂੰ ਉਹਨਾਂ ਨੇ ਵੀ ਰਾਹ ਬਦਲ ਕੇ ਜਾਣਾ। ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਮਤਲਬ ਆਪਦੇ ਲੋਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਚੋਰੀ ਛੱਪੇ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਲੋਕਾਂ ਨੇ ਉਹਨਾਂ ਨੂੰ ਪਛਾਣ ਲਿਆ ਵੀ ਡੀਸੀ ਫਿਰੋਜ਼ਪੁਰ ਨੇ, ਕਿਉਂਕਿ ਉਹਨਾਂ ਦੇ ਨਾਲ ਸਿਕਿਉਰਿਟੀ ਨਹੀਂ ਸੀ, ਸਿਰਫ ਇੱਕ ਗਨਮੈਨ ਤੇ ਇੱਕ ਡਰਾਈਵਰ ਸੀਗਾ ਉਹਨਾਂ ਦੀ ਗੱਡੀ 'ਚ। ਜਦੋਂ ਮੁੰਡੇ ਅੱਗੋਂ ਦੀ ਗਏ ਆ, ਉਹਨਾਂ ਨੇ ਗੱਡੀ ਡਿਵਰਟ ਕਰਕੇ ਫਿਰ ਆਪਦੀ ਦੂਜੇ ਪਾਸੇ ਦੀ ਵਾਹਣ ਦੇ ਵਿੱਚ ਖੇਤਾਂ ਦੇ ਵਿੱਚ ਕੱਢ ਕੇ ਤੇ ਲੈ ਗਏ। ਕਿਸੇ ਨੂੰ ਉਹਨਾਂ ਨੇ ਕੋਈ ਗੱਲ ਨਹੀਂ ਪੁੱਛੀ। ਚਾਹੀਦਾ ਸੀਗਾ। ਤੁਸੀਂ ਦੇਖ ਸਕਦੇ ਹੋ ਕਿ ਡੀਸੀ ਫਿਰੋਜ਼ਪੁਰ ਇਸ ਰੋਡ ਤੋਂ ਲੰਘਦੇ ਨੇ, ਪਰ ਅੱਜ ਜਦੋਂ ਡੀਸੀ ਫਿਰੋਜ਼ਪੁਰ ਇੱਥੋਂ ਦੀ ਲੰਘਣ ਲੱਗੇ ਤਾਂ ਅੱਗੇ ਧਰਨਾ ਸੀ। ਲੋਕਾਂ ਦਾ ਕਹਿਣਾ ਹੈ ਕਿ ਉਹ ਧਰਨੇ ਤੋਂ ਪਿੱਛੋਂ ਹੀ ਕੱਟ ਮਾਰ ਕੇ ਕਿਸੇ ਹੋਰ ਰੋਡ ਥਾਣੀ ਚਲੇ ਗਏ, ਪਰ ਇਹਨਾਂ ਕਿਸਾਨਾਂ ਦੇ ਵੱਲੋਂ ਕੁਝ ਕੁ ਲੋਕਾਂ ਵੱਲੋਂ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਡੀਸੀ ਫਿਰੋਜ਼ਪੁਰ ਨੂੰ ਕਿ ਇੱਥੇ ਆ ਕੇ ਸਾਡੀ ਵੀ ਤਾਂ ਮੁਸੀਬਤ ਸੁਣੀ ਜਾਵੇ, ਅਸੀਂ ਵੀ ਰੋਡ ਤੇ ਬੈਠੇ ਹਾਂ। ਪਰ ਜ਼ਰੂਰੀ ਨਾ ਸਮਝਦੇ ਹੋਏ ਡੀਸੀ ਫਿਰੋਜ਼ਪੁਰ ਜਿਹੜਾ ਕੀ ਆ ਉਹ ਆਪਣਾ ਰਾਸਤਾ ਸ਼ਾਰਟਕਟ ਲੈ ਕੇ ਆਪਣੇ ਘਰ ਨੂੰ ਚਲੇ ਗਏ। ਹਾਲਾਂਕਿ ਜ਼ਰੂਰੀ ਨਹੀਂ ਸਮਝਿਆ ਗਿਆ ਇੱਥੇ ਕਿ ਇਹ ਲੋਕ ਬੈਠੇ ਨੇ, ਕਿਸਾਨ ਬੈਠੇ ਨੇ, ਹਾਲਾਂਕਿ ਜ਼ਿਲ੍ਹੇ ਦੇ ਮਾਲਕ ਨੇ ਮਾਨਯੋਗ ਡੀਸੀ, ਪਰ ਚਾਹੀਦਾ ਸੀ ਕਿ ਇੱਥੇ ਰੋਕ ਕੇ ਇਹਨਾਂ ਲੋਕਾਂ ਦੀ ਵੀ ਗੱਲ ਸੁਣਨੀ। ਸਥਿਤੀ ਆਉਂਦੀ ਤਿਉਂ ਜਿਹੜੀ ਆ ਉਸੇ ਤਰੀਕੇ ਨਾਲ ਆ, ਪਰ ਕਿਸੇ ਪਾਸੇ ਵੀ ਜਿਹੜੀ ਗੱਲ ਲੱਗਦੀ ਦਿਖਾਈ ਨਹੀਂ ਦੇ ਰਹੀ। ਹਾਲਾਂਕਿ ਐਕਸ਼ਨ ਵੱਲੋਂ ਇਹ ਗੱਲ ਕਹੀ ਗਈ ਆ ਕਿ ਜਿਹੜਾ ਲਾਈਟ ਆ ਉਹ ਜਲਦੀ ਹੀ ਜਿਹੜੀ ਚਲਾਈ ਜਾਏਗੀ, ਪਰ ਕਿਸਾਨ ਵੀ ਕਹਿੰਦੇ ਆ ਜਦੋਂ ਲਾਈਟ ਚੱਲੇਗੀ ਉਸ ਸਮੇਂ ਅਸੀਂ ਜਿਹੜਾ ਇਸ ਰੋਡ ਨੂੰ ਖਾਲੀ ਕਰਾਂਗੇ, ਉਸ ਤੋਂ ਪਹਿਲਾਂ ਅਸੀਂ ਰੋਡ ਨਹੀਂ ਛੱਡਾਂਗੇ। ਪਰ ਜਿਹੜੇ ਅਧਿਕਾਰੀ ਆ ਦੂਜੇ ਪਾਸੇ ਉਹ ਗੱਲ ਕਰ ਰਹੇ ਆ, ਇੱਕ ਪਾਸੇ ਕਿਸਾਨ ਬੈਠੇ ਨੇ ਤੇ ਦੂਜੇ ਪਾਸੇ ਜਿਹੜੇ ਅਧਿਕਾਰੀ ਨੇ। ਤੁਸੀਂ ਦੇਖ ਸਕਦੇ ਹੋ ਕਿ ਧਰਨੇ ਦੇ ਵਿੱਚ ਹੀ ਜਿਹੜੇ ਤੁਸੀਂ ਦੇਖੋ ਕਿ ਕਿਸਾਨਾਂ ਦੇ ਨਾਲ, ਹਾਲਾਂਕਿ ਇੱਕ ਪਾਸੇ ਮੈਂ ਕਿਹਾ ਸੀ ਪ੍ਰਸ਼ਾਸਨ ਆ ਤੇ ਦੂਜੇ ਪਾਸੇ ਕਿਸਾਨ ਆ, ਪਰ ਹੁਣ ਉਹ ਸਥਿਤੀ ਨਹੀਂ ਗਈ। ਹੁਣ ਸਥਿਤੀ ਸੇਮ ਹੋ ਗਈ ਆ। ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ ਉਹ ਵੀ ਧਰਨੇ 'ਚ ਹੀ ਬਹਿ ਗਏ ਆ ਨਾਲ। ਤੁਸੀਂ ਵੇਖੋ ਐਕਸ਼ਨ ਜਿਨ੍ਹਾਂ ਨਾਲ ਅਸੀਂ ਕੁਝ ਸਮਾਂ ਪਹਿਲਾਂ ਗੱਲ ਕਰਦੇ ਸੀ, ਜਿਨ੍ਹਾਂ ਨੇ ਸਾਨੂੰ ਕਿਹਾ ਕਿ ਕੁਝ ਸਮੇਂ ਤੱਕ ਲਾਈਟ ਛੱਡਣ ਦੇ ਆਸਾਰ ਹੈਗੇ ਆ, ਚੱਲ ਸਕਦੀ ਆ, ਪਰ ਇੰਜ ਲੱਗਦਾ ਹੈ ਕਿ ਉਹ ਵੀ ਜਿਹੜੇ ਕਿਸਾਨਾਂ ਦੇ ਨਾਲ ਬੈਠ ਕੇ ਉਹਨਾਂ ਦੀ ਹਮਦਰਦੀ ਦੇ ਵਿੱਚ ਕਹਿ ਸਕਦੇ ਆ ਬੈਠੇ ਆ। ਗੱਲ ਵੀ ਕਰਾਂਗੇ। ਫਿਲਹਾਲ ਜਿਹੜੀ ਉਹਨਾਂ ਵੱਲੋਂ ਜਾਣਕਾਰੀ ਉੱਪਰ ਭੇਜੀ ਜਾ ਰਹੀ ਆ, ਅਗਰ ਮੈਂ ਦੇਖਦਾ ਮੈਂ ਸੋਚ ਰਿਹਾ ਕਿ ਜਿਹੜੇ ਇੱਥੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਆ, ਅਗਰ ਕਿਸੇ ਦੇ ਬੱਸ ਦੀ ਗੱਲ ਨਹੀਂ ਹੈਗੀ ਤਾਂ ਉੱਪਰ ਗੱਲ ਕਿਉਂ ਨਹੀਂ ਕੀਤੀ ਜਾ ਰਹੀ, ਕਿਉਂ ਨਹੀਂ ਉੱਪਰ ਗੱਲ ਕਰਕੇ ਇਸ ਦਾ ਮਸਲਾ ਹੱਲ ਕੀਤਾ ਜਾ ਰਿਹਾ? ਕਿਉਂਕਿ ਆਮ ਪਬਲਿਕ, ਆਮ ਲੋਕ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਘਰਾਂ ਤੱਕ ਪਹੁੰਚਣਾ ਹੈ। ਸ਼ਾਮ ਦਾ ਸਮਾਂ, ਹਾਲਾਂਕਿ 3 ਘੰਟੇ ਤੋਂ ਤਾਂ ਖੱਜਲ ਖਵਾਰ ਹੁੰਦੇ ਦਿਖਾਈ ਦੇ ਰਹੇ ਆ, ਪਰ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਪਹੁੰਚਣਾ ਹੈ ਉਹ ਲੋਕ ਜਿਹੜੇ ਬਾਹਰ ਦੇ ਹੁੰਦੇ ਨੇ ਤਾਂ ਉਹਨਾਂ ਦੇ ਜਿਹੜੇ ਰਾਸਤੇ ਡਾਈਵਰਟ ਕਰਕੇ ਉਹਨਾਂ ਨੂੰ ਕਿਸੇ ਹੋਰ ਪਾਸੋਂ ਦੀ ਜਾਣਾ ਬਹੁਤ ਔਖਾ ਹੈ। ਕਿਉਂਕਿ ਜਿਹੜੀ ਗੱਲ ਕਰੀਏ ਕਿ ਜਿਹੜੇ ਇਸ ਰਾਸਤੇ ਨੂੰ ਬੰਦ ਕਰਨ ਤੋਂ ਬਾਅਦ, ਹਾਲਾਂਕਿ ਜਿਹੜੀ ਪ੍ਰੋਬਲਮ ਆ ਉਹ ਤਾਂ ਕਿਤੇ ਨਾ ਕਿਤੇ ਆਉਂਦੀ ਆ, ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਹਾਲਾਂਕਿ ਜਿਹੜੀਆਂ ਐਂਬੂਲੈਂਸਾਂ ਜਾਂ ਜ਼ਰੂਰੀ ਗੱਡੀਆਂ ਨੇ ਉਹਨਾਂ ਨੂੰ ਇੱਥੋਂ ਕੱਢਿਆ ਜਾਂਦਾ ਹੈ, ਦੇਖ ਸਕਦੇ ਹੋ ਤੁਸੀਂ। ਪਰ ਦੂਜੇ ਪਾਸੇ ਗੱਲ ਕਰੀਏ ਕਿ ਆਖਿਰਕਾਰ ਜਿਹੜੀ ਆਮ ਪਬਲਿਕ ਆ ਜਿਹੜੀ ਉਹ ਪਰੇਸ਼ਾਨ ਹੋ ਰਹੀ ਆ, ਕਿ ਆਮ ਪਬਲਿਕ ਨੂੰ ਕਿਸ ਤਰੀਕੇ ਨਾਲ ਪਰੇਸ਼ਾਨੀ ਤੋਂ ਬਚਾਇਆ ਜਾਏਗਾ।
ਹਾਂਜੀ ਕੀ ਪ੍ਰੋਬਲਮ ਆ ਜੀ? ਪ੍ਰੋਬਲਮ ਜਾਮ ਲੱਗਾ, ਲਾਈਟ ਆਉਂਦੀ ਨਹੀਂ। ਅੱਛਾ, ਉਹ ਤਾਂ ਕਿਸਾਨਾਂ ਨੇ ਲਾਇਆ ਨਾ ਜਾਮ, ਤੁਸੀਂ ਤਾਂ ਬੱਸਾਂ ਕਿਸਾਨ ਹੀ ਆ ਅਸੀਂ, ਬੱਸਾਂ ਵਾਲੇ ਨਹੀਂ, ਪਹਿਲੋਂ ਕਿਸਾਨ ਆ, ਬਾਅਦ ਚ ਬੱਸਾਂ ਵਾਲੇ ਆ। ਹੁਣ ਬੱਸਾਂ ਖੜਾ ਕੇ ਤੁਸੀਂ ਕਿਸਾਨਾਂ ਨਾਲ ਤੇ ਹੋਰ ਕੀ ਕਰਾਂ, ਕਿੱਧਰ ਜਾਈਏ? ਦੱਸ 50 ਕਿਲੋਮੀਟਰ ਕਿੱਥੋਂ ਵਲ ਕੇ ਆਈਏ? ਤੇਲ ਕਿੰਨਾ ਮਹਿੰਗਾ ਮੈਨੂੰ ਇਹ ਦੱਸੋ। ਇਹ ਤਾਂ ਦੱਸੋ, ਤੇਲ ਕਿੱਥੇ 100 ਰੁਪਏ ਲੀਟਰ ਆ, ਕਿੱਥੋਂ ਪੂਰਾ ਕਰਾਂਗੇ ਅਸੀਂ ਤੇਲ? ਫਿਰ ਸਰਕਾਰ ਨੂੰ ਬਿਜਲੀ ਨਹੀਂ ਛੱਡ ਦੇਣੀ ਚਾਹੀਦੀ ਵੀ ਕਿਸਾਨ ਵੀ ਆਪਦੇ ਘਰੇ ਹੋਣ ਤੇ ਬੱਸਾਂ ਵੀ ਸਹੀ ਚੱਲਣ? ਇਹ ਤਾਂ ਚਾਹੀਦਾ ਨਾ ਉਹਨਾਂ ਨੂੰ, ਇਹਦਾ ਕਰਨ ਨਾ, ਉਹ ਸਰਕਾਰ ਕਰੇ ਇਹ, ਅਸੀਂ ਥੋੜਾ ਕਰ ਸਕਦੇ। ਪਰ ਇੰਜ ਹੋ ਨਹੀਂ ਰਿਹਾ। ਹੋ ਨਹੀਂ ਰਿਹਾ। ਜਿਹੜੇ ਕੋਈ ਪੱਠਾ ਟੱਕਾ ਭਰਦਾ ਸਾਰੇ ਟਰੈਕਟਰ ਲਾ ਕੇ ਭਰਨ ਦਾ ਆ, ਬੱਤੀ ਤਾਂ ਆਉਂਦੀ ਨਹੀਂ। ਹੋਰ ਦੱਸੋ ਕੀ ਸਰਕਾਰ ਤਾਂ ਕਹਿੰਦੀ ਸੀ ਫ੍ਰੀ ਬਿਜਲੀ ਦੇਵਾਂਗੇ। ਉਹ ਜਦੋਂ ਦਊਗੇ ਤਾਂ ਵੇਖੀ ਜੂਗੇ, ਅਜੇ ਤਾਂ ਨਹੀਂ ਦਿੰਦੇ। ਅਜੇ ਤਾਂ ਜਿਹੜੀ ਆਉਂਦੀ ਉਹ ਵੀ ਨਹੀਂ ਆਉਣ ਦਿੰਦੇ। ਆਊ ਕਦੋਂ? ਆਹ ਗੱਲ ਆ। ਹੁਣ ਦੱਸੋ ਕਰੀਏ ਤੇ ਕਰੀਏ ਕੀ? ਬੈਠਣਾ ਹੀ ਪਊ। ਤੁਸੀਂ ਦੇਖ ਸਕਦੇ ਹੋ ਜਿਹੜੇ ਬੱਸਾਂ ਵਾਲੇ ਨੇ, ਡਰਾਈਵਰ ਕੰਡਕਟਰ, ਉਹ ਵੀ ਧਰਨੇ 'ਚ ਬਹਿਣ ਲਈ ਮਜਬੂਰ ਹੈ। ਕਹਿੰਦੇ ਅਸੀਂ ਪਹਿਲਾਂ ਕਿਸਾਨ, ਹਾਲਾਂਕਿ ਚਲੋ ਬੱਸ ਚਲਾਉਣੇ ਆ, ਪਰ ਕਿਹੜੇ ਪਾਸੇ ਦੀ ਲੈ ਕੇ ਜਾਈਏ ਬੱਸਾਂ, ਕਿਹੜੇ ਪਾਸੋਂ ਦੀ ਨਿਕਲੀਏ, ਮਜਬੂਰ ਆ ਅਸੀਂ ਵੀ ਧਰਨੇ ਦੇ ਵਿੱਚ ਬੈਠਣ ਦੇ ਲਈ। ਧਰਨੇ ਦੇ ਵਿੱਚ ਬੈਠਣ ਲਈ ਤਿਆਰ ਨੇ, ਪਰ ਸਥਿਤੀ ਦੀ ਗੱਲ ਕਰੀਏ ਤਾਂ ਸਥਿਤੀ ਜਿਹੜੀ ਆ ਚੇਂਜ ਨਹੀਂ ਹੋਈ। ਵਿਸ਼ਵਾਸ ਤਾਂ ਭਾਵੇਂ ਦਿੱਤਾ ਗਿਆ ਐਕਸ਼ਨ ਵੱਲੋਂ ਕਿ ਲਾਈਟ ਕੁਝ ਸਮੇਂ 'ਚ ਛੱਡ ਦਿੱਤੀ ਜਾਏਗੀ, ਪਰ ਫਿਰ ਵੀ 15-20 ਮਿੰਟ ਹਜੇ ਤੱਕ ਬੀਤੇ ਨੇ, ਕੋਈ ਵੀ ਹਰੀ ਝੰਡੀ ਦਿਖਾਈ ਨਹੀਂ ਦਿੱਤੀ, ਜਿਹਦੇ ਮੁਤਾਬਕ ਅੰਦਾਜ਼ਾ ਲਾਇਆ ਜਾ ਸਕੇ ਕਿ ਜਿਹੜੀ ਲਾਈਟ ਆ ਉਹ ਆਏਗੀ। ਲੋਕ ਬੈਠੇ ਨੇ ਉਸੇ ਤਰੀਕੇ ਨਾਲ। 48 ਡਿਗਰੀ ਦਾ ਜਿਹੜਾ ਟੈਂਪਰੇਚਰ ਦੱਸਿਆ ਸੀ ਸੜਕ ਦੇ ਉੱਪਰ ਕਿਸਾਨਾਂ ਵੱਲੋਂ, ਉਹ ਹਜੇ ਵੀ ਉਸੇ 48 ਡਿਗਰੀ ਟੈਂਪਰੇਚਰ ਤੇ ਕਿਸਾਨ ਬੈਠੇ ਆ। ਪਰ ਇੱਕ ਪਾਸੇ ਜਿਹੜਾ ਪ੍ਰਸ਼ਾਸਨ ਆ ਉਹ ਵੀ ਪਹੁੰਚਿਆ ਹੋਇਆ ਹੈ, ਪਰ ਜਿਹੜਾ ਤਣ ਪੱਤਨ ਜਿਹੜੀ ਗੱਲ ਆ ਉਹ ਹਜੇ ਤੱਕ ਕਿਸੇ ਪਾਸੇ ਨਹੀਂ ਲੱਗੀ। ਹਾਲਾਂਕਿ ਪ੍ਰਸ਼ਾਸਨ ਵੀ ਬਹਿ ਗਿਆ ਹੈ ਕਿਸਾਨਾਂ ਦੇ ਨਾਲ, ਬੱਸਾਂ ਵਾਲੇ ਵੀ ਬਹਿ ਗਏ ਨੇ ਕਿਸਾਨਾਂ ਦੇ ਨਾਲ। ਕਿਉਂਕਿ ਉਹ ਕਹਿੰਦੇ ਨੇ ਅਸੀਂ ਹੋਰ ਕਿਹੜੇ ਪਾਸੇ ਜਾਈਏ। ਤਾਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਲਗਾਤਾਰ ਆਵਾਜ਼ੇ ਪੰਜਾਬ ਤੇ ਦੇਖ ਰਹੇ ਹੋ। ਚੱਲਿਆ ਨਹੀਂ। 12:30 ਤੋਂ 18:30 ਚੱਲਦਾ ਹੁੰਦਾ ਹੈ। ਇਹਨਾਂ ਨੂੰ ਇਹ ਹੈਗੀ ਆ 6 ਘੰਟੇ ਆ ਜੀ। ਹਾਂਜੀ, ਇਹ ਤਾਂ 3 ਹੀ ਮੰਗਦੇ ਆ ਵੀ ਸਾਨੂੰ 3 ਦੇ ਦਿਓ, ਝਰਨਾ ਚੱਕ ਲੈ, ਰਾਤ ਮਿਲ ਜੇਗੀ। ਦੂਜਾ ਹੈਗਾ ਅਲੀਪੁਰ ਭਾਗੋ ਪਿਆਨੋ ਚੱਲਦਾ, ਉਹ ਕਦੋਂ ਚੱਲਣਾ ਸੀਗਾ? ਉਹ ਵੀ 12 ਵਜੇ ਚੱਲਣਾ। ਉਹ ਵੀ 12 ਵਜੇ ਚੱਲਣਾ ਸੀਗਾ। ਉਹ ਚੱਲਿਆ ਮਗਰੋਂ ਘੰਟਾ ਡੇਢ ਚੱਲਿਆ। 12:30 ਤੋਂ 18:30 ਉਹ ਵੀ ਨਹੀਂ ਚੱਲਿਆ ਜੀ। ਕੋਈ ਵੀ ਨਹੀਂ ਚੱਲਿਆ ਜੀ। ਕੋਈ ਨਹੀਂ ਚੱਲਿਆ। ਮੈਂ ਧਰਨੇ 'ਚ ਆ ਜੀ, ਉਹਨਾਂ ਦੇ ਕੋਲੇ 'ਚ ਮੈਨੂੰ ਨਹੀਂ ਜਾਣਾ। ਧਰਨਾ ਮਰਕਾਈ ਹੈ ਜੀ। ਇਹ ਖੋਸਾ ਤੋਂ ਜਿਹੜਾ ਜੀਰੇ ਤੋਂ ਸਰ ਫਿਰੋਜ਼ਪੁਰ ਵਾਲੀ ਰੋਡ ਤੇ। ਹਾਂਜੀ ਹਾਂਜੀ, ਮਗਰ ਲੋਕ ਔਖੇ ਹੁੰਦੇ ਆ ਰਾਤ ਨੂੰ। 2 ਫੀਟਰਾਂ ਦਾ ਕਰ ਦਈਏ ਜੀ, ਬਾਕੀ ਕੱਲ ਨੂੰ 2 ਚੇਂਜ ਕਰਾ ਕੇ ਕਰਾ ਲਾਂਗੇ। ਇਹ ਕਰਵਾਈਏ ਮਸਲਾ ਜੀ ਆਪਾਂ, ਮੈਨੂੰ ਜਲਦੀ ਕਰਾ ਕੇ ਦਿਓ। ਹਾਂ ਭੇਜ ਦਿੱਤਾ ਜੀ, ਤੁਹਾਨੂੰ ਭੇਜ ਦਿੱਤਾ ਜੀ ਸਾਰਾ ਕੁਝ ਹੈਗਾ।
ਹੈਲੋ, ਹਾਂਜੀ ਸਰ, ਦੋਵਾਂ ਗ੍ਰਿਡਾਂ ਦੇ ਨੰਬਰ ਭੇਜਾਂ ਕੋਸਿਆਂ ਦਾ ਜੀ 96461 ਦਾ ਹੈਗਾ ਜੀ ਕੋਸਿਆਂ ਦਾ, ਤੇ ਭਾਗੋ ਕਿਆਂ ਦਾ ਹੈਗਾ ਜੀ 96461 ਭਾਗੋ ਗੱਡੀ ਲਿਖ ਕੇ ਭੇਜਾਂ ਜੀ। ਮੈਂ ਕਹਿੰਦਾ 94765 ਜੀ 96461 ਹਾਂਜੀ 95 ਕਿੰਨਾ 964 95755 96461 ਮੈਸੇਜ ਪਾ ਦਿਓ ਤੁਸੀਂ। ਫੋਨ ਹੀ ਬੰਦ ਕਰ ਦੇਣਾ। ਹਾਂ ਮੈਸੇਜ ਪਾ ਦਿਓ। ਕਿੱਧਰ ਗਿਆ ਸੁਖਪਾਲ? ਉਹ ਯਾਰ ਮੈਸੇਜ ਤਾਂ ਬਣਾ ਦੇ ਗੁਰੂਗਾ। ਲਿਆਓ ਸਰ ਚੁੱਕੇ ਨਹੀਂ ਦਰੀ ਤੇ ਬਹਿਣ ਤੂੰ ਵੀ ਡਰੀ ਜਾਣਾ। ਤੁਸੀਂ ਜਿਹੜੇ ਕਿਸਾਨ ਥੱਲੇ ਬੈਠੇ ਦੇਖ ਰਹੇ ਹੋ, ਇਹ ਕਿਸਾਨਾਂ ਦਾ ਜਿਹੜਾ ਮੇਨ ਮਸਲਾ ਹੈ, ਉਹ ਮਸਲਾ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ 3 ਘੰਟੇ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਚੁੱਕਿਆ ਇੱਥੇ ਕਿਸਾਨਾਂ ਨੂੰ, ਤਾਂ 3 ਘੰਟੇ ਜਿਹੜੇ 3 ਘੰਟੇ ਦਾ ਜਿਹੜਾ ਸਮਾਂ 3 ਘੰਟੇ ਤੋਂ ਉੱਪਰ ਹੋ ਚੁੱਕਿਆ ਹੈ, ਤੇ ਜਿਹੜੇ ਕਿਸਾਨ ਹੈਗੇ ਆ ਉਹ ਰੋਡ ਦੇ ਉੱਪਰ ਜੀਰਾ ਰੋਡ ਫਿਰੋਜ਼ਪੁਰ ਪਿੰਡ ਮਰਖਾਈ ਦੇ ਕੋਲੇ ਜਿਹੜੇ ਰੋਡ ਨੂੰ ਜਾਮ ਕਰਕੇ ਬੈਠੇ ਆ, ਤੇ ਦੂਜੇ ਪਾਸੇ ਜਿਹੜੇ ਆਮ ਪਬਲਿਕ ਹਾਲਾਂਕਿ ਖਰਾਬ ਹੁੰਦੀ ਦਿਖਾਈ ਦੇ ਰਹੀ ਆ। ਪਰ ਕਿਸਾਨਾਂ ਨੂੰ ਜਦੋਂ ਇਹ ਸਵਾਲ ਕੀਤਾ ਹੈ ਕਿ ਆਮ ਪਬਲਿਕ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਕਿਤੇ ਨਾ ਕਿਤੇ ਜਿਹੜਾ ਲਾਈਟ ਨਾ ਆਉਣ ਕਰਕੇ ਸਾਡੀਆਂ ਮੁਸੀਬਤਾਂ ਵਧੀਆਂ ਨੇ, ਉਹਦਾ ਕਿਤੇ ਨਾ ਕਿਤੇ ਜਿਹੜਾ ਹੱਲ ਆ ਉਹ ਕੀਤਾ ਜਾਵੇ। ਤੇ ਜਿਹੜੀਆਂ ਤਸਵੀਰਾਂ ਸਾਹਮਣੇ ਤੁਸੀਂ ਬੈਠੇ ਦੇਖ ਰਹੇ ਹੋ, ਤਾਂ ਐਕਸੀਅਨ ਕਿਸਾਨਾਂ ਦੇ ਨਾਲ, ਹਾਲਾਂਕਿ ਦਰੀ ਦੇ ਉੱਪਰ ਐਕਸੀਅਨ ਬੈਠੇ ਨੇ, ਤੇ ਉੱਥੇ ਜਿਹੜੀ ਗੱਲਬਾਤ ਆ, ਵਾਰਤਾਲਾਪ ਆ ਜਿਹੜੀ ਉਹ ਉੱਪਰਲੇ ਅਧਿਕਾਰੀਆਂ ਦੇ ਨਾਲ ਕੀਤੀ ਜਾ ਰਹੀ ਆ। ਇੱਕੋ ਅੜੀ ਚੱਲ ਰਹੀ ਆ ਕਿ ਜਿਹੜੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਲਾਈਟ ਜਿੰਨੀ ਦੇਰ ਤੱਕ ਨਹੀਂ ਛੱਡੀ ਜਾਂਦੀ ਉਨੀ ਦੇਰ ਤੱਕ ਅਸੀਂ ਇੱਥੋਂ ਨਹੀਂ ਉੱਠਾਂਗੇ। ਪਰ ਦੂਜੇ ਪਾਸੇ ਤਹਿਸੀਲਦਾਰ ਦੇ ਆਉਣ ਤੋਂ ਬਾਅਦ ਵੀ, ਇੱਥੇ ਐਕਸੀਅਨ ਦੇ ਆਉਣ ਤੋਂ ਬਾਅਦ ਵੀ ਹਾਲਾਂਕਿ ਧਰਨਾ ਤਾਂ ਨਹੀਂ ਚੱਕਿਆ ਗਿਆ, ਪਰ ਮੰਗ ਜਿਹੜੀ ਆਉਂਦੀ ਤਿਉਂ ਆ ਕਿ ਸਾਡੀ ਲਾਈਟ ਅਗਰ ਛੱਡੀ ਜਾਏਗੀ ਤਾਂ ਅਸੀਂ ਇਸ ਰੋਡ ਨੂੰ ਖੋਲਾਂਗੇ। ਪਰ ਜਿਹੜੇ ਉੱਪਰ ਚੀਫ ਨਾਲ ਗੱਲ ਕੀਤੀ ਗਈ ਆ, ਇਹਨਾਂ ਵੱਲੋਂ ਜਿਹੜੇ ਇੱਥੋਂ ਦੇ ਐਕਸੀਅਨ ਪਹੁੰਚੇ ਨੇ, ਚੀਫ ਨਾਲ ਗੱਲ ਕੀਤੀ ਆ, ਤੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਸਮੇਂ ਤੱਕ ਜਿਹੜੀ ਡਿਟੇਲ ਮੰਗਵਾਈ ਗਈ ਆ, ਪਰ ਕੁਝ ਸਮੇਂ ਤੱਕ ਜਿਹੜਾ ਇਸ ਰੋਡ ਨੂੰ ਖੁੱਲਣ ਦੇ ਚਾਂਸ ਲੱਗ ਰਿਹਾ, ਕਿਉਂਕਿ ਲਾਈਟ ਛੱਡਣ ਦਾ ਮੁੱਖ ਕਾਰਨ ਹੈਗਾ ਕਿ ਲਾਈਟ ਨੂੰ ਨਾ ਛੱਡਣਾ, ਪਰ ਲਾਈਟ ਜਿਹੜੀ ਆ ਕੁਝ ਸਮੇਂ ਤੱਕ ਜਿਹੜੀ ਆ ਉਹ ਛੱਡਣ ਦੇ ਆਸਾਰ ਬਣਦੇ ਦਿਖਾਈ ਦੇ ਰਿਹਾ, ਕਿਉਂਕਿ ਜਿਹੜੇ ਇੱਕੋ ਦਰੀ ਦੇ ਉੱਪਰ ਪ੍ਰਸ਼ਾਸਨ ਤੇ ਨਾਲ ਕਿਸਾਨ ਬੈਠੇ ਨੇ, ਇੱਕੋ ਦਰੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ। ਤੇ ਹਾਲਾਂਕਿ ਕਿਤੇ ਨਾ ਕਿਤੇ ਜਿਹੜੀਆਂ ਮੁਸ਼ਕਲਾਂ ਦੀ ਗੱਲ ਕਰੀਏ ਤਾਂ ਮੁਸ਼ਕਲਾਂ ਵਾਕਈ ਜਿਹੜੇ ਕਿਸਾਨ ਨੇ ਪਰੇਸ਼ਾਨੀ ਦੇ ਵਿੱਚ ਨੇ। ਇੱਕ ਕਿਸਾਨ ਤੁਸੀਂ ਪਹਿਲਾਂ ਵੀ ਸੁਣਿਆ ਕਿ ਉਸਨੇ ਜਿਹੜੀ ਫਸਲ ਆ ਉਹਨੇ 350 ਕਿੱਲੇ ਦੇ ਆਸ-ਪਾਸ ਦੱਸਿਆ ਕਿ ਜਿਹੜੀ ਫਸਲ ਇਸ ਏਰੀਏ ਦੇ ਵਿੱਚ ਜਿਹੜੀ ਸੜਦੀ ਦਿਖਾਈ ਦੇ ਰਹੀ ਆ। ਪਰ ਜੇ ਉਹ ਲਾਈਟ ਦੇ ਕਾਰਨ, ਮੁੱਖ ਕਾਰਨ ਲਾਈਟ ਹੀ ਦੱਸਿਆ ਜਾ ਰਿਹਾ ਕਿ ਅਗਰ ਲਾਈਟ ਹੋਵੇ ਤਾਂ ਉਹ ਜਿਹੜੀ ਫਸਲ ਆ ਉਹ ਨਹੀਂ ਸੜੇ। ਹਾਲਾਂਕਿ ਫਾਲਤੂ ਲਾਈਟ ਨਹੀਂ ਮੰਗ ਰਹੇ, ਵਾਧੂ ਲਾਈਟ ਨਹੀਂ ਮੰਗੀ ਜਾ ਰਹੀ ਇਹਨਾਂ ਕਿਸਾਨਾਂ ਵੱਲੋਂ। ਜੋ ਤੁਸੀਂ ਕਿਸਾਨ ਵੇਖ ਰਹੇ ਹੋ, ਇਹਨਾਂ ਵੱਲੋਂ ਸਿਰਫ ਔਰ ਸਿਰਫ ਆਪਣੀ ਹੀ 8 ਘੰਟੇ ਲਈ ਲਾਈਟ ਮੰਗੀ ਜਾ ਰਹੀ ਆ। ਜੋ ਸਰਕਾਰ ਨੇ ਕਿਹਾ ਹੈ ਕਿ ਕਿਸਾਨਾਂ ਨੂੰ 8 ਘੰਟੇ ਲਾਈਟ ਦਿੱਤੀ ਜਾਵੇਗੀ, ਹਾਲਾਂਕਿ ਉਹੀ ਲਾਈਟ ਜਿਹੜੀ ਆ ਉਸੇ ਦੀ ਗੱਲ ਹੀ ਕਿਸਾਨਾਂ ਦੇ ਵੱਲੋਂ ਕੀਤੀ ਗਈ ਆ। ਪਰ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਹੈਗਾ ਹੈ, ਪ੍ਰਸ਼ਾਸਨ ਹੈ, ਬਿਜਲੀ ਬੋਰਡ ਦੇ ਜਿਹੜੇ ਅਧਿਕਾਰੀ ਹੈਗੇ ਆ, ਐਕਸੀਅਨ ਦਰੀ ਦੇ ਉੱਪਰ ਹਾਲਾਂਕਿ ਨਾਲ ਬੈਠੇ ਨੇ ਕਿਸਾਨਾਂ ਦੇ, ਪਰ ਉਹਨਾਂ ਦਾ ਕਹਿਣਾ ਹੈ
ਐਕਸ਼ਨ ਵੱਲੋਂ ਜਿਹੜੀ ਉੱਪਰਲੇ ਅਧਿਕਾਰੀਆਂ ਨਾਲ, ਜਿਵੇਂ ਅਸੀਂ ਪਹਿਲਾਂ ਦੱਸਿਆ ਕਿ ਆਪਣੇ ਚੀਫ ਜਾਂ ਹੋਰ ਅਧਿਕਾਰੀ ਜਿਹੜੇ ਨੇ ਉਹਨਾਂ ਨਾਲ ਗੱਲ ਕੀਤੀ ਜਾ ਰਹੀ ਆ ਕਿ ਇਸ ਧਰਨੇ ਨੂੰ ਚੁਕਵਾਉਣ ਦਾ ਹੱਲ, ਹਾਲਾਂਕਿ ਮੰਗ ਉਹੀ ਆ ਕਿ ਜਿਹੜਾ ਲਾਈਟ ਨੂੰ ਅਗਰ ਛੱਡਿਆ ਜਾਏਗਾ ਤਾਂ ਫਿਰ ਹੀ ਅਸੀਂ ਜਿਹੜਾ ਇਸ ਰੋਡ ਨੂੰ ਖਾਲੀ ਕਰਾਂਗੇ। ਪਰ ਗੱਲ ਕਰੀਏ ਦੂਜੇ ਪਾਸੇ ਕਿ ਜਿਹੜੀ ਲਾਈਟ ਆ ਉਹ ਛੱਡਣ ਦੇ ਜਿਹੜੇ ਚਾਂਸ ਆ, ਮਤਲਬ ਜਿਹੜੀ ਖੇਤਾਂ ਵਾਲੀ ਲਾਈਟ ਆ ਉਹਦੇ ਆਉਣ ਦੇ ਜਿਹੜੇ ਚਾਂਸ ਆ ਉਹ ਬਣੇ ਹੋਏ ਆ, ਕਿਉਂਕਿ ਜਿਹੜੇ ਐਕਸੀਅਨ ਬੈਠੇ ਨੇ ਤੁਸੀਂ ਸਾਹਮਣੇ ਦੇਖ ਰਹੇ ਹੋ, ਜਿਹੜੇ ਨੀਲੀ ਪੱਗ ਵਾਲੇ ਜਿਹੜੇ ਐਕਸੀਅਨ ਨੇ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿਸਾਨਾਂ ਨੂੰ ਕਿ ਬਹੁਤ ਜਲਦ ਜਿਹੜੀ ਲਾਈਟ ਆ ਉਹ ਛੱਡੀ ਜਾਏਗੀ। ਤੇ ਉਸੇ ਤਰ੍ਹਾਂ ਤਸਵੀਰਾਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਉਸੇ ਤਰੀਕੇ ਨਾਲ ਪਿਛਲੇ 3 ਘੰਟੇ, ਹਾਲਾਂਕਿ ਤੁਸੀਂ ਲਾਈਵ ਸਾਡੇ ਨੂੰ 51 ਮਿੰਟ ਹੋ ਚੁੱਕੇ ਆ, 1 ਘੰਟੇ ਦੇ ਆਸ-ਪਾਸ ਜਿਹੜਾ ਹੋ ਚੁੱਕਿਆ ਕਿ ਤੁਸੀਂ ਜਿਹੜਾ ਵਾਜ਼ੇ ਪੰਜਾਬ ਤੇ ਲਾਈਵ ਦੇਖ ਰਹੇ ਹੋ। ਸਾਡਾ ਮਕਸਦ ਵੀ ਹੁੰਦਾ ਇਸ ਲਾਈਵ ਨੂੰ ਇੰਨਾ ਲੰਬਾ ਚਲਾਉਣ ਦਾ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਤੱਕ ਜਿਹੜੀ ਇਹਨਾਂ ਦੀ ਗੱਲ ਆ ਉਹ ਪਹੁੰਚ ਜਾਵੇ। ਜਿਵੇਂ ਕਿ ਆਉਂਦੇ ਹੀ ਤਹਿਸੀਲਦਾਰ ਨੂੰ ਸਵਾਲ ਕੀਤਾ ਸੀ ਕਿ 3 ਘੰਟੇ ਬਾਅਦ ਹੀ ਕਿਉਂ ਆਏ ਹੋ, ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਆ ਤੇ ਅਸੀਂ ਇੱਥੇ ਪਹੁੰਚੇ ਹਾਂ। ਹਾਲਾਂਕਿ ਇਸੇ ਕਾਰਨ ਹੀ ਜਿਹੜਾ ਇਸ ਲਾਈਵ ਨੂੰ ਅਸੀਂ ਚਲਾਉਣੇ ਆ ਤੇ ਤੁਸੀਂ ਜਿਹੜੇ ਦੋਸਤ ਵਿਊਅਰ ਸਾਡੇ ਨਾਲ ਜੁੜਦੇ ਨੇ ਇਸ ਲਾਈਵ ਨੂੰ ਅੱਗੇ ਸ਼ੇਅਰ ਕਰੋ, ਕਿਉਂਕਿ ਅਗਰ ਇਹ ਜਿਹੜੀ ਵੀਡੀਓ ਆ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚੇਗੀ ਜਿੱਥੋਂ ਇਹਨਾਂ ਦਾ ਮਸਲਾ ਹੱਲ ਹੋਣਾ ਹੈ। ਹਾਲਾਂਕਿ ਮਸਲੇ ਹੱਲ ਦੀ ਗੱਲ ਚੱਲ ਰਹੀ ਆ, ਪਰ ਦੇਖਦੇ ਹਾਂ ਕਿ ਮਸਲਾ ਹੱਲ ਕਦੋਂ ਤੱਕ ਹੁੰਦਾ ਹੈ। ਜਿਵੇਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮੁੱਦੇ ਨੂੰ ਲੈ ਕੇ ਕਿਸਾਨ ਬੈਠੇ ਨੇ, ਕਿੱਥੇ ਬੈਠੇ ਨੇ ਇਹ ਕਿਸਾਨ ਜੀਰਾ ਰੋਡ ਫਿਰੋਜ਼ਪੁਰ ਪਿੰਡ ਮਰਖਾਈ ਰੋਡ ਦੇ ਉੱਪਰ, ਜੋ ਕਿ ਜੀਰਾ ਰੋਡ ਫਿਰੋਜ਼ਪੁਰ ਆ ਪਿੰਡ ਮਰਖਾਈ ਆ, ਉਸ ਜਗ੍ਹਾ ਤੇ ਕਿਸਾਨ ਬੈਠੇ ਨੇ। ਰੋਡ ਨੂੰ ਬੰਦ ਕਰਕੇ ਹੀ ਕਿਸਾਨ ਜਿਹੜੇ ਬੈਠੇ ਨੇ, ਮੰਗ ਇੱਕੋ ਇੱਕ ਆ ਕਿ 8 ਘੰਟੇ ਵਾਲੀ ਜਿਹੜੀ ਬਿਜਲੀ ਆ ਖੇਤਾਂ ਦੇ ਵਾਲੀ, ਉਸ ਬਿਜਲੀ ਨੂੰ ਛੱਡਿਆ ਜਾਵੇ। ਹਾਲਾਂਕਿ ਪ੍ਰਸ਼ਾਸਨ ਨਾਲ ਬੈਠਾ ਹੋਇਆ ਹੈ, ਪ੍ਰਸ਼ਾਸਨ ਨਾਲ ਬੈਠ ਕੇ ਜਿਹੜੀ ਗੱਲਬਾਤ ਕਰ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚੋਂ ਐਕਸੀਅਨ ਇੱਥੇ ਪਹੁੰਚੇ ਨੇ, ਬਿਜਲੀ ਬੋਰਡ ਦੇ ਐਕਸੀਅਨ ਉਹ ਗੱਲ ਕਰ ਰਹੇ ਨੇ, ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ, ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਲਾਈਟ ਬਹੁਤ ਜਲਦ ਛੱਡੀ ਜਾਏਗੀ। ਪਰ ਗੱਲ ਕਰੀਏ ਤਾਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਆ ਤਹਿਸੀਲਦਾਰ ਵੱਲੋਂ ਵੀ ਤੇ ਐਕਸ਼ਨ ਵੱਲੋਂ ਕਿ ਤੁਸੀਂ ਜਿਹੜਾ ਇਸ ਰੋਡ ਨੂੰ ਆ ਉਹ ਖਾਲੀ ਕਰ ਦਿਓ। ਪਰ ਕਿਸਾਨ ਇੱਕੋ ਗੱਲ ਕਹਿੰਦੇ ਨੇ ਕਿ ਅਸੀਂ ਰੋਡ ਨੂੰ ਖਾਲੀ ਨਹੀਂ ਕਰਾਂਗੇ, ਉਨੀ ਦੇਰ ਤੱਕ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਲਾਈਟ ਨਹੀਂ ਛੱਡੀ ਜਾਂਦੀ। ਦੇਖਦੇ ਹਾਂ ਪਿਛਲੇ 3 ਘੰਟੇ ਤੋਂ ਉੱਪਰ ਤਕਰੀਬਨ ਪੌਣੇ 4 ਘੰਟੇ ਦਾ ਜਿਹੜਾ ਸਮਾਂ, ਪੌਣੇ 4 ਘੰਟਿਆਂ ਦੇ ਆਸ-ਪਾਸ ਦਾ ਜਿਹੜਾ ਸਮਾਂ ਹੈਗਾ ਏ, ਜਿਹੜਾ ਇਸ ਰੋਡ ਨੂੰ ਬੰਦ ਕੀਤਾ ਹੋਇਆ ਹੈ ਕਿਸਾਨਾਂ ਦੇ ਵੱਲੋਂ, ਉਹ ਕਦੋਂ ਤੱਕ ਖੋਲ੍ਹਿਆ ਜਾਂਦਾ ਹੈ। ਹਾਲਾਂਕਿ ਸ਼ਾਮ ਦਾ ਸਮਾਂ ਹੈ, ਜਿਹੜਾ ਟਾਈਮ ਹੈਗਾ ਹੈ, ਟਾਈਮ ਦੀ ਗੱਲ ਕਰੀਏ ਤਾਂ ਟਾਈਮ 7 ਵਜੇ ਦਾ ਟਾਈਮ ਹੋ ਚੁੱਕਿਆ ਹੈ, 7 ਵੱਜ ਚੁੱਕੇ ਨੇ। ਕੁਝ ਸਮੇਂ ਤੱਕ ਜਿਹੜਾ ਇੱਥੇ ਹਨੇਰਾ ਹੋ ਜਾਏਗਾ ਤੇ ਉਸ ਤੋਂ ਬਾਅਦ ਦੇਖਦੇ ਆ ਜਿਹੜੇ ਲੋਕ ਆਮ ਪਬਲਿਕ ਆ ਰਹੀ ਹੈ ਕਿ ਉਹ ਖੱਜਲ ਖਵਾਰ ਹੋ ਰਹੀ ਆ। ਰਾਤ ਦਾ ਸਮਾਂ ਮੁਸ਼ਕਲ ਹੁੰਦਾ ਹੈ ਲੋਕਾਂ ਨੂੰ ਜਾਣਾ ਜੋ ਇਸ ਰੋਡ ਤੋਂ ਲੰਘਦੇ ਨੇ। ਹਾਲਾਂਕਿ ਜਿਹੜੇ ਲੋਕ ਸਾਡਾ ਲਾਈਵ ਦੇਖ ਰਹੇ ਨੇ, ਅਸੀਂ ਵੀ ਕਹਿੰਦੇ ਆ ਕਿ ਉਹਨਾਂ ਨੂੰ ਇਸ ਲਾਈਵ ਨੂੰ ਵੀ ਸ਼ੇਅਰ ਕੀਤਾ ਜਾਵੇ ਤਾਂ ਜੋ ਜਿਹੜੇ ਇਸ ਰੋਡ ਤੇ ਆਉਣ ਵਾਲੇ ਲੋਕ ਨੇ ਉਹ ਆਪਣਾ ਰਾਸਤਾ ਪਿੱਛੇ ਤੋਂ ਹੀ ਡਾਈਵਰਟ ਕਰ ਲੈਣ। ਪਰ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੇ ਕਿਸਾਨ ਨੇ,
ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ, ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਵੋਟਾਂ ਪਾਈਆਂ ਸੀ ਤੇ ਵੋਟਾਂ ਪਾਉਣ ਤੋਂ ਬਾਅਦ ਜਿਹੜਾ ਬਦਲਾਅ ਦੀ ਗੱਲ ਕੀਤੀ ਸੀ, ਪਰ ਜਿਹੜੀ ਗਾਰੰਟੀ ਦੀ ਗੱਲ ਕਰੀਏ ਤਾਂ ਜਿਹੜੀ ਬਿਜਲੀ ਗਾਰੰਟੀ, ਪਹਿਲੀ ਬਿਜਲੀ ਗਾਰੰਟੀ ਦੀ ਗੱਲ ਕਰੀਏ ਤਾਂ ਪਹਿਲੀ ਬਿਜਲੀ ਗਾਰੰਟੀ ਜਿਹੜੀ ਆ ਉਹ ਕਿਤੇ ਨਾ ਕਿਤੇ ਫੇਲ ਹੁੰਦੀ ਦਿਖਾਈ ਦੇ ਰਹੀ ਆ। ਇਹ ਕਿਸਾਨ ਕਹਿ ਰਹੇ ਨੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਹਜੇ ਝੋਨਾ ਜਿਹੜਾ ਉਹ ਲੱਗਣਾ ਸ਼ੁਰੂ ਨਹੀਂ ਹੋਇਆ, ਪਰ ਦੂਜੇ ਪਾਸੇ ਜਿਹੜੇ ਤੁਸੀਂ ਦੇਖੋ, ਹਾਲਾਂਕਿ ਲੋਕ ਖੱਜਲ ਖਵਾਰ ਹੁੰਦੇ ਨੇ, ਲੋਕ ਪਰੇਸ਼ਾਨ ਹੁੰਦੇ ਨੇ, ਬੱਸਾਂ ਦੇ ਵਿੱਚੋਂ ਨਿਕਲ ਕੇ ਲੋਕਾਂ ਨੂੰ ਪੈਦਲ ਚੱਲਣਾ ਪੈ ਰਿਹਾ ਹੈ। ਤੁਸੀਂ ਦੇਖੋ, ਹਾਲਾਂਕਿ ਸ਼ਾਮ ਦਾ ਸਮਾਂ ਹੈ, 7 ਵਜੇ ਦਾ ਸਮਾਂ ਹੋ ਚੁੱਕਿਆ ਹੈ, ਮੁਸ਼ਕਲ ਹੈ ਕਿਉਂਕਿ ਬੱਸਾਂ ਦੇ ਵਿੱਚੋਂ ਨਿਕਲ ਕੇ ਜਾਣਾ। ਦੂਸਰੇ ਪਾਸੇ ਤਕਰੀਬਨ 1 ਕਿਲੋਮੀਟਰ ਦਾ ਜਿਹੜਾ ਰਾਸਤਾ ਹੈ ਜਿੱਥੇ ਵਹੀਕਲ ਪਿੱਛੇ ਹੀ ਬੰਦ ਕਰ ਦਿੱਤੇ ਜਾਂਦੇ ਆ, ਤੇ ਜਿਹੜਾ ਧਰਨਾ ਹੈ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜਾ ਲੱਗਾ ਹੋਇਆ ਹੈ। ਹਾਲਾਂਕਿ ਇਹ ਸਵਾਲ ਅਸੀਂ ਇਹਨਾਂ ਕਿਸਾਨਾਂ ਦੇ ਅੱਗੇ ਵੀ ਰੱਖਿਆ ਹੈ ਕਿ ਆਮ ਲੋਕਾਂ ਦੀ ਜਿਹੜੀ ਪਰੇਸ਼ਾਨੀ ਆ ਉਹਨੂੰ ਕਿਵੇਂ ਦੇਖਦੇ ਹੋ। ਹਾਲਾਂਕਿ ਮਾਫੀ ਤਾਂ ਚਲੋ ਉਹਨਾਂ ਵੱਲੋਂ ਮੰਗੀ ਗਈ ਆ ਕਿ ਸਾਡੀ ਵੀ ਮੁਸੀਬਤ ਆ, ਪਰ ਬਹੁਤ ਔਖਾ ਹੈ ਜਿਹੜੇ ਆਮ ਲੋਕ, ਆਮ ਪਬਲਿਕ ਜਿਹੜੀ ਖਰਾਬ ਹੁੰਦੀ ਆ, ਆਮ ਪਬਲਿਕ ਨੂੰ ਜਿਹੜਾ ਇੰਨੀ ਦੂਰੋਂ ਪੈਦਲ ਚੱਲ ਕੇ ਇੱਕ ਬੱਸ 'ਚ ਉਤਰ ਕੇ ਦੂਜੇ ਪਾਸੇ ਧਰਨੇ ਨੂੰ ਕ੍ਰੋਸ ਕਰਕੇ ਜਾ ਕੇ ਤੇ ਦੂਜੇ ਪਾਸੇ ਪਹੁੰਚਣਾ ਹੈ। ਹਾਲਾਂਕਿ ਮੁਸ਼ਕਲ ਹੈ, ਕਿਤੇ ਨਾ ਕਿਤੇ ਦੇਖ ਸਕਦੇ ਹੋ ਜਿਹੜੀ ਖੱਜਲ ਖੁਆਰੀ ਕਿਤੇ ਨਾ ਕਿਤੇ ਲੋਕਾਂ ਨੂੰ ਜ਼ਰੂਰ ਹੋ ਰਹੀ ਆ, ਪਰ ਦੂਜੇ ਪਾਸੇ ਇਉਂ ਦੀ ਤਿਉਂ ਸਥਿਤੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ, ਕਿਉਂਕਿ ਜਿਹੜੇ ਕਿਸਾਨ ਆ ਇੱਕੋ ਹੀ ਮੰਗ ਕਿਸਾਨਾਂ ਦੀ ਲਗਾਤਾਰ ਪਿਛਲੇ ਪੌਣੇ 4 ਘੰਟਿਆਂ ਤੋਂ ਆ ਰਹੀ ਆ ਕਿ ਜਿਹੜਾ ਸਾਨੂੰ ਲਾਈਟ ਛੱਡੋ, ਅਸੀਂ ਰੋਡ ਛੱਡਾਂਗੇ, ਰੋਡ ਨਹੀਂ ਛੱਡਾਂਗੇ ਅਗਰ ਤੁਸੀਂ ਲਾਈਟ ਨਹੀਂ ਛੱਡੋਗੇ। ਤਾਂ ਜਿਹੜੀ ਗੱਲ ਆਪਾਂ ਕਹਿ ਸਕਦੇ ਆ ਕਿਤੇ ਨਾ ਕਿਤੇ ਅੜੀ ਦੇ ਵਿੱਚ ਵੀ ਇਹਨੂੰ ਲਿਆ ਜਾ ਸਕਦਾ ਹੈ ਕਿ ਅੜੀ ਜਿਹੜੀ ਆ ਉਹ ਪੈ ਚੁੱਕੀ। ਪਰ ਦੂਜੇ ਪਾਸੇ ਜਿਹੜੇ ਅਧਿਕਾਰੀ ਹੈਗੇ ਆ, ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈਗੇ ਆ, ਉਹਨਾਂ ਵੱਲੋਂ ਤਹਿਸੀਲਦਾਰ ਵੀ ਇੱਥੇ ਇੱਕ ਪਾਸੇ ਖੜੇ ਨੇ, ਐਕਸੀਅਨ ਤਾਂ ਦਰੀ ਦੇ ਉੱਪਰ ਹੀ ਬੈਠੇ ਨੇ ਕਿਸਾਨਾਂ ਦੇ ਨਾਲ। ਉਹ ਕਹਿੰਦੇ ਨੇ ਕਿ ਮੈਂ ਤਾਂ ਕੋਸ਼ਿਸ਼ ਕਰ ਰਿਹਾ ਕਿ ਅਗਰ ਕਿਸੇ ਪਾਸਿਓਂ ਬਿਜਲੀ ਨੂੰ ਡਾਇਵਰਟ ਕਰਕੇ ਇਸ ਪਾਸੇ ਲਿਆਂਦਾ ਜਾਵੇ, ਇਸ ਰੂਟ ਤੇ ਛੱਡਿਆ ਜਾਵੇ ਤਾਂ ਕਿਤੇ ਨਾ ਕਿਤੇ ਹੋ ਸਕਦਾ ਹੈ ਫਾਇਦਾ ਹੋਏ। ਪਰ ਦੂਜੇ ਪਾਸੇ ਜਿਹੜਾ ਹਜੇ ਇਉਂ ਦੀ ਤਿਉਂ ਸਥਿਤੀ। ਜਾਣਕਾਰੀ ਲੈ ਲੈਂਦੇ ਫਿਰ ਤੋਂ ਜਿਹੜੇ ਕਿਸਾਨ ਨੇ ਜਾਣਕਾਰੀ ਲੈ, ਕੀ ਗੱਲ ਹੋਈ ਆ? ਗੱਲ ਹੋ ਰਹੀ ਆ, ਬੈਠੇ ਐਕਸ਼ਨ ਤੁਹਾਡੇ ਨਾਲ ਦਰੀ ਤੇ, ਕੋਈ ਗੱਲ ਹੋਈ ਆ ਕਿ ਨਹੀਂ? ਕੱਲ ਵਿਚਾਰਾ ਐਕਸ਼ਨ ਵੀ ਮੈਸੇਜ ਕਰੀ ਜਾਂਦਾ ਹੈਗਾ, ਅੱਗੇ ਉਹਨੇ ਚੀਫ ਨਾਲ ਗੱਲ ਕੀਤੀ ਪਟਿਆਲੇ, ਪਹਿਲਾਂ ਐਸੀ ਦਾ ਕੀਤੀ, ਅਸੀਂ ਫੋਨ ਨਹੀਂ ਚੁੱਕਦਾ, ਹੁਣ ਆਂਦੇ ਆ ਬਿਜਲੀ ਘਰਾਂ ਦੇ ਨੰਬਰ ਭੇਜੋ ਜਿੱਥੋਂ ਫੀਡਰ ਚੱਲਦੇ ਨਹੀਂ। ਮੈਨੂੰ ਤਾਂ ਨਹੀਂ ਸਮਝ ਨਹੀਂ ਆਉਂਦੀ ਵੀ ਤੁਸੀਂ ਐਕਸ਼ਨ ਨੂੰ ਦਿਓ ਆਰਡਰ ਵੀ ਤੁਸੀਂ ਬਿਜਲੀ ਚਲਾ ਦਿਓ, ਗਾਈਟਡ ਅਫਸਰ ਆ, ਇਹ ਗਾਂ ਗ੍ਰਿਡ ਦੇ ਨੰਬਰ ਮੰਗੀ ਜਾਂਦੇ ਵੀ ਸਾਨੂੰ ਗ੍ਰਿਡ ਵਾਲੇ ਦਾ ਨੰਬਰ ਭੇਜੋ, ਭਾਗਾਂ ਦਾ ਭੇਜੋ, ਉੱਥੋਂ ਭੇਜੋ, ਐਵੇਂ ਡੰਗ ਟਪਾਈ ਜਾਂਦੇ, ਗੱਲ ਕੋਈ ਨਹੀਂ ਜੀ। ਕੋਈ ਇਹਨਾਂ ਦੇ ਹੱਥੋਂ ਵਸ ਕੁਝ ਨਹੀਂ ਹੈਗਾ, ਨਾ ਕਿਸੇ ਅਫਸਰ ਦੇ ਆ। ਕੀ ਗੱਲ ਮੈਂ ਦੱਸਦਾ ਤੁਹਾਨੂੰ, ਮੇਰੀ ਸੁਣੋ ਗੱਲ। ਇਹਨਾਂ ਨੇ ਕੱਲ ਦੀ ਗੱਲ ਸੁਣ ਲਓ, ਕੱਲ ਇਹਨਾਂ ਨੇ ਕੀ ਕੀਤਾ, ਸਾਡੇ ਪਿੰਡ ਲਾਈਟ ਆਉਣੀ ਸੀ 2 ਵਜੇ, 2 ਫੀਡਰ ਨਵਾਂ ਫੀਡਰ ਕਹਿੰਦੇ ਜੀ 2 ਵਜੇ ਆਉਣਾ, ਫੋਨ ਲਾਇਆ 4 ਵਜੇ, ਅਖੇ ਜੀ ਉੱਤੋਂ ਪਾਵਰ ਕੱਟ ਆ ਗਿਆ, ਬਸ ਖਤਮ ਹੋ ਗਿਆ ਕੰਮ, ਆਈ ਨਹੀਂ ਲਾਈਟ। ਅੱਜ ਫੋਨ ਲਾਇਆ ਕਹਿੰਦੇ ਜੀ ਅੰਦਾਜ਼ਾ ਹੈਗਾ 10 ਵਜੇ ਆਊਗੀ, ਆਉਣੀ ਨਹੀਂ, ਬਸ ਪਾਵਰ ਕੱਟ ਕਹਿ ਦਿੰਦੇ, ਪਾਵਰ ਕੱਟ ਲੱਗ ਗਿਆ, ਜਵਾਬ ਹੀ ਨਹੀਂ ਦਿੰਦੇ ਕੋਈ, ਕੱਟ ਜਾਂਦੇ ਅੱਗੋਂ ਫੋਨ, ਕਹਿ ਦਿੰਦੇ ਅਸੀਂ ਕੀ ਕਰੀਏ। ਤੇ ਲੋਕਾਂ ਦੀਆਂ ਸਬਜ਼ੀਆਂ ਤੇ ਪੱਠੇ ਜਮਾ ਐਨ ਜਿਵੇਂ ਆਪਾਂ ਕਹਿ ਦਿੰਦੇ ਆ ਮੱਚ ਗਏ, ਸਵਾਹ ਹੋ ਗਏ, ਕੀ ਕਰੂਗਾ ਜ਼ਿਮੀਂਦਾਰ? ਡੀਜ਼ਲ ਵੀ ਮਹਿੰਗਾ, ਜਨਰੇਟਰ ਚਲਾ ਲੂ ਜ਼ਿਮੀਂਦਾਰ, ਡੀਜ਼ਲ ਕਿੰਨਾ ਮਹਿੰਗਾ। ਇਹਨਾਂ ਕੋਲ ਤਾਂ ਜਵਾਬ ਹੀ ਕੋਈ ਨਹੀਂ, ਬਸ ਇੱਕ ਹੀ ਜਵਾਬ ਆ ਜੀ, ਫਾਲਟ ਨਹੀਂ ਕਹਿੰਦੇ ਕਿ ਪਾਵਰ ਕੱਟ। ਲੈ ਪਾਵਰ ਕੱਟ ਤੇ ਅਸੀਂ ਕੀ ਕਰੀਏ? ਪਾਵਰ ਕੱਟ ਉਹਨਾਂ ਨੂੰ ਕਹੋ ਪਾਵਰ ਕੱਟ ਦੂਜੇ ਕਿਉਂ ਦਿੰਦੇ ਤੁਸੀਂ? ਹਰੇ ਗੱਲ ਤੇ ਪਾਵਰ ਕੱਟ, ਪਤਾ ਨਹੀਂ ਸ਼ਬਦ ਕਿੱਥੋਂ ਲੈ ਕੇ ਆਏ, ਪਤਾ ਨਹੀਂ ਦਿੱਲੀੋਂ ਲੈ ਕੇ ਆਏ ਕਿ ਕਿੱਥੋਂ ਲੈ ਕੇ ਆਏ ਆ। ਇਹਨਾਂ ਦਾ ਕੰਮ ਤਾਂ ਇਹੋ ਹੀ ਆ ਬਸ। ਦੇਖਦੇ ਆ ਕਿ ਜਿਹੜਾ ਧਰਨਾ ਕਿੰਨਾ ਟਾਈਮ ਹੋਰ ਚੱਲਦਾ ਹੈ ਜਾਂ ਧਰਨਾ ਇਸੇ ਤਰ੍ਹਾਂ ਹੀ ਰਾਤ ਨੂੰ ਵੀ ਚੱਲਦਾ ਰਹਿੰਦਾ ਹੈ। ਇਸ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਹੜੀ ਕੁੰਡੀ ਆ, ਪਹਿਲਾਂ ਜਿਵੇਂ ਦੱਸ ਚੁੱਕੀ ਆ ਕਿ ਲਾਈਟ ਛੱਡਣ ਦੇ ਫਸੀ ਆ। ਇੱਕ ਪਾਸੇ ਐਕਸ਼ਨ ਖੜੇ ਨੇ, ਇਹ ਤਸਵੀਰ 'ਚ ਤੁਸੀਂ ਜਿਹੜੇ ਦੇਖ ਰਹੇ ਹੋ ਐਕਸ਼ਨ ਖੜੇ ਨੇ, ਗੱਲ ਕਰ ਰਹੇ ਨੇ, ਪਰ ਕਿਸਾਨ ਕਹਿੰਦੇ ਨੇ ਲੱਗਦਾ ਵੀ ਜਿਹੜਾ ਟਾਈਮ ਆ, ਟਾਈਮ ਟਪਾਉਣ ਵਾਲੀ ਗੱਲ ਕੀਤੀ ਜਾਂਦੀ ਆ। ਪਰ ਦੇਖਦੇ ਆ ਕਿ ਵਾਕਿਆ ਹੀ ਲਾਈਟ ਛੱਡੀ ਜਾਏਗੀ ਜਾਂ ਇਸੇ ਤਰੀਕੇ ਨਾਲ ਜਿਹੜੇ ਲੋਕ ਆ ਇਸੇ ਤਰੀਕੇ ਨਾਲ ਹੀ ਖੱਜਰ ਖੁਆਰ ਹੁੰਦੇ ਰਹਿਣਗੇ। ਕੋਈ ਮਸਲਾ ਹੱਲ ਹੋਇਆ, ਕੋਈ ਗੱਲ ਹੋਈ ਕਿਸੇ ਨਾਲ ਲਾਈਟ ਛੱਡਣ ਦੀ, ਕੋਈ ਗੱਲ ਆਈ ਸਾਹਮਣੇ ਕਿ ਨਹੀਂ? ਚੱਕਰ ਜੀ ਐਕਸ਼ਨ ਸਾਹਿਬ ਆਪਦੇ ਵੱਲੋਂ ਪੂਰਾ ਚਾਰਾ ਲਾਈ ਜਾਂਦੇ ਆ, ਪਰ ਮੈਨੂੰ ਲੱਗਦਾ ਜੀ ਜਿਹੜਾ ਨਾ ਮਤਲਬ ਪਿਛਲੇ ਬੰਨੇ ਪ੍ਰਸ਼ਾਸਨ ਕੋਈ ਗੱਲ ਸੁਣ ਨਹੀਂ ਰਿਹਾ।
ਉਹ ਸ਼ਾਇਦ ਕੇਜਰੀਵਾਲ ਨਾਲ ਗੱਲ ਪਿੱਛੇ ਕਰਦੇ ਆ ਵੀ ਬਿਜਲੀ ਛੱਡ ਦਈਏ ਕਿ ਨਾ। ਅਸੀਂ ਤਾਂ ਇਹ ਸਮਝਦੇ ਆ ਅੱਗੇ ਜਦੋਂ ਇਹ ਸਮੱਸਿਆ ਆਉਂਦੀ ਸੀ ਐਕਸ਼ਨ ਕੋਲੇ ਪਾਵਰ ਹੁੰਦੀ ਸੀ 2-4 ਘੰਟੇ ਬਿਜਲੀ ਛੱਡਣ ਦੀ, ਚੀਫ ਨਾਲ ਗੱਲ ਕਰੀ ਜਾਂਦੇ, ਐਕਸ਼ਨ ਸਾਹਿਬ ਪੂਰਾ ਹੀ ਜ਼ੋਰ ਲਾਈ ਜਾਂਦੇ। ਉਹ ਤੁਹਾਡੇ ਸਾਹਮਣੇ ਸਾਡੇ ਧਰਨੇ 'ਚ ਵੀ ਵਿਚਾਰੇ ਬਹਿ ਗਏ, ਉਹਨਾਂ ਦੇ ਵੱਸੋਂ ਬਾਹਰ ਆ। ਅਸੀਂ ਸਮਝਦੇ ਹਾਂ ਜੀ ਕੇਜਰੀਵਾਲ ਨੂੰ ਸ਼ਾਇਦ ਪੁੱਛ ਰਹੇ ਹੁਣ ਵੀ ਛੱਡ ਦਈਏ 3 ਘੰਟੇ ਕਿ ਨਾ। ਲੱਗਦਾ ਨਹੀਂ ਕਿ ਟਾਈਮ ਹੀ ਟਪਾਇਆ ਜਾ ਰਿਹਾ ਇੱਥੇ ਬੈਠੇ। ਸ਼ਰਮ ਵਾਲੀ ਗੱਲ ਆ ਯਾਰ, ਕੀ ਦੱਸੀਏ। ਜਿਹੜੀ ਪਾਰਟੀ ਦੀ ਖਾਤਰ ਇੰਨਾ ਖੂਨ ਪਸੀਨਾ ਵਹਾਇਆ ਹੋਵੇ ਉਹਦੀ ਖਾਤਰ ਅਸੀਂ ਕੀ ਕਹੀਏ ਜੀ। ਜਿਹੜੀਆਂ ਡਰਾਮੇ ਅਸੀਂ ਇਹਨਾਂ ਦੇ ਸੁਣਦੇ ਸੀ, ਅਸੀਂ ਦਿੱਲੀ ਉੱਥੇ 1.5 ਸਾਲ ਬੈਠੇ ਰਹੇ ਆ, ਫਿਰ ਵੀ ਆ ਕੇ ਆਪਦੇ ਭਾਈਚਾਰੇ ਨੂੰ ਛੱਡ ਕੇ ਇਹਨਾਂ ਦੀ ਮਦਦ ਕੀਤੀ। ਅਕਾਦੀਆਂ ਗਰੁੱਪ ਦੇ ਨਾਲ ਖੜੇ ਪ੍ਰਧਾਨ ਜੀ ਗੁਲਜ਼ਾਰ ਸਿੰਘ, 2 ਗਰੁੱਪ ਇੱਥੇ ਆ ਨਾਲ ਪਿੰਡਾਂ ਦੇ ਲੋਕ ਆ। ਸ਼ਰਮ ਆਉਣੀ ਚਾਹੀਦੀ। ਅਸੀਂ ਹੱਕ ਮੰਗਦੇ 5 ਦਿਨ ਹੀ 3 ਘੰਟੇ ਬਿਜਲੀ ਮੰਗਦੇ ਅਸੀਂ, 5 ਦਿਨ ਉਹ ਫੀਡਰ 2 ਨਹੀਂ ਚੱਲੇ। ਉਸ ਤਰ੍ਹਾਂ ਦੇ 1 ਘੰਟਾ ਹੀ ਬਿਜਲੀ ਆਉਂਦੀ ਸਾਰੀ, ਘੰਟਾ ਜਾਂ 1.5 ਘੰਟਾ, ਪਰ ਉਹ ਫੀਡਰ 5 ਦਿਨਾਂ ਤੋਂ ਨਹੀਂ ਚੱਲੇ। ਅਸੀਂ ਉਹਨਾਂ ਕਿਸਾਨਾਂ ਵਾਸਤੇ ਮੰਗਦੇ ਆ ਯਾਰ, ਹੁਣ ਸਮਝੋ ਬਾਹਰ ਆ। ਇਹ ਤਾਂ ਮੈਂ ਕਹਿੰਦਾ ਵੀ ਐਸਡੀਓ ਕੋਲੇ ਪਾਵਰ ਹੁੰਦੀ ਹੈ ਨਹੀਂ ਵੀ ਯਾਰ ਜਦੋਂ ਪਾਵਰ ਨੂੰ ਉਠਾਉਣਾ ਹੋਵੇ 9 ਕਿਲੋਮੀਟਰ ਵਾਟ ਲੈਣਾ ਲੱਗ ਗਈਆਂ, 9 ਕਿਲੋਮੀਟਰ ਵਾਟ ਇੱਧਰ ਤੇ 9 ਕਿਲੋਮੀਟਰ ਇੱਧਰ ਜੀਰੇ ਨਾਲ ਲੱਗ ਗਈਆਂ। ਐਡਾ ਵੱਡਾ ਧਰਨਾ ਕਿਵੇਂ ਧਰਨਾ ਚੱਕਿਆ ਜਾਊਗਾ? ਤੁਸੀਂ ਪਹਿਲਾਂ ਕਿਹਾ ਸੀ ਵੀ ਧਰਨਾ ਤਾਂ ਚੱਕਾਂਗੇ ਜੇ ਲਾਈਟ ਛੱਡੋਗੇ ਤਾਂ। ਜੀ ਅੱਜ ਵੀ ਅਸੀਂ ਹੁਣ ਵੀ ਕਹਿੰਦੇ ਜਿੰਨਾ ਚਿਰ ਲਾਈਟ ਨਹੀਂ ਚੁੱਕਿੰਦੀ ਅਸੀਂ ਧਰਨਾ ਨਹੀਂ ਚੁੱਕਾਂਗੇ। ਜੇ ਲਾਈਟ ਸਾਡੀ ਚਲਾਉਣਗੇ ਧਰਨਾ ਚੁੱਕਾਂਗੇ, ਨਹੀਂ ਤਾਂ ਨਹੀਂ ਚੁੱਕਾਂਗੇ। ਜਿਹੜੀ ਇੱਕ ਵਾਰੀ ਜੇ ਅਸੀਂ 11 ਮਹੀਨੇ ਮੋਦੀ ਦਾ ਫਨ ਨੀਵਾ ਕਰ ਸਕਦੇ ਆ, ਇਹ ਕਿਹੜੇ ਬਾਗ ਦੀ ਮੂਲੀ ਆ? ਅਸੀਂ ਆਪਦਾ ਹੱਕ ਮੰਗਦੇ ਆ। ਇਹਨਾਂ ਦੇ ਪਿਓ ਦੀ ਬਿਜਲੀ, ਜੇ ਸਾਨੂੰ 2 ਘੰਟੇ ਬਿਜਲੀ ਨਹੀਂ ਯਾਰ ਦੇਣੀ ਇਹਨਾਂ ਨੇ, 3 ਵੀ ਦੇਣੀ। ਸਬਜ਼ੀ ਵਾਲੇ ਲੋਕ ਆ ਯਾਰ, ਖੇਤ ਹੀ ਨਹੀਂ ਗਏ ਜੀ। 2 ਦਿਨ ਹੋ ਗਏ ਖੇਤ ਨਹੀਂ ਗਏ, ਮਨੋਂ ਬਲ ਡਿੱਗ ਪਿਆ ਜੀ। 2 ਦਿਨ ਤੋਂ ਸਬਜ਼ੀ ਵਾਲਾ ਕਿਸਾਨ ਖੇਤ ਨਹੀਂ ਗਿਆ, ਮਨੋਂ ਬਲ ਡਿੱਗ ਕੇ ਘਰੇ ਲੰਮਾ ਪੈ ਗਿਆ। ਹਾਰ ਕੇ 5ਵੇਂ ਦਿਨ ਧਰਨਾ ਦਿੱਤਾ। ਅਸੀਂ ਨਹੀਂ ਉੱਠਾਂਗੇ ਜੀ। ਅਸੀਂ ਗੁਰਦੁਆਰਿਆਂ ਦੀ ਲੌਸਮੈਂਟਾਂ ਕਰਾਤੀਆਂ। ਸਵੇਰ ਨੂੰ ਤੁਸੀਂ ਵੇਖਿਆ ਜੇ ਸਾਡੇ ਵੱਲ ਵੇਖ ਕੇ ਸਾਰੇ ਜ਼ਿਲ੍ਹੇ ਦੇ ਵਿੱਚ ਬੰਦ ਹੋਣ। ਅਸੀਂ ਤੁਹਾਡੇ ਚੈਨਲ ਰਾਹੀਂ ਜਥੇਬੰਦੀਆਂ ਦੂਜੀਆਂ ਨੂੰ ਵੀ ਕਹਿੰਦੇ ਭਰਾਓ ਸਾਡੀ ਮਦਦ ਤੇ ਆਓ। ਜੇ ਧਰਨਾ ਸਾਡਾ ਨਹੀਂ ਹੁੰਦਾ ਤੁਹਾਨੂੰ ਦੱਸ ਦਿਆਂਗੇ। ਅਸੀਂ ਜਿਹੜੇ ਮੇਰੀ ਆਵਾਜ਼ ਸੁਣਦੇ ਹੁਣ, ਜਿੰਨਾ ਵੀ ਸਾਡਾ ਸੰਯੁਕਤ ਮੋਰਚਾ, ਉਹ ਕਿਰਪਾ ਕਰਕੇ ਸਾਰਾ ਪਿੰਡ ਮਰਖਾਈ ਪਹੁੰਚੋ। ਅਸੀਂ ਇਹਨੂੰ ਬਿਲਕੁਲ ਨਹੀਂ, ਜਿੰਨੇ ਚਿਰ ਲਾਈਟ ਨਾ ਚੱਲੀ ਨਹੀਂ ਛੱਡਾਂਗੇ। ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਤਕਰੀਬਨ 4 ਘੰਟੇ, ਅਸੀਂ ਕਹਿ ਸਕਦੇ ਹਾਂ ਕਿ 4 ਘੰਟਿਆਂ ਤੋਂ ਜਿਹੜਾ ਰੋਡ ਫਿਰੋਜ਼ਪੁਰ ਜੀਰਾ ਰੋਡ ਬੰਦ ਕੀਤਾ ਹੋਇਆ ਕਿਸਾਨਾਂ ਦੇ ਵੱਲੋਂ। ਕਾਰਨ ਪਹਿਲਾਂ ਵੀ ਦੱਸਿਆ ਕਿ ਲਾਈਟ ਖੇਤਾਂ ਵਾਲੀ ਨਾ ਆਉਣ ਦਾ ਕਾਰਨ ਆ, ਪਰ ਇੱਕ ਪਾਸੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਜ਼ੋਰ ਤਾਂ ਕਿਤੇ ਨਾ ਕਿਤੇ ਲੱਗਿਆ ਉਹਨਾਂ ਦਾ ਕਿ ਲਾਈਟ ਨੂੰ ਛੱਡਣ ਦੇ ਵਿੱਚ, ਪਰ ਗੱਲ ਕਰੀਏ ਤਾਂ ਹਜੇ ਤੱਕ ਜਿਹੜਾ ਕਿਸੇ ਪਾਸੇ ਵੀ ਗੱਲ ਤਣ ਪੱਤਣ ਲੱਗਦੀ ਦਿਖਾਈ ਨਹੀਂ ਦੇ ਰਹੀ ਹੈਗੀ। ਕਿਉਂਕਿ ਜਿਹੜੀ ਰੋਡ ਆ, ਹਾਲਾਂਕਿ ਇਹ ਗੱਲ ਕਹਿ ਦਿੱਤੀ ਗਈ ਆ ਕਿ ਜੇ ਲਾਈਟ ਨਹੀਂ ਛੱਡੀ ਜਾਂਦੀ ਤਾਂ ਅਗਰ ਰਾਤ ਨੂੰ ਵੀ ਬੈਠਣਾ ਪਿਆ ਤਾਂ ਪੂਰੀ ਰਾਤ ਭਰ ਅਸੀਂ ਇੱਥੇ ਬੈਠਾਂਗੇ, ਪੂਰੀ ਰਾਤ ਭਰ ਬੈਠਾਂਗੇ। ਕਿਉਂਕਿ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਇਸ ਲਾਈਵ ਦੇ ਵਿੱਚ ਕਿ ਜਿਹੜਾ ਇੱਥੇ ਪਹੁੰਚਿਆ ਜਾਵੇ। ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਵੀ ਕਰ ਦਿੱਤੀਆਂ ਗਈਆਂ ਨੇ ਕਿ ਜਿਹੜਾ ਇੱਥੇ ਪਹੁੰਚਿਆ ਜਾਵੇ। ਪਰ ਗੱਲ ਕਰੀਏ ਤਾਂ ਛੋਟੇ ਬੱਚੇ ਨਾਲ ਨੇ, ਲੋਕ ਜਿਹੜੇ ਖੱਜਲ ਹੁੰਦੇ ਨੇ। ਪਰ ਕਿਤੇ ਨਾ ਕਿਤੇ ਜਿਹੜੀ ਹੈਰਾਨਗੀ ਵਾਲੀ ਗੱਲ ਵੀ ਆ ਕਿ ਅਗਰ ਸਰਕਾਰਾਂ ਪਹਿਲਾਂ ਵਾਅਦੇ ਕੀਤੇ ਜਾਂਦੇ ਨੇ, ਹਾਲਾਂਕਿ ਜਿਹੜੀ ਲਾਈਟ ਆ ਉਹ 8 ਘੰਟੇ ਵਾਲੀ ਮੰਗੀ ਜਾ ਰਹੀ ਹੈ, ਕੋਈ ਫਾਲਤੂ ਨਹੀਂ ਮੰਗੀ ਜਾ ਰਹੀ ਕਿ ਸਾਨੂੰ ਜਿਹੜੀ ਲਾਈਟ ਆ ਉਹ ਫਾਲਤੂ ਦਿੱਤੀ ਜਾਵੇ। ਜਿੰਨੀ ਹਦਾਇਤ ਹੈਗੀ ਆ ਉਨੀ ਲਾਈਟ ਹੀ ਮੰਗੀ ਜਾ ਰਹੀ ਆ, ਉਹ ਵੀ ਜਿਹੜੀ ਆ ਉਹ ਪੂਰੀ ਨਹੀਂ ਕੀਤੀ ਜਾ ਰਹੀ। ਉਹਦੀ ਮੰਗ ਨੂੰ ਲੈ ਕੇ ਜਿਹੜੇ ਕਿਸਾਨ ਬੈਠੇ ਆ, ਪਰ ਦੇਖਦੇ ਆ ਕੋਈ ਹੱਲ ਹੁੰਦਾ ਹੈ ਜਾਂ ਨਹੀਂ ਹੁੰਦਾ। ਪ੍ਰਸ਼ਾਸਨ ਉਸੇ ਤਰੀਕੇ ਨਾਲ ਟਿਕਿਆ ਹੋਇਆ ਹੈ, ਉਸੇ ਤਰੀਕੇ ਨਾਲ ਗੱਲ ਕਰ ਰਿਹਾ ਹੈ। ਉੱਪਰਲੇ ਅਧਿਕਾਰੀਆਂ ਨਾਲ ਫੋਨ ਤੇ ਗੱਲ ਕੀਤੀ ਜਾ ਰਹੀ ਆ, ਕਿਸਾਨ ਉਸੇ ਤਰੀਕੇ ਨਾਲ ਬੈਠੇ ਨੇ। ਰੋਡ ਉਹਦੀ ਤਿਉਂ ਜਿਹੜੀ ਜਾਮ ਹੈਗੀ ਆ, ਤੁਸੀਂ ਦੇਖ ਸਕਦੇ ਹੋ ਕਿ ਰੋਡ ਜਿਹੜੀ ਜਾਮ ਹੈਗੀ ਆ। ਲੋਕ ਜਿਹੜੇ ਖੱਜਲ, ਹਾਲਾਂਕਿ ਹੋਰ ਕੁਝ ਸਮੇਂ ਤੱਕ ਤਾਂ ਜਿਹੜੇ ਲੋਕ ਆ ਉਹ ਜ਼ਿਆਦਾ ਖੱਜਲ ਖਵਾਰ ਹੋਣਗੇ। ਕਿਉਂਕਿ ਖੱਜਲ ਖਵਾਰ ਕਿਉਂ ਹੋਣਗੇ? ਕਿਉਂਕਿ ਹਜੇ ਤੱਕ ਤਾਂ ਚਾਨਣ ਆ, ਹਨੇਰਾ ਨਹੀਂ ਹੋਇਆ। ਕਿਉਂਕਿ ਲੋਕਾਂ ਨੂੰ ਦੂਰੋਂ ਦਿਖ ਜਾਂਦਾ ਹੈ, ਲੋਕ ਦੂਰੋਂ ਹੀ ਆਪਣੇ ਮੋਟਰਸਾਈਕਲ ਕਾਰਾਂ ਪਿੱਛੇ ਮੋੜ ਲੈਂਦੇ ਆ। ਪਰ ਕੁਝ ਸਮੇਂ ਤੱਕ ਜਦੋਂ ਹਨੇਰਾ ਹੋ ਜਾਏਗਾ ਤਾਂ ਇਸ ਰੋਡ ਦੇ ਉੱਪਰ ਕੋਈ ਨਹੀਂ ਦਿਖੇਗਾ। ਇਸ ਰੋਡ ਦੇ ਉੱਪਰ ਕੁਝ ਨਹੀਂ ਦਿਖੇਗਾ ਕਿਉਂਕਿ ਹਨੇਰਾ ਹੋਏਗਾ ਤਾਂ ਬਹੁਤ ਸਾਰੇ ਲੋਕ ਇੱਥੋਂ ਆ ਕੇ ਮੁੜਨਗੇ। ਹਾਲਾਂਕਿ ਹਨੇਰੇ ਦੇ ਵਿੱਚ ਤਾਂ ਜਿਹੜੇ ਰਾਸਤੇ ਡਾਈਵਰਟ ਕੀਤੇ ਹੁੰਦੇ ਆ, ਉਹਨਾਂ ਰਾਸਤਿਆਂ ਤੱਕ ਵੀ
ਨਹੀਂ ਪਹੁੰਚਿਆ ਜਾਂਦਾ, ਉਹਨਾਂ ਰਸਤਿਆਂ ਤੱਕ ਵੀ ਨਹੀਂ ਪਹੁੰਚਿਆ ਜਾਂਦਾ, ਕਿਉਂਕਿ ਜਿਹੜੇ ਲੋਕ ਹੁਣ ਖੱਜਲ ਖੁਆਰ ਇਸ ਤੋਂ ਬਾਅਦ ਜ਼ਿਆਦਾ ਹੁੰਦੇ ਦਿਖਾਈ ਦੇ ਰਹੇ। ਹੈਲੋ, ਤੁਸੀਂ ਦੇਖ ਰਹੇ ਹੋ ਤੁਸੀਂ ਆਦੇ ਘਰੇ ਪੁੱਛ ਫੋਨ ਲਾ ਕੇ ਕੋਈ ਨਹੀਂ ਚੱਲਦੀ ਕਿੱਦਾਂ ਨਹੀਂ ਕੋਈ ਤੁਹਾਡੀ ਹੋਈ ਰਹੀ ਹੈ ਨਾ ਦੱਸ ਕੇ ਲਾਇਆ ਹਾਂਜੀ ਉਹਨਾਂ ਨੂੰ ਹੁਣ ਤਾਂ ਮਦਦ ਕਰਨਾ ਹੁਣ ਤਾਂ ਚਾਹੀਦਾ ਜੇ ਦੱਸਿਆ ਹੋਇਆ ਦੱਸਣ ਲੱਗਾ ਗੱਲ ਹੁੰਦੀ ਕੋਈ ਫਿਰ ਤਾਂ ਚਾਹੀਦਾ ਦੱਸਿਆ ਸਾਨੂੰ ਇੱਕ ਜਿੱਤ ਹੋ ਗਈ ਆ ਤੇ ਜਿੰਨਾ ਚਿਰ ਮਰਖਾਈ ਨਹੀਂ ਚੱਲਦੀ ਜਾਣਾ ਨਹੀਂ। ਭਾਗੋ ਕੀ ਚੱਲ ਪਿਆ ਤੇ ਮਰਖਾਈ 5 ਮਿੰਟਾਂ 'ਚ ਚੱਲੂਗਾ। ਕਿਹੜਾ ਕਿਹੜਾ ਚੱਲਿਆ? ਇੱਕ ਫੀਡਰ ਚੱਲਿਆ ਜੀ, ਸਾਡੀ 2 ਫੀਡਰਾਂ ਦੀ ਸੀ। ਠੱਠਾ ਦਾ ਸਵੇਰੇ ਚੱਲੂ। ਤੇ ਹੁਣ ਕਿਹੜਾ ਚੱਲਿਆ ਉਹ ਦੱਸ। ਜਿਹੜਾ ਭਾਗੋ ਕਿਆਂ ਤੋਂ ਅਲੀਪੁਰ ਚੱਲ ਪਿਆ। ਜਿਹੜਾ ਇੱਕ ਫੀਡਰ ਸਾਡਾ ਰਹਿ ਗਿਆ ਉਹ ਵੀ ਜਿੰਨਾ ਚਿਰ ਨਹੀਂ ਚੱਲਦਾ ਇਹ ਕਿਸਾਨਾਂ ਦੀ ਜਿੱਤ ਆ। ਅਸੀਂ ਜਿਹੜੀ ਗੱਲ ਤੇ ਅੜੇ ਸੀਗੇ ਅੱਜ ਅਜੇ ਵੀ ਅੜੇ ਆ। ਇੱਕ ਫੀਡਰ ਸਾਡਾ ਰਹਿੰਦਾ ਜਿਹਨੂੰ 5 ਦਿਨ ਹੋ ਗਏ ਬਿਜਲੀ ਨਹੀਂ ਮਿਲੀ। ਕਿਹੜਾ ਰਹਿ ਗਿਆ? ਮਰਖਾਈ ਨਵਾਂ ਹੋਈ ਗੱਲ ਵੀ ਉਹ ਚੱਲੇਗਾ? ਬਿਲਕੁਲ ਜੀ। ਐਕਸ਼ਨ ਸਾਹਿਬ ਸਾਡੇ ਚਾਰਾ ਮਾਰੀ ਜਾਂਦੇ ਜੀ। ਕਿੰਨਾ ਕੁ ਸਮਾਂ ਲੱਗਦਾ, ਕੋਈ ਅੰਦਾਜ਼ਾ ਹੈ? ਲੱਗ ਜਾਵੇ 5 ਮਿੰਟ 7 ਮਿੰਟ 10 ਮਿੰਟ ਘੰਟਾ ਲੱਗ ਸਕਦਾ ਜੀ। ਨਾ ਉਦੋਂ ਹੀ ਧਰਨਾ ਚੱਕੋ। ਅੱਛਾ ਉਦੋਂ ਹੀ ਧਰਨਾ ਚੱਕੋ। ਹਾਂ ਬਿਲਕੁਲ ਧਰਨਾ ਨਹੀਂ ਅਸੀਂ ਸੁੱਖ ਜੀ ਚੱਕਾਂਗੇ ਉਹਨਾਂ ਚਿਰ ਜਿੰਨਾ ਚਿਰ ਫੀਡਰੋ ਚੱਲੂ ਨਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ
ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਜਿੱਤ ਹੈ। ਜਿਹੜੇ 2 ਫੀਡਰਾਂ ਦਾ ਰੌਲਾ ਚੱਲ ਰਿਹਾ ਸੀ, ਜਿਹੜੇ ਇੱਕ 5 ਦਿਨ ਤੋਂ ਨਹੀਂ ਚੱਲਿਆ ਤੇ ਦੂਜਾ ਫੀਡਰ ਜਿਹੜਾ ਹੁਣ ਚਲਾ ਦਿੱਤਾ ਗਿਆ ਬਿਜਲੀ ਮਹਿਕਮੇ ਵੱਲੋਂ, ਪਰ ਇੱਕ ਫੀਡਰ ਹਜੇ ਵੀ ਜਿਹੜਾ ਮਰਖਾਈ ਨਹੀਂ ਚੱਲਿਆ ਉਹ ਵੀ ਹਾਂਜੀ ਕਿਹੜਾ ਚਾਲੂ ਹੋ ਗਿਆ ਜੀ? ਕਿਹੜਾ ਚਾਲੂ? ਦੋਨੇ ਪਟਿਆਲੇ ਤੋਂ ਪਾਵਰ ਕੰਟਰੋਲਰ ਨਾਲ ਗੱਲ ਕਰਕੇ ਨਾ ਦੋਨੋਂ ਬਿਜਲੀ ਘਰਾਂ ਤੋਂ ਫੀਡਰ ਚਲਵਾ ਦਿੱਤੇ, ਦੋਨੇ ਫੀਡਰ ਚੱਲ ਪਏ ਹਾਂ। ਧਰਨਾ ਚੱਕਣਗੇ ਕਿਸਾਨ? ਇਹਨਾਂ ਪੁੱਛ ਲਓ ਜੀ, ਮੈਂ ਹੁਣ ਚਲਾ ਦੇ। ਪ੍ਰਧਾਨ ਸਾਹਿਬ ਮੇਰੀ ਗੱਲ ਸੁਣੋ ਜੀ, ਉਹ ਕਹਿੰਦੇ ਵੀ ਅਸੀਂ ਆਪਦੇ ਜ਼ਬਾਨ ਤੇ ਪੱਕੇ ਹੀ ਚਲਾਤਾ, ਪਰ ਹੁਣ ਧਰਨਾ ਚੱਕ ਦਿਓਗੇ? ਬਿਲਕੁਲ ਚੱਕਾਂਗੇ ਜੀ। ਅਸੀਂ ਮਥਾੜੂ ਸਾਹਿਬ ਦਾ ਧੰਨਵਾਦ ਵੀ ਕਰਦੇ ਆਂ, ਪਰ ਜਿੰਨਾ ਕੁ ਵਾਸਾ ਕਰਨਾ ਤਾਂ ਉਹਨਾਂ ਆਣਾ। ਅਸੀਂ ਅੱਧੀ ਰਾਤ ਟੈਲੀਫੋਨ ਕਰੀਏ, ਸਾਡਾ ਟੈਲੀਫੋਨ ਚੱਕਦੇ ਆ। ਸਾਡੇ ਨਾਲ ਇਹਨਾਂ ਨੂੰ ਇਹ ਵੀ ਪਤਾ, ਅਸੀਂ ਉਹ ਜਥੇਬੰਦੀਆਂ, ਦੋਵੇਂ ਜਥੇਬੰਦੀਆਂ ਜਿਹੜੀ ਅਸੀਂ ਕੋਈ ਇਹਨਾਂ ਦਾ ਵੀ ਹੋਵੇ ਨਾ ਬਿਜਲੀ ਬੋਰਡ ਦਾ, ਅਸੀਂ ਬਹਿ ਕੇ ਤਾਲਮੇਲ ਨਾਲ ਜੇ ਕੋਈ ਗੱਲ ਹੋਵੇ, ਅਸੀਂ ਦੋਵੇਂ ਜਥੇਬੰਦੀਆਂ ਇਹਨਾਂ ਨੂੰ ਸਾਥ ਦਿੰਦੇ, ਇਹ ਸਾਨੂੰ ਦਿੰਦੇ। ਪਰ ਅੱਜ ਇਹਨਾਂ ਦੇ ਵੱਸੋਂ ਗੱਲ ਬਾਹਰ ਸੀ। ਅੱਜ ਕਿਸਾਨਾਂ ਦੀ ਜਿੱਤ ਹੋਈ ਆ, ਪ੍ਰਸ਼ਾਸਨ ਦੀ ਹਾਰ ਹੋਈ ਆ। ਹੁਣ ਬਿਜਲੀ ਕਿੱਥੋਂ ਆਈ ਆ ਜੀ, ਮੈਨੂੰ ਇਹ ਦੱਸਣ। ਪਾਵਰ ਕੱਟ ਸੀ ਨਾਲੇ ਤਾਂ ਪਾਵਰ ਕੱਟ ਸੀ, ਹੁਣ ਐਡੀ ਛੇਤੀ ਕਿੱਥੋਂ ਖਤਮ ਹੋ ਗਈ? ਵੇਖੋ, ਸਾਨੂੰ ਗਰਮੀ 'ਚ ਬਹਾ ਕੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ, ਜਿਹੜਾ ਇੰਨੀ ਗਰਮੀ 'ਚ ਆ ਕੇ ਸਾਡੇ ਨਾਲ ਬਹਿ ਕੇ 100 ਟੈਲੀਫੋਨ ਇਹਨਾਂ ਪਟਿਆਲੇ ਕੀਤਾ ਹੋਊਗਾ ਘੱਟ ਤੋਂ ਘੱਟ ਸਾਡੇ ਕੋਲੇ। ਤੇ ਚਲੋ ਕਿਸਾਨਾਂ ਦੀ ਜਿੱਤ ਆ ਜੀ, ਸਾਨੂੰ ਸ਼ੌਂਕ ਤਾਂ ਨਹੀਂ, ਅਸੀਂ ਧਰਨਾ ਚੱਕਣ ਲੱਗੇ ਆ ਜੀ। ਮੈਂ ਕਹਿੰਦਾ ਹੁਣ ਜਲਦੀ 'ਚ ਆਪਾਂ ਧਰਨਾ ਚੱਕਦੇ ਆ, ਕਿਉਂਕਿ ਲੋਕ ਬੜੇ ਖੱਜਲ ਹੋ ਰਹੇ ਆ। ਲੋਕ ਸਾਨੂੰ ਵੀ ਆ ਕੇ ਕਹਿ ਰਹੇ ਆ ਤੁਸੀਂ ਪਹਿਲਾਂ ਧਰਨਾ ਚੁਕਾ ਦਿਓ, ਬਾਕੀ ਜਿਹੜੀ ਬਾਈਟ ਵਗੈਰਾ ਹੈਗਾ ਲੋਕਾਂ ਨਾਲ ਗੱਲ ਸਾਈਡ ਤੇ ਹੋ ਕੇ ਕਰੀ ਜਾਓ। ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਇੱਥੇ ਪਿਛਲੇ 4 ਘੰਟਿਆਂ ਤੋਂ ਬੈਠੇ ਸੀ, 4 ਘੰਟਿਆਂ ਤੋਂ ਬੈਠੇ ਸੀ, ਪਰ ਹੁਣ ਧਰਨਾ ਚੱਕਿਆ ਜਾ ਚੁੱਕਿਆ ਹੈ। ਜਾਣੀ ਕਿ ਕਹਿ ਦਿੱਤਾ ਗਿਆ ਹੈ ਕਿ ਧਰਨਾ ਚੱਕ ਲਓ, ਦਰੀਆਂ ਚੱਕ ਲਓ। ਕਿਉਂ? ਕਿਉਂਕਿ ਕਿਸਾਨਾਂ ਦੀ ਕਹਿੰਦੇ ਆ ਜਿਹੜੀ ਕਿਸਾਨਾਂ ਦੀ ਜਿੱਤ ਦੀ ਗੱਲ ਕੀਤੀ ਆ ਕਿ ਕਿਸਾਨ ਜਿਹੜਾ ਧਰਨਾ ਚਕਵਾ ਦਿੱਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਇਹ ਵੀ ਗੱਲ ਕਹੀ ਗਈ ਆ ਕਿ ਬਿਜਲੀ ਅਗਰ ਪਹਿਲਾਂ ਚਲਾ ਦਿੱਤੀ ਜਾਂਦੀ ਤਾਂ 4.5 ਘੰਟੇ ਜਿਹੜੇ ਲੋਕ ਖੱਜਲ ਖਵਾਰ ਹੋਏ ਆ, ਉਹ ਲੋਕਾਂ ਨੇ ਖੱਜਲ ਖਵਾਰੀ ਤੋਂ ਬਚ ਜਾਣਾ ਸੀ। ਪਰ ਗੱਲ ਕਰੀਏ ਦਰੀਆਂ ਜਿਹੜੀਆਂ ਵਿਛਾਈਆਂ ਸੀ 48 ਡਿਗਰੀ ਟੈਂਪਰੇਚਰ ਤੇ ਦਰੀਆਂ ਚੱਕਣੀਆਂ ਸ਼ੁਰੂ ਕਰਤੀਆਂ। ਧਰਨਾ ਜਿਹੜਾ ਉਹ ਚੱਕ ਦਿੱਤਾ ਗਿਆ ਹੈ, ਲਾਈਟ ਜਿਹੜੀ ਆ ਚਲਾ ਦਿੱਤੀ ਗਈ ਆ। ਇਹ ਵੀ ਗੱਲ ਕਹੀ ਆ ਕਿਸਾਨਾਂ ਵੱਲੋਂ ਕਿ ਪ੍ਰਸ਼ਾਸਨ ਹਾਰ ਚੁੱਕਿਆ ਹੈ ਤੇ ਕਿਸਾਨਾਂ ਦੀ ਜਿੱਤ ਹੋਈ ਆ। ਇਹ ਗੱਲ ਇੱਥੇ ਕਿਸਾਨਾਂ ਵੱਲੋਂ ਕਹੀ ਗਈ ਆ। ਪਰ ਜਿਹੜੀ ਗੱਲ ਕਰੀਏ ਹੁਣ ਰੋਡ ਖਾਲੀ ਹੋ ਜਾਏਗਾ ਕੁਝ ਮਿੰਟਾਂ ਦੇ ਵਿੱਚ। ਟਰੈਕਟਰ ਨੂੰ ਸਾਈਡ ਤੇ ਕਰ ਦਿਓ ਜੀ, ਜਲਦੀ ਰੋਡ ਨੂੰ ਚਲਾ ਦਿਓ। ਰੋਡ ਬਹੁਤ ਜਲਦੀ ਜਿਹੜੀ ਆ 1-2 ਮਿੰਟ ਦੇ ਵਿੱਚ ਜਿਹੜੀ ਰੋਡ ਆ ਉਹ ਚੱਲੇਗੀ। ਜੀਰਾ ਰੋਡ ਫਿਰੋਜ਼ਪੁਰ ਖਾਲੀ ਹੋ ਚੁੱਕੀ ਆ, ਜਾਨੀ ਕਿ ਚੱਲੇਗੀ ਕੁਝ ਸਮੇਂ ਤੱਕ। ਤੇ ਕਿਸਾਨ ਕਹਿੰਦੇ ਆ ਸਾਡੀ ਜਿੱਤ ਹੋ ਗਈ ਆ, ਕਿਉਂਕਿ ਦੋਨੋਂ ਦੇ ਦੋਨੋਂ ਫੀਡਰ ਜਿਹੜੇ ਆ ਉਹ ਅਸੀਂ ਚਲਵਾ ਚੁੱਕੇ ਆ। 4 ਘੰਟੇ ਦਾ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਆਖਿਰਕਾਰ ਕਿਸਾਨ ਜਿੱਤ ਗਏ ਨੇ, ਜਿੱਤ ਚੁੱਕੇ ਨੇ। ਜੇ ਸਾਨੂੰ ਸਬਜ਼ੀਆਂ ਵਾਲੇ ਫੀਡਰ ਨਾ 4 ਘੰਟੇ, ਘੱਟ ਤੋਂ ਘੱਟ 4 ਘੰਟੇ ਬਿਜਲੀ ਨਾ ਮਿਲੀ, ਅਸੀਂ ਫਿਰ ਵੀ ਲਾ ਸਕਦੇ ਹਾਂ। ਇਹ ਨਹੀਂ ਵੀ ਅਸੀਂ ਇੱਕ ਵਾਰੀ ਚੱਕਤਾ ਤਾਂ ਨਹੀਂ ਲਾਵਾਂਗੇ। 4 ਘੰਟੇ ਸਾਨੂੰ ਜਿਹੜੇ ਫੀਡਰ ਨਾ ਮਿਲੀ ਸਬਜ਼ੀਆਂ ਵਾਲਿਆਂ ਨੂੰ, ਵੈਸੇ ਤਾਂ ਸਰਕਾਰ ਕਹਿੰਦੀ 6 ਘੰਟੇ, ਤੇ ਜੇ ਸਾਨੂੰ ਮਤਲਬ ਇਹਨਾਂ ਨੇ ਕਤਾਈ ਕੀਤੀ ਅਸੀਂ ਫਿਰ ਵੀ ਬੰਦ ਕਰ ਸਕਦੇ। ਤੁਹਾਡਾ ਵੀ ਧੰਨਵਾਦ, ਤੁਹਾਡੀ ਪ੍ਰੈਸ ਦਾ, ਖਾਸ ਕਰਕੇ ਸਾਰੀ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਆ ਕੇ ਬਾਹ ਫੜੀ, ਨਹੀਂ ਤੇ ਪ੍ਰਸ਼ਾਸਨ ਵੱਲੋਂ ਤਾਂ ਸਰਿਆ ਹੀ ਆ। ਤਾਂ ਤੁਸੀਂ ਵੇਖ ਹੀ ਲਿਆ। ਹਾਂ ਦੇਖੋ ਤੁਸੀਂ ਗੱਡੀਆਂ, ਟ੍ਰੈਫਿਕ ਜਿਹੜਾ ਫਸਿਆ ਸੀ ਪਿਛਲੇ ਲੰਮੇ ਸਮੇਂ ਤੋਂ, ਬਹੁਤ ਲੰਬੇ ਕਿਲੋਮੀਟਰਾਂ ਦੇ ਵਿੱਚ ਉਹ ਜਿਹੜਾ ਖਾਲੀ ਹੋ ਚੁੱਕਿਆ। ਰੋਡ ਜਿਹੜੀ ਆ ਉਹ ਚੱਲ ਗਈ ਆ, ਕਿਉਂਕਿ ਲੋਕ ਜਿਹੜੇ ਆ ਉਹ ਇਸ ਰੋਡ ਤੋਂ ਲੰਘਣਾ ਸ਼ੁਰੂ ਕਰ ਚੁੱਕੇ ਆ। ਰੋਡ ਨੂੰ ਖਾਲੀ ਕਰਵਾ ਦਿੱਤਾ ਗਿਆ। ਕਿਸਾਨਾਂ ਦੀ ਜਿੱਤ ਹੋਈ ਆ। ਅਸੀਂ ਕਹਿਣਾ ਚਾਹੁੰਦੇ ਆ ਆਵਾਜ਼ੇ ਪੰਜਾਬ ਮਾਧਿਅਮ ਰਾਹੀਂ ਕਿ ਜੋ ਵੀ ਲੋਕਾਂ ਵੱਲੋਂ ਇੱਥੇ 71 ਲੋਕਾਂ ਵੱਲੋਂ ਜੋ ਵੀ ਦਾਅਵੇ ਕੀਤੇ ਗਏ ਆ, ਵਾਅਦੇ ਕੀਤੇ ਗਏ ਆ, ਜੋ ਵੀ ਗੱਲਾਂ ਕੀਤੀਆਂ ਗਈਆਂ ਉਹਨਾਂ ਦੀਆਂ ਨਿੱਜੀ ਆ। ਆਵਾਜ਼ੇ ਪੰਜਾਬ ਚੈਨਲ ਦਾ ਉਸ ਦੇ ਨਾਲ ਕੋਈ ਵੀ ਸਬੰਧ ਨਹੀਂ, ਔਰ ਸਿਰਫ ਇਸ ਧਰਨੇ ਨੂੰ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਮਕਸਦ ਸੀ, ਪ੍ਰਸ਼ਾਸਨ ਤੱਕ ਪਹੁੰਚਾਉਣਾ ਸਾਡਾ ਮਕਸਦ ਸੀ। ਅਗਰ ਕੋਈ ਵੀ ਆਪੱਤੀਜਨਕ ਸ਼ਬਦ ਕਿਸੇ ਵੱਲੋਂ ਬੋਲੇ ਗਿਆ ਉਹਦੇ ਆਪ ਜ਼ਿੰਮੇਵਾਰ ਆ। ਆਵਾਜ਼ੇ ਪੰਜਾਬ ਦਾ ਉਸ ਨਾਲ ਕੋਈ ਸਬੰਧ ਨਹੀਂ ਹੋਵੇਗਾ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁੱਖ।